ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਅਜਿਹੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਜਿਹੜੇ ਖਾਨਦਾਨ ਦਾ ਸਿੱਖ ਪੰਥ ਦੇ ਵਿੱਚ ਅਥਾਹ ਸਤਿਕਾਰ ਆ ਔਰ ਬੇਹੱਦ ਅਸੀਂ ਇਹਨਾਂ ਨੂੰ ਸਾਡੇ ਕੋਲ ਅੱਖਰ ਨਹੀਂ ਹੈ, ਲਫ਼ਜ਼ ਨਹੀਂ ਹੈ ਜਿਹਦੇ ਨਾਲ ਅਸੀਂ ਇਸ ਖਾਨਦਾਨ ਦਾ ਧੰਨਵਾਦ ਕਰ ਸਕੀਏ, ਕਿਉਂਕਿ ਇਸ ਖਾਨਦਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਵੇਲੇ ਸੇਵਾ ਕੀਤੀ ਜਦੋਂ ਉਹਨਾਂ ਦੇ ਆਪਣੇ ਵੀ ਦਰਕਨਾਰ ਕਰ ਗਏ ਸੀ। ਜਦੋਂ ਉਹਨਾਂ ਨੂੰ ਦੇਖ ਕੇ ਜਿਹੜੇ ਉਹਨਾਂ ਦੇ ਖਾਸ ਸੇਵਾਦਾਰ ਸੀ ਉਹਨਾਂ ਨੇ ਵੀ ਦਰਵਾਜ਼ਾ ਨਹੀਂ ਸੀ ਖੋਲ੍ਹਿਆ ਕਿਤੇ ਸਾਡੇ ਬੱਚੇ ਹਾਕਮ ਘਲਾੜੀ ਦੇ ਵਿੱਚ ਨਾ ਪੀੜ ਦੇਵੇ। ਇਸ ਟਾਈਮ ਦਾ ਇਸ ਤਰ੍ਹਾਂ ਦਾ ਜਦੋਂ ਸਮਾਂ ਚੱਲਦਾ ਸੀ ਉਸ ਸਮੇਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਤਲਬ ਸੇਵਾ ਕੀਤੀ। ਮੇਰੀ ਮੁਰਾਦ ਆ ਰਾਏ ਅਜ਼ੀਜ਼ੁੱਲਾ ਖਾਨ ਜਿਹੜੇ ਕਿ 9ਵੀਂ ਜਗ੍ਹਾ ਦੇ ਉੱਤੇ ਨੇ ਰਾਏ ਕੱਲਾ ਸਾਹਿਬ ਦੀ ਵੰਸ਼ ਦੇ ਵਿੱਚ। ਅੱਜ ਅਸੀਂ ਇਹਨਾਂ ਨਾਲ ਤਫਸੀਲ ਦੇ ਵਿੱਚ ਸਾਰੀ ਗੱਲਬਾਤ ਪੁੱਛਾਂਗੇ। ਸਭ ਤੋਂ ਪਹਿਲਾਂ ਇਹਨਾਂ ਨੂੰ ਜੀ ਆਇਆਂ ਨੂੰ ਕਹੀਏ। ਜੀ ਆਇਆਂ ਜੀ, ਤੁਹਾਡਾ ਬਹੁਤ ਜ਼ਿਆਦਾ ਥੈਂਕ ਯੂ ਜੀ। ਅੱਛਾ, ਰਾਏ ਅਜ਼ੀਜ਼ੁੱਲਾ ਖਾਨ ਤੁਹਾਡਾ ਨਾਂ ਜੀ। ਸਭ ਤੋਂ ਪਹਿਲਾਂ ਤਾਂ ਸਾਨੂੰ ਤੁਸੀਂ ਆਪਣਾ ਜਿਹੜਾ ਖਾਨਦਾਨ ਆ ਇਹ ਕਿੱਥੋਂ ਸ਼ੁਰੂ ਹੋਇਆ, ਜਿੰਨੀ ਤੁਹਾਨੂੰ ਜਾਣਕਾਰੀ ਆ ਇਹ ਜ਼ਰੂਰ ਦੱਸੋ ਜੀ। ਮੈਂ ਸਭ ਤੋਂ ਪਹਿਲੇ ਤਾਂ ਸਿਰਫ ਇਸ ਗੱਲ ਤੋਂ ਸ਼ੁਰੂ ਕਰਾਂਗਾ ਕਿ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਾਡੇ ਬਜ਼ੁਰਗਾਂ ਨੇ, ਰਾਏ ਕੱਲਾ ਜੀ ਨੇ ਸੇਵਾ ਕੀਤੀ। ਇੱਕ ਬਹੁਤ ਹੀ ਭਿਆਨਕ ਸਮਾਂ ਸੀ ਔਰ ਸਾਨੂੰ ਉਹ ਜਿਹੜਾ ਉਹਨਾਂ ਦੀ ਉਸ ਵੇਲੇ ਸੇਵਾ ਦਾ ਕਦਮ ਚੁੱਕਿਆ ਸੀ ਰਾਏ ਕੱਲਾ ਜੀ ਨੇ, ਉਹ ਕਦਮ ਚੁੱਕ ਕੇ ਉਹਨਾਂ ਨੇ ਸਾਡਾ ਸਿਰ ਹਮੇਸ਼ਾ ਲਈ ਫਖਰ ਨਾਲ ਉੱਚਾ ਕਰ ਦਿੱਤਾ। ਔਰ ਇੱਕ ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਇਨਸਾਨੀਅਤ ਦੇ ਵਿੱਚ ਮਤਲਬ ਤੁਸੀਂ ਉਹ ਧਰਮ ਤੋਂ ਜਾਂ ਉਸ ਇੱਕ ਖਿੱਤੇ ਦੇ ਵਿੱਚ ਮਤਲਬ ਉਸ ਤੋਂ ਉੱਪਰ ਉੱਠ ਕੇ ਇਹ ਨਹੀਂ ਕਿ ਇਹ ਸਿੱਖ ਨੇ ਤੁਸੀਂ ਮੁਸਲਮਾਨ ਸੀ ਜਾਂ ਬਈ ਮੈਂ ਇਸ ਤਰ੍ਹਾਂ ਨਹੀਂ ਕਰਨਾ, ਪਰ ਇੱਕ ਇਨਸਾਨੀਅਤ ਦੇ ਨਾਤੇ ਤੇ ਉਸ ਪੈਗੰਬਰ ਦੀ ਸੇਵਾ ਕੀਤੀ। ਵਾਕਈ ਕਮਾਲ ਦੀ ਗੱਲ ਸੀ। ਔਰ ਉਸ ਟਾਈਮ ਤੇ ਜਦੋਂ ਕਿ ਉਹਨਾਂ ਦੇ ਆਪਣੇ ਮੁੱਖ ਫੇਰ ਗਏ ਸੀ। ਜੀ ਬਿਲਕੁਲ, ਬਹੁਤ ਹੀ ਮੁਸ਼ਕਿਲ ਟਾਈਮ ਸੀ ਉਹ ਜੀ। ਤੇ ਤੁਸੀਂ ਗੱਲ ਪੁੱਛੀ ਸਾਡੀ ਫੈਮਿਲੀ ਦੇ ਬੈਕਗਰਾਊਂਡ ਦੀ ਜੀ, ਪਹਿਲੇ ਮੈਂ ਉਹ ਦੱਸ ਦਿੰਦਾ ਕਿਉਂਕਿ ਸਾਡੇ ਬਜ਼ੁਰਗ ਜੈਸਲਮੇਰ ਤੋਂ ਇੱਥੇ ਪੰਜਾਬ 'ਚ ਆਏ ਸੀ। ਠੀਕ ਹੈ ਜੀ। 1323 ਵਿੱਚ। ਅੱਛਾ ਜੀ। ਤੇ ਸਭ ਤੋਂ ਪਹਿਲੇ ਉਹ ਮੁਸਲਮਾਨ ਹੋਏ ਜਿਹੜੇ ਰਾਏ ਤੁਲਸੀ ਦਾਸ ਉਹਨਾਂ ਦਾ ਨਾਂ ਸੀ। ਅੱਛਾ ਜੀ। ਤੇ ਫਿਰ ਉਹਨਾਂ ਦਾ ਨਾਮ ਰਾਏ ਸਰਾਜੁਦੀਨ ਉਹਨਾਂ ਦਾ ਨਾਮ ਰੱਖਿਆ ਗਿਆ ਸੀ ਔਰ ਸ਼ੇਖ ਚਾਚੂ ਵੀ ਕਹਿੰਦੇ ਸੀ ਉਹਨਾਂ ਨੂੰ। ਅੱਛਾ ਜੀ। ਇਹਤਰਾਮ ਨਾਲ ਔਰ ਪਿਆਰ ਨਾਲ ਜਿਹੜੇ ਉਹਨਾਂ ਨੂੰ। ਠੀਕ ਹੈ ਜੀ। ਇਹ ਇੱਕ ਮੈਂ ਇੱਥੇ ਕਲੀਅਰ ਉਹ ਕਨਵਰਟ ਹੋਏ ਸੀ। ਉਹ ਕਨਵਰਟ ਹੋਏ ਸੀ ਹਿੰਦੂ ਤੋਂ। ਅੱਛਾ। ਰਾਏ ਤੁਲਸੀ ਦਾਸ ਉਹਨਾਂ ਦਾ ਨਾਮ ਸੀ। ਅੱਛਾ ਅੱਛਾ। ਤੇ ਉਦੋਂ ਇੱਥੇ ਪੰਜਾਬ ਵਿੱਚ ਆਏ ਉਹਨਾਂ ਨੇ ਚੱਕਰ ਸਭ ਤੋਂ ਪਹਿਲੇ ਆਬਾਦ ਕੀਤਾ 1323 ਵਿੱਚ। ਅੱਛਾ ਜੀ। ਚੱਕਰ ਪਿੰਡ ਜਿਹੜਾ ਅੱਜ ਬੜਾ ਮਸ਼ਹੂਰ ਹੈ ਜੀ ਜੀ। ਤੇ ਬਲਕਿ ਅੱਜ ਕੇ ਬਹੁਤ ਮਾਡਲ ਉਹ ਵਿਲੇਜ ਬਣਿਆ ਹੋਇਆ ਹੈ। ਉਸ ਦੀ ਗੱਲ ਚੱਲਦੀ ਹੈ ਜੀ ਦੁਨੀਆ ਦੇ। ਹਾਂ, ਸਾਰੀ ਦੁਨੀਆ ਚੱਲ। ਸਾਨੂੰ ਬੜਾ ਖੁਸ਼ੀ ਹੁੰਦੀ ਸੁਣ ਕੇ। ਤੇ ਉਹ ਰਾਏ ਆਪਣਾ ਸਰਾਜੁਦੀਨ ਖਾਨ ਨੇ ਆਬਾਦ ਕੀਤਾ ਸੀ 1323 ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਅੱਗੇ ਬੱਚੇ ਸੀ ਉਹਨਾਂ ਨੇ ਮੁਖਤਲਿਫ ਜਿਹੜੀਆਂ ਸ਼ਾਖਾਂ ਚੱਲੀਆਂ, ਫਿਰ ਮੁਖਤਲਿਫ ਥਾਵਾਂ 'ਤੇ ਜਿਹੜੇ ਪਿੰਡ ਆਬਾਦ ਕੀਤੇ। ਉਹਦੇ ਵਿੱਚ ਫਿਰ ਜਿਹੜੀ ਸਾਡੀ ਫੈਮਿਲੀ ਦੀ ਵੱਡੀ ਬ੍ਰਾਂਚ ਸੀ ਉਹਨੇ ਤਲਵੰਡੀ ਰਾਏ ਆਬਾਦ ਕੀਤਾ 1478 ਵਿੱਚ। ਠੀਕ ਹੈ ਜੀ। ਜਿਹਨੂੰ ਅੱਜ ਜਗਦੇਵ ਸਿੰਘ ਤਲਵੰਡੀ ਜੀ ਉਹਨਾਂ ਦੇ ਨਾਂ ਨਾਲ ਪਛਾਣਿਆ ਜਾਂਦਾ। ਇਹ ਸਾਰਾ ਪਿੰਡ ਸਾਡਾ ਮੁਸਲਮਾਨਾਂ ਦਾ ਸੀ, ਰਾਏ ਫੈਮਿਲੀ ਦਾ ਸੀ। 1478 'ਚ ਆਬਾਦ ਹੋਇਆ ਸੀ। ਅੱਛਾ। ਤੇ ਇਸ ਤੋਂ ਬਾਅਦ ਫਿਰ ਰਾਏਕੋਟ ਜਿਹੜਾ ਆਬਾਦ ਹੋਇਆ ਇਹ ਵੀ ਜਿਵੇਂ ਦਾ ਨਾਂ ਵੀ ਦੱਸਦਾ ਹੈ ਕਿ ਰਾਇਕਿਆਂ ਦੇ ਨਾਂ 'ਤੇ ਪਿਆ ਇਹਦਾ ਨਾਮ। ਤੇ ਇਹ ਸਾਡੇ ਇੱਕ ਬਜ਼ੁਰਗ ਨੇ ਰਾਏ ਅਹਿਮਦ ਨੇ ਇਹ 1648 ਵਿੱਚ ਆਬਾਦ ਕੀਤਾ। ਅੱਛਾ। ਰਾਏਕੋਟ। ਹਾਂ, ਇੱਕ ਕਿਉਂਕਿ ਤਲਵੰਡੀ 'ਚੋਂ ਇੱਕ ਸ਼ਾਖ ਜਿਹੜੀ ਵੱਡੀ ਸ਼ਾਖ ਸੀ ਉੱਥੇ ਚਲੀ ਗਈ ਔਰ ਉਹਨਾਂ ਨੇ ਆਬਾਦ ਕੀਤਾ। ਤਲਵੰਡੀ ਪਹਿਲਾਂ ਇਹਦਾ ਪਹਿਲੇ ਤਲਵੰਡੀ ਹੈੱਡਕੁਆਟਰ ਸੀ 1478 1478। ਅੱਛਾ। ਐਂਡ ਦੈਨ 1648 ਦੇ ਵਿੱਚ ਰਾਏਕੋਟ ਆਬਾਦ ਕੀਤਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਜਗਰਾਵਾਂ ਹੈ ਹਾਂਜੀ ਇਹ ਵੀ ਸਾਡੇ ਬਜ਼ੁਰਗਾਂ ਨੇ ਅੱਜ ਜਗਰਾਵਾਂ ਅਸੀਂ ਕਹਿੰਦੇ ਸਾਰੇ, ਪਰ ਪੁਰਾਣਾ ਨਾਮ ਇਹਦਾ ਜਗਰਾਵਾਂ ਹੀ ਹੈ। ਸਿਆਣੇ ਬਜ਼ੁਰਗ ਸਾਡੇ ਜਗਰਾਵਾਂ ਹੀ ਅੱਜ ਵੀ ਕਹਿੰਦੇ ਆ। ਤੇ ਰਾਵਾਂ ਦਾ ਜਗ ਤੋਂ ਇਹ ਜਗਰਾਵਾਂ ਪਿਆ, ਜਗਰਾਵਾਂ। ਤੇ ਇਹ ਰਾਏ ਕੱਲਾ ਜੀ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ ਸੀ ਉਹਨਾਂ ਦੇ ਪਿਤਾ ਸੀ ਰਾਏ ਕਮਾਲਉਦੀਨ। ਅੱਛਾ। ਉਹਨਾਂ ਨੇ 1680 ਵਿੱਚ ਆਬਾਦ ਕੀਤਾ ਜਗਰਾਵਾਂ। ਠੀਕ ਹੈ ਜੀ। ਤੇ ਇਹ ਮਤਲਬ ਪਿਛੋਕੜ ਹੈ। ਇਸ ਤਰ੍ਹਾਂ ਹੀ ਹਲਵਾਰਾ ਇਹ ਵੀ ਉਹ ਰਾਏ ਤੁਲਸੀ ਦਾਸ ਦੇ ਅੱਗੇ ਬੱਚਿਆਂ 'ਚੋਂ। ਤੇ ਆਂਡਲੂ, ਹਠੂਰ, ਜਲੰਧਰ ਦੇ ਪਿੰਡ ਸੀ, ਮੰਜਕੀ ਦੇ 12 ਪਿੰਡ ਹੈਗੇ ਹੈ, ਮਲਸੀਆਂ, ਤਲਵਣ, ਨਕੋਦਰ, ਇਹ ਸਾਰੇ ਫਿਰ ਅੱਗੇ ਸ਼ਾਖਾਂ ਨੇ ਨਾ ਰਾਜਪੂਤਾਂ ਨੇ ਆਬਾਦ ਕੀਤੇ ਸਾਰਿਆਂ ਦੇ। ਅੱਛਾ। ਤੁਹਾਡੇ ਨਾਨਕੇ ਤਲਵਣ ਹਨ ਜੀ? ਮੇਰੇ ਨਾਨਕੇ ਤਲਵਣ, ਤਹਿਸੀਲ ਫਲੌਰ ਵਿੱਚ। ਤੇ ਜਲੰਧਰ ਅੱਗੇ ਨੂਰ ਮਹਿਲ ਤੋਂ ਅੱਗੇ ਬਿਲਗਾ ਪਿੰਡ ਹੈ,
ਉੱਪਲ ਵੀ ਨਾਲ ਹੀ ਹੈਗਾ, ਜੀ ਜੀ ਪੁਆਧੜੇ ਵੀ ਨਾਲ ਹੈ। ਹਾਂਜੀ ਉੱਥੇ ਦੇ ਮੇਰੇ ਨਾਨਕੇ ਸੀ, ਕਿਲੇ ਵਾਲੇ ਕਹਿਲਾਉਂਦੇ ਸੀ ਉਹ, ਠੀਕ ਹੈ ਜੀ। ਤਲਵਣ ਦੇ ਵਿੱਚ। ਹਾਂਜੀ। ਮੇਰੀ ਮਦਰ ਉਸ ਪਿੰਡ ਦੇ ਸੀ। ਅੱਛਾ ਅੱਛਾ ਜੀ। ਆਪਾਂ ਮੁੜ ਕੇ ਫਿਰ ਉੱਥੇ ਆਈਏ ਜੀ। ਜਿਹੜੇ ਬਜ਼ੁਰਗਾਂ ਨੇ ਚੱਕਰ ਪਿੰਡ ਬੰਨੇ ਸੀ, ਉਸ ਤੋਂ ਬਾਅਦ ਤਲਵੰਡੀ ਜਿਹੜੀ ਤੁਹਾਡੀ ਗ੍ਰੇਟ ਗ੍ਰੈਂਡਫਾਦਰ ਸੀ, ਉੱਥੇ ਆ ਗਏ ਹੈ ਨਾ ਜੀ। ਤਲਵੰਡੀ ਤੋਂ ਅੱਗੇ ਰਾਏਕੋਟ ਆ ਗਏ, ਜਿਨ੍ਹਾਂ ਨੇ ਜਿਹੜੇ ਰਾਏ ਕੱਲਾ ਸਾਹਿਬ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਮੇਲ ਹੋਇਆ ਸੀ। ਮੇਰੇ ਖਿਆਲ ਰਾਏ ਕੱਲਾ ਨਾਂ ਦੇ 2-3 ਬਜ਼ੁਰਗ ਸੀਗੇ, ਉਹ ਵੀ ਜੀ। ਰਾਏ ਕੱਲਾ ਨਾਂ ਦੇ 3 ਬਜ਼ੁਰਗ ਸਾਡੇ ਖਾਨਦਾਨ 'ਚ ਗੁਜ਼ਰੇ ਹੈਗੇ। ਠੀਕ ਹੈ ਜੀ। ਰਾਏ ਕੱਲਾ ਅਵਲ, ਦੋਮ ਤੇ ਇਹ ਤੀਜੇ ਸੀ, ਅੱਛਾ ਜੀ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦਾ ਜਿਹਨਾਂ ਨੂੰ ਮਾਨ ਪ੍ਰਾਪਤ ਹੋਇਆ। ਠੀਕ ਹੈ ਜੀ। ਤੇ ਇਹ ਤੀਜੇ ਸੀਗੇ। ਤੇ ਇਹ 1705 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਤਸ਼ਰੀਫ ਲਿਆਏ ਸੀ ਰਾਏਕੋਟ ਦੀ ਧਰਤੀ ਤੇ। ਰਾਏਕੋਟ ਰਿਆਸਤ ਸੀ ਉਸ ਵੇਲੇ, ਆਗੂ ਸੀ ਰਾਏ ਕੱਲਾ ਜੀ ਉਹਨਾਂ ਦੇ, ਪਰ ਇਹ 1360 ਪਿੰਡਾਂ ਦੀ ਰਿਆਸਤ ਸੀ। ਠੀਕ ਹੈ ਜੀ। ਕਿੱਥੋਂ ਤੱਕ ਇਹ ਆਪਣਾ ਇਧਰੋਂ ਲੁਧਿਆਣੇ ਤੋਂ ਲੈ ਕੇ, ਲੁਧਿਆਣਾ ਵੀ ਇੱਕ ਵੇਲੇ ਅਧੀਨ ਸੀ ਇਸ ਰਿਆਸਤ ਦੇ ਵਿੱਚ, ਰਾਏਕੋਟ ਦੇ ਵਿੱਚ, ਲੁਧਿਆਣਾ ਸ਼ਹਿਰ ਵਿੱਚ। ਕਿੱਡਾ ਵੱਡਾ ਸ਼ਹਿਰ ਬਣਿਆ। ਹਾਂਜੀ, ਕਿਉਂਕਿ ਇਸ ਲੁਧਿਆਣਾ ਆਬਾਦ ਹੋਇਆ 1481 ਵਿੱਚ। ਅੱਛਾ ਜੀ। ਤੇ ਤਲਵੰਡੀ ਰਾਏ ਹੋਇਆ 1478, 3 ਸਾਲ ਪਹਿਲੇ ਉਹ ਬਾਤ ਹੈ। ਠੀਕ ਹੈ ਜੀ। ਤੇ ਇਧਰੋਂ ਜੀਰੇ ਤੱਕ ਆਂਦੀ ਸੀ ਰਿਆਸਤ। ਅੱਛਾ ਜੀ। ਤੇ 1360 ਪਿੰਡਾਂ ਦੀ ਹੈ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ 1705 ਜਨਵਰੀ 19-20-21 ਪੋ ਰਾਏਕੋਟ ਦੀ ਧਰਤੀ ਅੱਜ ਵੀ ਮਨਾਉਂਦੀ ਹੈ। ਗੁਰੂ ਸਾਹਿਬ ਦੇ ਮੁਬਾਰਕ ਕਦਮ ਜਦੋਂ ਉੱਥੇ ਪਏ ਸੀ ਤੇ ਉਹ ਉੱਥੇ ਠਹਿਰੇ ਸੀ। ਇਹ ਆਪਣਾ ਉਸ ਵੇਲੇ ਫਿਰ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ ਜੀ, ਤੇ ਸਰਸਾ ਨਦੀ ਤੇ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਵਿਛੜੇ। ਬਿਲਕੁਲ। ਤੇ ਬਹੁਤ ਮੁਸ਼ਕਿਲ ਟਾਈਮ ਸੀ। ਅੱਗੇ ਚਮਕੌਰ ਦੀ ਗੜੀ ਵਿੱਚ ਹਾਂਜੀ ਬਾਬਾ ਅਜੀਤ ਤੇ ਜੁਝਾਰ ਸਿੰਘ ਜੀ, ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜੀ ਜੀ ਬਿਲਕੁਲ। ਤੇ ਬੜਾ ਮੁਸ਼ਕਿਲ ਟਾਈਮ ਸੀ ਉਸ ਵੇਲੇ। ਸਾਰੇ ਇਲਾਕੇ ਨੂੰ ਉਸ ਵੇਲੇ ਘੇਰਿਆ ਹੋਇਆ ਸੀ ਔਰੰਗਜ਼ੇਬ ਦੇ ਜਿਹੜਾ ਗਵਰਨਰ ਹੈ ਉਹਦੇ ਅਹਿਲਕਾਰਾਂ ਨੇ। ਹਾਂਜੀ। ਔਰ ਇੱਕ ਉਹਨਾਂ ਦਾ ਇੱਕੋ ਇੱਕ ਫੌਜ ਦਾ ਨਿਸ਼ਾਨਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਵੇਂ ਕਤਲ। ਹਾਂ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਉਹਨਾਂ ਦਾ ਇਰਾਦਾ ਸੀ। ਜੀ। ਤੇ ਉਹ ਫਿਰ ਉਸ ਲਈ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਪਹੁੰਚੇ। ਜੀ। ਤੇ ਉੱਥੇ 2 ਮੁਸਲਮਾਨ, ਨਬੀ ਖਾਂ ਔਰ ਗਨੀ ਖਾਂ, ਉਹਨਾਂ ਦਾ ਨਾਮ ਇਤਿਹਾਸ 'ਚ ਆਉਂਦਾ ਹੈ, ਘੋੜਿਆਂ ਦੇ ਸੁਦਾਗਰ ਸੀ। ਜੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਮਨੋ ਇੱਕ ਸੇਵਾ ਕੀਤੀ ਤਨ ਮਨ ਨਾਲ। ਤੇ ਉਹਨਾਂ ਨੇ ਫਿਰ ਉਸ ਵੇਲੇ ਉਹਨਾਂ ਨੂੰ ਇੱਕ ਉੱਚ ਦਾ ਪੀਰ ਬਣਾ ਕੇ, ਉਹ ਉੱਚ ਦਾ ਪੀਰ, ਮੈਂ ਥੋੜਾ ਬੈਕਗਰਾਉਂਡ ਦੱਸ ਦੇਵਾਂ। ਬਿਲਕੁਲ ਜ਼ਰੂਰ ਜੀ। ਕਿ ਉੱਚ ਸ਼ਰੀਫ ਇੱਕ ਜਗ੍ਹਾ ਹੈਗੀ ਬਹਾਵਲਪੁਰ ਦੇ ਕੋਲ। ਅੱਛਾ ਜੀ। ਅੱਜ ਵੀ ਪਾਕਿਸਤਾਨੀ ਪੰਜਾਬ 'ਚ। ਇੱਥੇ ਦੇ ਬਹੁਤ ਹੀ ਮੰਨੇ ਹੋਏ ਸੂਫੀ ਸੰਤ ਬਜ਼ੁਰਗ ਹੁੰਦੇ ਸੀ। ਅੱਛਾ ਜੀ। ਕਾਫੀ ਲੜੀਆਂ ਉਹਨਾਂ ਦੀਆਂ ਚੱਲੀਆਂ ਕਈ 100 ਸਾਲ। ਅੱਛਾ ਜੀ। ਬਹੁਤ ਨੇਕ ਹਸਤੀਆਂ ਸੀ। ਠੀਕ ਹੈ ਜੀ। ਉਹ ਉੱਥੇ ਆਪਣੇ ਇਸ ਇਲਾਕੇ ਵਿੱਚ ਆਪਣੇ ਮੁਸਲਮਾਨ ਮੁਰੀਦਾਂ ਕੋਲ ਆਉਂਦੇ ਹੁੰਦੇ ਸੀ ਹਰ ਸਾਲ। ਅੱਛਾ। ਉੱਚ ਦੇ ਪੀਰ। ਔਰ ਉਹ ਬੜੀ ਸ਼ਾਨ ਸ਼ੌਕਤ ਨਾਲ ਉੱਥੋਂ ਸਫ਼ਰ ਕਰਦੇ ਸੀ। ਮੁਰੀਦ ਆਪਣੇ ਮੋਢਿਆਂ ਤੇ ਚੁੱਕ ਕੇ ਉਹਨਾਂ ਨੂੰ ਲੈ ਕੇ ਜਾਂਦੇ ਸੀ ਇੱਕ ਥਾਂ ਤੋਂ ਦੂਸਰੀ ਥਾਂ। ਬਹੁਤ ਵੱਡੇ ਇਕੱਠ ਹੁੰਦੇ ਸੀ। ਅੱਛਾ, ਤਾਂ ਉਹ ਉਸ ਪੀਰ ਦਾ ਰੂਪ ਧਾਰਿਆ ਉਹਨਾਂ ਨੇ, ਤਾਂ ਕਿ ਗੁਰੂ ਸਾਹਿਬ ਤੇ ਕਿਸੇ ਨੂੰ ਕੋਈ ਉਹਨਾਂ ਨੂੰ ਪਛਾਣ ਨਾ ਹੋਵੇ ਔਰ ਉੱਥੋਂ ਖੈਰ ਖਰੀਅਤ ਨਾਲ ਗੁਰੂ ਸਾਹਿਬ ਅੱਗੇ ਚਲੇ ਜਾਣ ਜਿੱਥੇ ਵੀ ਹੋ ਜਾਣ। ਕੁਰਬਾਨੀ ਸੀ ਜਿਸ ਹਿਸਾਬ ਨਾਲ ਤਸੀਹੇ ਦਿੱਤੇ ਜਾਂਦੇ ਸੀ ਹਕੂਮਤ ਵੱਲੋਂ ਉਸ ਵੇਲੇ। ਇੱਕ ਮੁਸਲਮਾਨ ਹੁੰਦੇ ਹੋਏ ਗਨੀ ਖਾਂ, ਨਬੀ ਖਾਂ, ਬੜਾ ਸਤਿਕਾਰ ਨਾਲ ਉਹਨਾਂ ਦਾ ਬਹੁਤ ਵੱਡੀ ਗੱਲ ਸੀ। ਔਰ ਆਪ ਅੱਗੇ ਲੱਗੇ, ਉਹਨਾਂ ਨੇ ਮੋਢਿਆਂ ਤੇ ਚੁੱਕੇ। ਨਾਲ ਸਰਦਾਰ ਸਿੰਘ ਸੀਗੇ ਨਾਲ ਗੁਰੂ ਸਾਹਿਬ ਦੇ, ਤੇ ਉਹ ਹੱਦਾਂ ਪਾਰ ਕਰਾਈਆਂ ਮਾਛੀਵਾੜੇ ਦੀ। ਜੀ ਜੀ ਜੀ। ਪਰ ਲੇਕਿਨ ਅੱਗੇ ਐਸਾ ਵੀ ਹੇਰਾਂ ਵਰਗੇ ਅਸਥਾਨ ਵੀ ਆਏ। ਹਾਂ ਬਿਲਕੁਲ, ਉਹ ਵੀ ਜ਼ਿਕਰ ਕਰੋ। ਹਾਂ, ਕਿਉਂਕਿ ਉੱਥੇ ਮਹੰਤ ਕਿਰਪਾਲ ਦਾਸ ਦਾ ਉੱਥੇ ਡੇਰਾ ਸੀ ਹੇਰਾਂ 'ਚ। ਉਹਨਾਂ ਨੇ ਭੰਗਾਣੀ ਦੇ ਯੁੱਧ ਵਿੱਚ ਬੜੀ ਦਲੇਰੀ ਨਾਲ ਸਾਥ ਦਿੱਤਾ ਸੀ ਗੁਰੂ ਸਾਹਿਬ ਦਾ। ਤੇ ਜਦੋਂ ਉੱਥੇ ਉਸ ਦੇ ਡੇਰੇ ਤੇ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ, ਤੇ ਉੱਥੇ ਦੇ ਸੇਵਾਦਾਰਾਂ ਨੇ ਹੱਥ ਜੋੜ ਦਿੱਤੇ, ਅੱਗੇ ਜਾਣ ਨੂੰ ਕਹਿ ਦਿੱਤਾ। ਇੰਨਾ ਡਰ ਸੀ ਹਕੂਮਤ ਦਾ। ਜੀ ਜੀ ਬਿਲਕੁਲ। ਤੇ ਉਹ ਨਿਵਾਸ ਨਹੀਂ ਸੀ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ। ਉੱਥੋਂ ਫਿਰ ਅੱਗੇ ਰਾਏਕੋਟ ਰਿਆਸਤ ਆਈ। ਤੇ ਜਦੋਂ ਉੱਥੇ ਰਾਏਕੋਟ ਰਿਆਸਤ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਤੇ ਰਾਏਕੋਟ ਨਾ ਪੂਰਾ ਤਫਸੀਲ 'ਚ ਦੱਸੋ, ਕਿਉਂਕਿ ਜਿਹੜੀ ਅੱਜ ਦੇ ਤੁਹਾਡੇ ਬੋਲ ਆ ਜੀ, ਇਹ ਇੱਕ ਹਿਸਟਰੀ ਆ। ਲੋਕਾਂ ਨੇ ਸਾਡੇ ਖਾਸ ਕਰਕੇ, ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜਿਹੜਾ ਬੰਦਾ ਸਿੱਖ ਆ, ਗੁਰੂ ਗੋਬਿੰਦ ਸਿੰਘ ਜੀ ਦਾ ਮਰੀਦ ਆ ਜੀ, ਉਹ ਹਰ ਬੰਦਾ ਇਹ ਗੱਲ ਸੁਣਨੀ ਚਾਹੁੰਦਾ। ਕਿਵੇਂ ਹੋਇਆ ਸੀ ਨੂਰੇ ਮਾਹੀ ਵਾਲੀ ਗੱਲ, ਸਾਰੀ ਐਨ ਡਿਟੇਲ ਸਾਨੂੰ ਦੱਸਿਓ ਇੱਥੋਂ, ਮਤਲਬ ਉਤਸੁਕਤਾ ਜੀ ਇਹ ਜਾਣਨ ਦੀ। ਨਹੀਂ ਬਿਲਕੁਲ। ਰਾਏਕੋਟ ਸ਼ਹਿਰ ਤੋਂ ਬਾਹਰ ਜਦੋਂ ਜੰਗਲ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਨੂਰਾ ਮਾਹੀ ਮਿਲਿਆ, ਮੱਝਾਂ ਚਾਰਦਾ ਫਿਰਦਾ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ, ਨੂਰਾ ਮਾਹੀ ਰਾਏ ਕੱਲਾ ਜੀ ਹੋਰਾਂ ਦਾ ਨੌਕਰ ਸੀ। ਹਾਂਜੀ, ਉਹਨਾਂ ਦਾ ਨੌਕਰ ਸੀ। ਉਹਨਾਂ ਦਾ ਮਾਲ ਡੰਗਰ ਚਾਰਦਾ ਫਿਰਦਾ ਸੀ ਬਾਹਰ।
ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਕੋਲੋਂ ਦੁੱਧ ਮੰਗਿਆ ਕਿ ਸਾਨੂੰ ਦੁੱਧ ਛਕਾ ਦੇ। ਹਾਂਜੀ। ਤੇ ਨੂਰਾ ਕਹਿਣ ਲੱਗਾ ਕਿ ਬਾਬਾ ਜੀ ਮੈਂ ਚੋ ਕੇ ਆਇਆ ਘਰੋਂ, ਹਾਂਜੀ, ਤੇ ਇਹਦੇ ਚੋਂ ਇਹਨਾਂ ਚੋਂ ਦੁੱਧ ਨਹੀਂ ਹੁਣ ਕਿਸੇ ਨੇ ਦੇਣਾ। ਹਾਂਜੀ, ਆਲਰੇਡੀ ਚੋਈਆਂ ਹੋਈਆਂ। ਹਾਂਜੀ, ਹਾਂਜੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਇੱਕ ਝੋਟੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੂੰ ਰੱਬ ਦਾ ਨਾਮ ਲੈ ਕੇ ਇਹਨੂੰ ਥਾਪੀ ਦੇ। ਠੀਕ ਹੈ ਜੀ। ਤੇ ਉਹ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਵੀ ਹੋਇਆ। ਹਾਂਜੀ। ਤੇ ਫਿਰ ਕਹਿਣ ਲੱਗਾ ਜੀ ਬਰਤਨ ਮੇਰੇ ਕੋਲ ਹੈ ਨਹੀਂ। ਹਾਂਜੀ। ਤੇ ਗੰਗਾ ਸਾਗਰ ਇਹ ਸੁਰਾਹੀ ਹੈ, ਹਾਂਜੀ, ਇਹ ਮੈਟਲ ਦੀ ਬਣੀ ਹੋਈ, ਤਾਂਬਾ ਪਿੱਤਲ ਮਿਕਸ ਧਾਤਾਂ ਦੀ ਬਣੀ ਹੋਈ ਹੈ। ਹਾਂਜੀ, ਹਾਂਜੀ। ਇਹ ਉਹਨਾਂ ਦੇ ਕੋਲ ਸੀ ਜਦੋਂ ਰਾਏਕੋਟ ਦੀ ਧਰਤੀ ਤੇ ਗੁਰੂ ਸਾਹਿਬ ਆਏ। ਜੀ। ਤੇ ਉਸ ਵੇਲੇ ਫਿਰ ਉਹਨਾਂ ਨੇ ਇਹ ਗੰਗਾ ਸਾਗਰ ਨੂਰੇਵਾਲ ਨੂੰ ਵਧਾਇਆ ਵੀ ਇਹਦੇ ਵਿੱਚ ਹੋ ਕੇ ਲਿਆ। ਅੱਛਾ ਜੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਦਿਆਂ ਉਹਨੇ ਥਾਪੀ ਦਿੱਤੀ ਝੋਟੀ ਨੂੰ, ਜੀ। ਉਹਨੇ ਦੁੱਧ ਲਾ ਲਿਆ ਤੇ ਇਹਦੇ ਵਿੱਚ ਫਿਰ ਨੂਰੇ ਮਾਹੀ ਨੇ ਚੋਇਆ, ਇਹਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਨੂੰ ਛਕਾਇਆ। ਹਾਂਜੀ। ਤੇ ਉਹਨਾਂ ਦੇ ਸੰਗੀਆਂ ਨੂੰ। ਤੇ ਫਿਰ ਉਸੇ ਵੇਲੇ ਹੀ ਦੌੜਿਆ ਗਿਆ ਮਾਲਕ ਆਪਣੇ ਰਾਏ ਕੱਲਾ ਜੀ ਨੂੰ ਦੱਸਣ ਜੀ, ਜੀ, ਕਿ ਕੋਈ ਰੱਬ ਦਾ ਨੇਕ ਔਰ ਪਿਆਰਾ ਬੰਦਾ ਆਇਆ ਤੇ ਤੁਸੀਂ ਜ਼ਰੂਰ ਮਿਲੋ ਉਹਨਾਂ ਨੂੰ। ਹਾਂਜੀ। ਅੱਛਾ, ਇੱਕ ਮੈਂ ਇੱਥੇ ਥੋੜ੍ਹੀ ਜਿਹੀ ਹੋਰ ਤਫਸੀਲ ਲੈਣੀ ਚਾਹੁੰਦਾ ਜੀ। ਗੰਗਾ ਸਾਗਰ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਲਈ ਵੀ, ਔਰ ਜਿਨ੍ਹਾਂ ਨੇ ਦੇਖਿਆ ਇਹਦੇ ਵਿੱਚ ਕੁਛ ਕੁ ਬੜੀਆਂ ਮਿਥਿਹਾਸਕ ਗੱਲਾਂ ਜਿਹੀਆਂ ਵੀ ਜੁੜੀਆਂ ਹੋਈਆਂ। ਗੰਗਾ ਸਾਗਰ 'ਚ ਛੇਕ ਆ, ਮੈਂ ਬਹੁਤ ਦੇਖਿਆ। ਕੁਛ ਲੋਕ ਈਵਨ ਮੇਰੇ ਬਜ਼ੁਰਗ ਸਰਦਾਰ ਪ੍ਰਿਥੀ ਸਿੰਘ ਗਿੱਲ ਮੇਰੇ ਪਿਤਾ ਜੀ, ਉਹ ਵੀ ਕਿਹਾ ਕਰਦੇ ਸੀਗੇ, ਕਿਉਂਕਿ ਸਾਦੇ ਲੋਕ ਸੀ ਉਦੋਂ ਨੇ, ਕਿ ਕਰਾ ਮਾਤਾ ਵੀ ਜੀ ਉਹਦੇ 'ਚ ਰੇਤਾ ਪਾਉਂਦਾ ਤਾਂ ਉਹ ਕਿਰ ਜਾਂਦਾ, ਦੁੱਧ ਟਿਕ ਜਾਂਦਾ। ਉਹ ਕੀ ਮਾਜਰਾ ਸੀਗਾ ਜੀ, ਉਹ ਵੀ ਤੁਸੀਂ ਦੱਸੋ। ਹਾਂ, ਇਹਦੇ ਵਿੱਚ ਇਹਦੀ ਬਣਤਰ ਸਭ ਤੋਂ ਵੱਡੀ ਗੱਲ ਤਾਂ ਗੰਗਾ ਸਾਗਰ ਦੀ ਹੈ ਕਿ ਗੁਰੂ ਸਾਹਿਬ ਦੇ ਕਰ ਕਮਲਾਂ ਦੀ ਸ਼ੋਅ ਪ੍ਰਾਪਤ, ਉਹਨਾਂ ਦੇ ਹੱਥ ਲੱਗੇ ਹੋਏ ਨੇ, ਉਹਨਾਂ ਦੀ ਨਿੱਜੀ ਵਰਤੋਂ ਵਿੱਚ ਰਿਹਾ ਹੈ। ਪਤਾ ਨਹੀਂ ਕਿੰਨੀ ਵਾਰੀ ਗੁਰੂ ਸਾਹਿਬ ਨੇ ਇਹਦੇ ਚੋਂ ਜਲ ਪੀਤਾ ਜਾਂ ਦੁੱਧ ਪੀਤਾ, ਆਪਣੇ ਹੱਥ ਉਹਨਾਂ ਦੇ ਆਪਣੇ ਲੱਗੇ ਹੋਏ ਆ। ਸਭ ਤੋਂ ਵੱਡੀ ਇਹਦੀ ਗੱਲ। ਤੇ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਉਹਦੀ ਜਿਹੜੀ ਬਣਤਰ ਹੈ ਜੀ, ਉਹਦੀ ਕਮਾਲ ਦੀ ਇੰਜੀਨੀਅਰਿੰਗ ਕਹਿ ਲਓ, ਮਹਾਰਤ ਨਾਲ ਬਣਿਆ ਉਹ ਧਾਤ ਵਸਤੂ ਹੈ। ਉਹਦੇ ਵਿੱਚ ਮੋਰੀਆਂ ਹੈਗੀਆਂ ਆਲੇ ਦੁਆਲੇ, ਨੀਚੇ ਬੇਸ ਦੇ ਵਿੱਚ ਵੀ ਹੈਗੀਆਂ, ਉੱਪਰ ਵੀ ਜਾਲੀ, ਫਿਕਸਡ ਜਾਲੀ ਪੱਕੀ ਬਣੀ ਹੋਈ ਮੋਰੀਆਂ ਵਾਲੀ। ਤੇ ਟੋਟਲ 288 ਸੁਰਾਖ ਹੈ, 288। ਉਹਦੇ ਵਿੱਚ ਇਹ ਸਹੀ ਗੱਲ ਹੈ ਵੀ ਜਦੋਂ ਰੇਤ ਪਾਓ ਤੇ ਕਿਰਦੀ ਹੈ, ਤੇ ਜਦੋਂ ਤੁਸੀਂ ਦੁੱਧ ਪਾਣੀ ਤਰਲ ਕੋਈ ਵੀ ਪਾਓ ਤੇ ਉਹਦੇ ਵਿੱਚ ਉਹ ਟਿਕ ਜਾਂਦਾ, ਭਰ ਜਾਂਦਾ ਹੈ ਗੰਗਾ ਸਾਗਰ। ਫਿਰ ਜਦੋਂ ਅਸੀਂ ਉਹਨੂੰ ਭਰਦੇ ਹੋਈਏ ਉਤੋਂ ਢੱਕਣਾ ਚੁੱਕ ਕੇ, ਉਦੋਂ ਥੋੜ੍ਹੇ ਥੋੜ੍ਹੇ ਡ੍ਰੌਪਸ ਗਿਰਦੇ ਆ ਜਦੋਂ ਫਿਰ ਜਿਸ ਵੇਲੇ ਵੀ ਪਾਣੀ ਪਾਣਾ ਰੁਕ ਜਾਈਏ, ਉਸੇ ਵੇਲੇ ਉਹ ਟਿਕ ਜਾਂਦਾ ਉੱਥੇ ਔਰ ਭਰ ਜਾਂਦਾ। ਫਿਰ ਜਦੋਂ ਪੂਰਾ ਭਰਿਆ ਵੀ ਹੋਵੇ ਤੇ ਫਿਰ ਟੂਟੀ ਵੱਲੋਂ ਹੀ ਕੱਢਣਾ ਪੈਂਦਾ ਹੈ। ਲੇਕਿਨ ਇੱਥੇ ਮੈਂ ਕਹਾਂਗਾ ਕਿ ਜਿਵੇਂ ਪਹਿਲੇ ਅਰਜ਼ ਕੀਤੀ ਕਿ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਹੋਣਾ ਇਹਦਾ ਸਭ ਤੋਂ ਵੱਡੀ ਗੱਲ ਹੈ, ਔਰ ਇਹਦੀ ਕਮਾਲ ਦੀ ਮਹਾਰਤ ਹੈ। ਇਹ ਹੁਣ ਉਸ ਵੇਲੇ 300-400 ਸਾਲ ਪਹਿਲੇ ਕਿਹਨੇ ਬਣਾਇਆ, ਕਦੋਂ ਬਣਾਇਆ, ਕਿਵੇਂ ਬਣਾਇਆ, ਦਿਮਾਗ ਨਾਲ ਬਣਾਇਆ। ਕਿਉਂਕਿ ਸਾਡਾ ਤੇ ਰਾਏ ਫੈਮਿਲੀ ਦਾ ਇੱਕ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁਬਾਰਕ ਹੱਥਾਂ ਨਾਲ ਭਾਵੇਂ ਮਿੱਟੀ ਦਾ ਪਿਆਲਾ ਦੇ ਦਿੰਦੇ ਨਾ, ਉਹਦਾ ਵੀ ਸਾਡੇ ਮਨ 'ਚ ਇੰਨਾ ਹੀ ਸਤਿਕਾਰ, ਇੱਜ਼ਤ ਔਰ ਪਿਆਰ ਹੋਣਾ ਸੀ। ਸਾਡੇ ਬਹੁਤ ਵੱਡੀ ਗੱਲ ਹੈ ਜੀ, ਅਸੀਂ ਦਿਲੋਂ ਤੁਹਾਡੇ ਰਹਿਣੀ ਆ ਇਸ ਗੱਲ ਲਈ। ਹਾਂਜੀ। ਅੱਛਾ, ਉਸ ਤੋਂ ਬਾਅਦ ਨੂਰੇ ਮਾਹੀ ਨੇ ਆ ਕੇ ਖਬਰ ਦਿੱਤੀ ਮਹਿਲਾਂ ਦੇ ਵਿੱਚ। ਹਾਂਜੀ, ਰਾਏ ਕੱਲਾ ਜੀ ਨੂੰ। ਰਾਏ ਕੱਲਾ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। ਠੀਕ ਹੈ। ਉਹਨਾਂ ਨੇ ਉਹਨਾਂ ਨੂੰ ਪਛਾਣਿਆ ਔਰ ਬਹੁਤ ਹੀ ਸਤਿਕਾਰ ਨਾਲ ਫਿਰ ਸੇਵਾ ਪੁੱਛੀ ਸੀ। ਕਿਤੇ ਇਸ ਤਰ੍ਹਾਂ ਦਾ ਮਤਲਬ ਨਹੀਂ ਦਿਮਾਗ 'ਚ ਆਈ, ਕਿਸ ਤਰ੍ਹਾਂ ਉਹਨਾਂ ਨੇ ਮਤਲਬ ਉਹ ਇਸ ਤਰ੍ਹਾਂ ਦੇ ਇਨਸਾਨ ਸੀ ਕਿ ਜਿਹੜੇ ਪੈਗੰਬਰ ਲੋਕ ਸੀ ਵੈਸੇ, ਕਿਉਂਕਿ ਹਰ ਬੰਦੇ ਤੇ ਡਿਪੈਂਡ ਆ, ਤੁਸੀਂ ਉਹ ਵੀ ਰਿਆਸਤ ਦੇ ਮਾਲਕ ਸੀ ਰਾਏ ਕੱਲਾ ਜੀ ਵੀ, ਉਹਨਾਂ ਨੇ ਕਿਉਂ ਨਾ ਇਹ ਗੱਲ ਸੋਚੀ ਬਈ ਯਾਰ ਇਹ ਤਾਂ ਮਤਲਬ ਇੱਕ ਸੂਬਾ ਸਰਹੰਦ ਜਾਂ ਮੌਕੇ ਦੀ ਹਕੂਮਤ ਦੇ ਦੁਸ਼ਮਣ ਲੋਕ ਆ। ਇਹਦੇ ਬਾਰੇ ਤੁਸੀਂ ਦੱਸੋ। ਬਸ ਦੇਖੋ ਜੀ, ਇਹ ਤਾਂ ਅਸਲ 'ਚ ਤੇ ਰੱਬ ਦੀ ਜ਼ਾਤ ਨੇ ਕੰਮ ਲੈਣਾ ਹੁੰਦਾ ਕਿਸੇ ਤੋਂ, ਔਰ ਹਿੰਮਤ ਔਰ ਤਾਕਤ ਔਰ ਅਕਲ ਸੂਝ-ਬੂਝ ਵੀ ਉਹੀ ਅਤਾ ਕਰਦਾ। ਇਹ ਹਰ ਇਨਸਾਨ ਦੇ ਆਪਣਾ ਇੱਕ ਲੈਵਲ ਹੈ ਸੋਚ ਦਾ ਔਰ ਸੋਚਣ ਦਾ, ਔਰ ਉਸ ਮੌਕੇ ਔਰ ਸਿਚੁਏਸ਼ਨ ਦੇ ਹਿਸਾਬ ਨਾਲ ਰਿਐਕਟ ਕਰਨ ਦਾ। ਹਰ ਇੱਕੋ ਸਿਚੁਏਸ਼ਨ ਦੇ ਵਿੱਚ ਤੁਸੀਂ 4 ਬੰਦੇ ਪਾ ਦਿਓ, ਹਰ ਇੱਕ ਦਾ ਆਪਣਾ ਰਿਐਕਸ਼ਨ ਹੋਊਗਾ। ਤੇ ਮੈਂ ਤਾਂ ਕਹਿੰਦਾ ਅੱਲਾ ਦਾ ਸ਼ੁਕਰ ਹੈ, ਕਿਉਂਕਿ ਇਹ ਜਿਹੜਾ ਇਹ ਵੀ ਕਿਸਮਤ ਔਰ ਨਸੀਬਾਂ ਨਾਲ ਕੋਈ ਘੜੀ ਆਉਂਦੀ ਹੁੰਦੀ ਹੈ, ਕੋਈ ਸੇਵਾ ਦੀ ਜਾਂ ਕੋਈ ਟਾਈਮ ਐਸਾ ਆਉਂਦਾ, ਔਰ ਅੱਲਾਹ ਤਾਲਾ ਨੇ ਇੱਕ ਤਾਂ ਉਹਨਾਂ ਨੂੰ ਇਹ ਹਿੰਮਤ ਦਿੱਤੀ, ਦਲੇਰੀ ਔਰ ਜੁਰਤ, ਬਹੁਤ ਵੱਡੀ ਗੱਲ ਸੀ, ਔਰ ਨੇਕੀ ਦਾ ਕਦਮ ਸੀ। ਮੈਂ ਅਸੀਂ ਸਮਝਦਾ ਕਿ ਇੱਕ ਜ਼ੁਲਮ ਦੇ ਖਿਲਾਫ ਸੀ, ਔਰ ਜ਼ੁਲਮ ਔਰ ਜਿਹੜੀ ਬੇਇਨਸਾਫੀ ਦੀ ਹੱਦ ਹੋ ਗਈ ਹੋਈ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਉਹਨਾਂ ਨੇ ਆਪਣਾ ਤਨ ਜਾਇਦਾਦ ਰਿਆਸਤ ਹੁੰਦੇ ਹੋਇਆਂ
1360 ਪਿੰਡਾਂ ਦੀ ਰਿਆਸਤ ਸੀ। ਉਹਨਾਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਰਿਆਸਤ ਤਾਂ ਇੱਕ ਪਾਸੇ ਛੋਟੀ ਜਿਹੀ ਗੱਲ ਰਹਿ ਜਾਂਦੀ ਹੈ, ਔਰ ਬੱਚਿਆਂ ਦੀ ਵੀ, ਆਪਣੀ ਫੈਮਿਲੀ ਨੂੰ ਵੀ ਉਹਨਾਂ ਨੇ ਦਾਅ 'ਤੇ ਲਾਤਾ, ਕਿਉਂਕਿ ਉਸ ਲਈ ਸੇਵਾ ਕਰਨਾ ਜਾਨ ਤਲੀ 'ਤੇ ਰੱਖ ਕੇ ਕਰਨ ਵਾਲੀ ਗੱਲ ਸੀ। ਇੱਕ ਇੰਡੀਵਿਜੂਅਲ ਨਹੀਂ, ਸਾਰੀ ਫੈਮਿਲੀ ਦੀ ਔਰ ਹਰ ਚੀਜ਼ ਦੀ ਜੋ ਵੀ ਸੀ। ਤੇ ਇਸ ਲਈ ਮੈਂ ਕਹਿੰਦਾ ਕਿ ਉਹ ਬਹੁਤ ਵੱਡਾ ਕਦਮ ਸੀ, ਕਿਉਂਕਿ ਸਾਨੂੰ ਵੀ ਰੱਬ ਦਾ ਹੁਕਮ ਹੈ ਕਿ ਜ਼ਾਲਿਮ ਦੇ ਖਿਲਾਫ ਖੜੇ ਹੋ ਜਾਓ, ਜਿੰਨੀ ਰੱਬ ਨੇ ਤੁਹਾਨੂੰ ਹਿੰਮਤ ਦਿੱਤੀ ਹੈ। ਔਰ ਉਹਨਾਂ ਨੇ ਉਸ ਅਮਲ ਕੀਤਾ ਉਸ ਅੱਲਾ ਦੇ ਹੁਕਮ 'ਤੇ ਕਿ 3 ਚੀਜ਼ਾਂ ਦਾ ਸਾਨੂੰ ਕਿਹਾ ਗਿਆ ਸਾਡੇ ਧਰਮ 'ਚ ਜ਼ਾਲਿਮ ਦੇ ਖਿਲਾਫ, ਕਿ ਤੁਹਾਨੂੰ ਜੇ ਹਿੰਮਤ ਹੈਗੀ ਹੈ ਤੇ ਤੁਸੀਂ ਉਹਦਾ ਵੱਧ ਕੇ ਹੱਥ ਰੋਕੋ। ਠੀਕ ਹੈ ਜੀ। ਤੇ ਜੇ ਉਹ ਤੁਹਾਡੇ 'ਚ ਹਿੰਮਤ ਹੈ ਨਹੀਂ ਤੇ ਫਿਰ ਤੁਸੀਂ ਮੂੰਹੋਂ ਉਹਨੂੰ ਮਾੜਾ ਬੋਲੋ, ਤਾਂ ਕਿ ਦੁਨੀਆ ਦੇਖੇ। ਜੇ ਉਹ ਵੀ ਹਿੰਮਤ ਹੈ ਨਹੀਂ ਤੇ ਤੁਸੀਂ ਦਿਲ ਦੇ ਵਿੱਚ ਉਹਨੂੰ ਮਾੜਾ ਸਮਝੋ ਤੇ ਫਿਰ ਵੀ ਉਹਦਾ ਤੁਸੀਂ ਸਾਥ ਨਹੀਂ ਦੇ ਸਕਦੇ। ਮਜ਼ਲੂਮ ਦਾ ਸਾਥ ਦਿਓ ਜਿੰਨਾ ਤੁਹਾਡੇ 'ਚ ਅੱਲਾ ਨੇ ਹਿੰਮਤ ਦਿੱਤੀ ਹੋਵੇ। ਤੇ ਉਹਨਾਂ ਨੇ ਸਿਰੇ ਲਾਤੀ ਗੱਲ। ਇੱਥੇ ਮਤਲਬ ਹੈ ਕਿ ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੇ ਫਿਰ ਰਾਏ ਕੱਲਾ ਜੀ ਨੇ ਇੱਕ ਹੋਰ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਾਡੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਵਿਛੜ ਗਏ। ਜਦੋਂ ਸੇਵਾ ਪੁੱਛੀ ਇਹਨਾਂ ਦਾ ਆਪਸ ਵਿੱਚ ਮੁਆਮਲਾ ਹੋਈ, ਉਹਨਾਂ ਨੇ ਜਦੋਂ ਸੇਵਾ ਪੁੱਛੀ ਰਾਏ ਕੱਲਾ ਜੀ ਨੇ, ਤੇ ਫਿਰ ਉਹਨਾਂ ਨੇ ਗੁਰੂ ਸਾਹਿਬ ਨੇ ਫਰਮਾਇਆ ਕਿ ਸਾਡੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਵਿਛੜ ਗਏ ਸੀ, ਉਹਨਾਂ ਦਾ ਪਤਾ ਕਰਵਾਓ ਸਰਹੰਦ, ਕਿਉਂਕਿ ਹੈੱਡਕੁਆਟਰ ਸੀ ਗਵਰਨਰ ਦਾ, ਔਰੰਗਜ਼ੇਬ ਦਾ ਜਿਹੜਾ ਗਵਰਨਰ ਸੀ, ਕਿ ਉੱਥੇ ਭੇਜੋ। ਪਰ ਕਹਿਣ ਲੱਗੇ ਵੀ ਇਸ ਭਰੋਸੇ ਵਾਲਾ ਬੰਦਾ ਭੇਜਿਓ, ਕਿਉਂਕਿ ਉਸ ਵੇਲੇ ਗੁਰੂ ਸਾਹਿਬ ਦਾ ਨਾਮ ਲੈਣਾ ਇੱਕ ਜੁਰਮ ਸੀ, ਬਹੁਤ ਵੱਡਾ ਜੁਰਮ ਸੀ, ਤੇ ਖਤਰੇ ਤੋਂ ਖਾਲੀ ਨਹੀਂ ਸੀ। ਕੋਈ ਗੱਲ ਕੌਣ ਕਰੇ, ਰਾਜ ਪੁੱਛਣ ਵਾਲੇ ਕਿੰਨੇ ਕੁ ਮਿਲ ਸਕਦੇ ਸੀ। ਤੇ ਫਿਰ ਰਾਏ ਕੱਲਾ ਜੀ ਨੇ ਨੂਰਾ ਮਾਹੀ ਭੇਜਿਆ ਉੱਥੇ, ਉਹਦੀ ਭੈਣ ਉੱਥੇ ਵਿਆਹੀ ਹੋਈ ਸੀ ਸਰਹੰਦ। ਉਹ ਫਿਰ ਉੱਥੇ ਜਾ ਕੇ ਉਹ ਸਾਰੀ ਖਬਰ ਲੈ ਕੇ ਆਇਆ ਕਿ ਉੱਥੇ ਜੋ ਜੋ ਬੀਤੀ, ਜੋ ਆਪਣਾ ਨਵਾਬ ਸ਼ੇਰ ਮੁਹੰਮਦ ਜਿਹੜੇ ਮਲੇਰਕੋਟਲੇ ਵਾਲੇ, ਉਹਨਾਂ ਨੇ ਵੀ ਹਾ ਦਾ ਨਾਰਾ ਮਾਰਿਆ। ਤੇ ਉਹ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਮਾਤਾ ਗੁਜਰੀ ਜੀ ਵੀ ਅਕਾਲ ਚਲਾਣਾ ਕਰ ਗਏ, ਉਹ ਬਰਦਾਸ਼ਤ ਨਹੀਂ ਕਰ ਸਕੇ, ਬੱਚਿਆਂ ਦਾ ਜਿਹੜਾ ਜ਼ੁਲਮ ਦੀ ਹੱਦ ਹੋ ਗਈ ਸੀ। ਇਹ ਖਬਰ ਵੇ ਨੂਰੇ ਮਾਹੀ ਨੇ ਰਾਏਕੋਟ ਦੀ ਧਰਤੀ 'ਤੇ ਲਿਆ ਕੇ ਦਿੱਤੀ ਆਪਣਾ ਗੁਰੂ ਗੋਬਿੰਦ ਸਿੰਘ। ਉਸ ਵੇਲੇ ਰਾਏ ਕੱਲਾ ਜੀ ਵੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਸੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਸੁਣ ਰਹੇ ਸੀ ਨੂਰੇ ਤੋਂ, ਤੇ ਆਪਣੀ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ ਫੋਲਦੇ ਸੀ ਬੈਠੇ। ਤੇ ਜਦੋਂ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਉਹਨਾਂ ਦੇ ਕੰਨ ਵਿੱਚ ਪਈ, ਤੇ ਉਹਨਾਂ ਨੇ ਉਸੇ ਤੀਰ ਦੀ ਨੋਕ ਨਾਲ ਉਹ ਜੜ ਪੁੱਟੀ ਉਸ ਬੂਟੇ ਦੀ। ਤੇ ਫਿਰ ਉਹਨਾਂ ਨੇ ਫਰਮਾਇਆ ਕਿ ਜ਼ਾਲਿਮ ਤੁਰਕਾਂ ਦਾ ਹੁਣ ਰਾਜ ਪੁੱਟਿਆ ਗਿਆ। ਤੇ ਲੇਕਿਨ ਉਹ ਵੀ ਦੂਜੇ ਪਾਸੇ ਰਾਏ ਕੱਲਾ ਜੀ ਵੀ ਧਨ ਜਾਇਦਾਦ ਰਿਆਸਤ ਦੇ ਮਾਲਿਕ ਸੀ, ਜਿਨ੍ਹਾਂ ਨੇ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕੀਤੀ, ਕਿਸੇ ਚੀਜ਼ ਨੂੰ ਆਪਣੇ ਦਰਮਿਆਨ ਨਹੀਂ ਆਉਣ ਦਿੱਤਾ। ਉਹ ਗੁਰੂ ਸਾਹਿਬ ਦੀ ਸ਼ਾਨ, ਉਹਨਾਂ ਦਾ ਮਕਾਮ, ਉਹਨਾਂ ਦੇ ਜਿਹੜੇ ਮਹਾਨਤਾ, ਸਿਰਫ ਉਹਨੂੰ ਮੁੱਖ ਰੱਖਿਆ ਔਰ ਉਹਨਾਂ ਦੀ ਸੇਵਾ ਨੂੰ ਮੁੱਖ ਰੱਖਿਆ। ਇਸ ਤੋਂ ਪ੍ਰਸੰਨ ਹੋ ਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਖੁਸ਼ ਹੋ ਕੇ ਆਪਣੇ ਹੱਥਾਂ ਨਾਲ ਉਹ ਆਪਣੀ ਨਿਸ਼ਾਨੀ ਬਖਸ਼ੀ, ਜਿਹੜੀ ਸਾਡੇ ਲਈ ਉਹਨਾਂ ਨੂੰ ਬਖਸ਼ਿਆ। ਜਾਣ ਲੱਗੇ ਜਦੋਂ ਉੱਥੋਂ ਰਾਏਕੋਟ ਤੋਂ ਜਾਣ ਲੱਗੇ, ਕਿਉਂਕਿ ਰਾਏਕੋਟ ਦੀ ਇਹ ਰਿਆਸਤ ਹੈ। ਅੱਗੇ ਰਾਏਕੋਟ ਸ਼ਹਿਰ ਹੈ, ਅੱਗੇ ਲੰਮੇ ਜੱਟਪੁਰੇ ਵੀ 5-6 ਕਿਲੋਮੀਟਰ। ਮੇਰਾ ਅਗਲਾ ਕੁਐਸਚਨ ਸੀਗਾ ਕਿ ਉੱਥੇ ਥੋੜਾ ਜਿਹਾ ਇੱਕ ਨਾ ਦੁਬਿਧਾ ਜੀ ਬਣੀ ਹੋਈ ਸੀਗੀ ਮੇਰਾ ਖਿਆਲ, ਕਿਉਂਕਿ ਜ਼ਿਆਦਾ ਦੂਰ ਨਹੀਂ ਜੱਟਪੁਰਾ ਰਾਏਕੋਟ ਜੀ, 5-6-7 ਕਿਲੋਮੀਟਰ ਹੋਣਾ ਹੈ, ਇੰਨਾ ਹੀ ਹੋਣਾ। ਕੁਛ ਲੋਕ ਉੱਥੇ ਵੀ ਕਹਿੰਦੇ ਆ, ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਜੀ? ਉਹਦੇ ਵਿੱਚ ਜਿਹੜਾ ਅਸੀਂ ਸੁਣਿਆ ਉਹ ਤਾਂ ਕਿ ਰਾਏਕੋਟ ਦੀ ਤਸ਼ਰੀਫ ਲੈ ਗੁਰੂ ਗੋਬਿੰਦ ਸਿੰਘ ਜਦੋਂ ਨੂਰਾ ਮਾਹੀ ਮਿਲਿਆ। ਫਿਰ ਕੁਛ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਵਿਦਾਇਗੀ ਹੋਈ ਹੈ, ਜਦੋਂ ਗਏ ਹੈ, ਉਦੋਂ ਲੰਮੇ ਜੱਟਪੁਰੇ ਤੋਂ ਗਏ ਹੈ, ਕਿਉਂਕਿ ਰਾਏਕੋਟ ਔਰ ਲੰਮੇ ਜੱਟਪੁਰੇ ਇਹ ਰਿਆਸਤ ਰਾਏ ਕੱਲਾ ਜੀ ਦਾ ਹੀ ਸਾਰੀ ਜੂਝ ਸੀ, ਸਾਰਾ ਇਲਾਕਾ ਹੀ ਉਹਨਾਂ ਦਾ ਸੀ। ਤੇ ਜਦੋਂ ਅਸੀਂ ਇਹ ਕਹੀਏ ਵੀ ਰਾਏਕੋਟ ਔਰ ਰਿਆਸਤ 'ਚ ਆਏ, ਇੱਥੋਂ ਹੀ ਗਏ, ਤੇ ਫਿਰ ਸਾਡੇ ਲਈ ਤਾਂ ਇੱਕੋ ਜਿਹੇ ਇਹਤਰਾਮ ਦੀ ਔਰ ਇੱਜ਼ਤ ਦੀ ਔਰ ਮਾਣ ਦੀ ਗੱਲ ਹੈ, ਰਾਏਕੋਟ ਵੀ ਔਰ ਲੰਮੇ ਜੱਟਪੁਰੇ ਵੀ। ਹਾਂਜੀ, ਅੱਛਾ, ਅੱਗੇ ਜੇ ਆਪਾਂ ਗੱਲ ਕਰੀਏ ਗੁਰੂ ਸਾਹਿਬ ਨੇ ਜਦੋਂ ਬਖਸ਼ਿਸ਼ਾਂ ਕੀਤੀਆਂ, ਸੁਣਨ 'ਚ ਆਇਆ, ਤੁਸੀਂ ਵੀ ਦੱਸੋ ਉਹਦੇ ਬਾਰੇ ਤਫਸੀਲ 'ਚ, ਕਿ 3 ਚੀਜ਼ਾਂ ਸੀ। ਇੱਕ ਤਾਂ ਗੰਗਾ ਸਾਗਰ ਸੀਗਾ ਜੀ, ਇੱਕ ਤਾਂ ਗੰਗਾ ਸਾਗਰ ਦੱਸੋ ਵੀ ਗੰਗਾ ਸਾਗਰ ਕਿਉਂ ਕਹਿੰਦੇ ਆ ਗੰਗਾ ਸਾਗਰ? ਅੱਛਾ, ਅਸੀਂ ਤਾਂ ਹੁਣ ਮੇਰੀ ਤਾਂ 1951 ਦੀ ਪੈਦਾਇਸ਼ ਹੈ। ਤੇ ਮੇਰੀ ਪਾਕਿਸਤਾਨ ਬਣਨ ਤੋਂ ਬਾਅਦ ਦੀ 4 ਸਾਲ ਬਾਅਦ। ਤੇ ਮੇਰੇ ਬਜ਼ੁਰਗ ਮੇਰੇ ਦਾਦਾ ਜੀ ਸੀ ਖਾਨ ਬਹਾਦਰ ਰਾਏ ਅਨਾਇਤ ਖਾਨ, ਉਹ ਆਨਰੀ ਮੈਜਿਸਟ੍ਰੇਟ ਵੀ ਸੀ, ਸਬ ਰਜਿਸਟਰਾਰ ਵੀ ਸੀ ਸਾਰੀ ਤਹਿਸੀਲ ਦੇ ਉਦੋਂ। ਤੇ ਉਦੋਂ ਜਗਰਾਓਂ ਤੇ ਰਾਏਕੋਟ ਇੱਕੋ ਹੀ ਤਹਿਸੀਲ ਹੁੰਦਾ ਸੀ। ਇਹ ਸਾਰੀ ਦੇ ਸਬ ਰਜਿਸਟਰਾਰ ਸੀ, ਆਨਰੀ ਮੈਜਿਸਟ੍ਰੇਟ ਸੀ।
ਤੇ ਹਰ ਸਾਲ ਉਹ ਗੰਗਾ ਸਾਗਰ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਹੁੰਦੇ ਸੀ। ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਜਲੂਸ ਦੀ ਸ਼ਕਲ 'ਚ ਆਉਂਦੀ ਸੀ ਸੰਗਤ। ਤੇ ਦੂਸਰੀਆਂ ਤੁਸੀਂ ਚੀਜ਼ਾਂ ਪੁੱਛੀਆਂ, ਇਹਦੇ ਨਾਲ ਗੰਗਾ ਸਾਗਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸ੍ਰੀ ਸਾਹਿਬ ਸੀ ਔਰ ਇੱਕ ਰੇਲ ਸੀ। ਅਸੀਂ ਮੁਸਲਮਾਨ ਕੁਰਾਨ ਸ਼ਰੀਫ ਰੱਖ ਕੇ ਉੱਤੇ ਪੜ੍ਹਦੇ ਹਾਂ। ਉਹ ਲੱਕੜੀ ਦਾ ਸਟੈਂਡ ਹੁੰਦਾ, ਉਹ ਬੰਦ ਹੋ ਇਸ ਤਰ੍ਹਾਂ ਹੁੰਦਾ, ਬੰਦ ਹੋ ਜਾਂਦਾ ਅਤੇ ਸਿੱਖ ਧਰਮ ਦੇ ਵਿੱਚ ਪੋਥੀ ਧਰ ਕੇ ਪੜ੍ਹਨ ਲਈ ਯੂਜ਼ ਹੁੰਦੀ ਹੈ। ਇਹ 3 ਚੀਜ਼ਾਂ ਬਖਸ਼ੀਆਂ ਸੀ ਉਹਨਾਂ ਨੇ। ਤੇ ਜਿਹੜੀ ਆਪਣਾ ਰੇਲ ਸੀ ਲੱਕੜੀ ਦਾ ਹੋਣ ਕਾਰਨ ਇੰਨਾ ਦੇਰ ਸੁਰੱਖਿਅਤ ਨਹੀਂ ਰਹਿ ਸਕੀ, ਬਿਕੋਜ਼ ਅੱਜ ਹੋ ਕਈ ਢੰਗ ਹੈਗੇ ਚੀਜ਼ਾਂ ਨੂੰ ਸੰਭਾਲਣ ਦੇ, ਪਰ ਉਦੋਂ ਇੰਨਾ ਨਹੀਂ, ਮੇਰਾ ਖਿਆਲ ਇੰਨਾ ਅਵੇਅਰਨੈਸ ਨਹੀਂ ਸੀ, ਉਨੀ ਫੈਸਿਲਿਟੀਜ਼ ਹੈ ਨਹੀਂ ਸੀ ਅਤੇ ਉਹ ਨਹੀਂ ਰਹਿ ਸਕੀ। ਲੇਕਿਨ ਜਿਹੜੀ ਸ੍ਰੀ ਸਾਹਿਬ ਸੀ ਇਹ 1854 ਦੇ ਵਿੱਚ 1854 'ਚ ਅੰਗਰੇਜ਼ਾਂ ਨੇ ਆਪਣੀ ਹਕੂਮਤ ਦੇ ਜ਼ੋਰ 'ਤੇ ਸਾਡੇ ਇੱਕ ਬਜ਼ੁਰਗ ਤੋਂ ਲੈ ਲਈ ਸੀ। ਅਤੇ ਬਿਕੋਜ਼ ਤੁਸੀਂ ਆਪ ਵੀ ਦੇਖਿਆ, ਸਭ ਨੂੰ, ਸਾਰੀ ਦੁਨੀਆ ਨੂੰ ਪਤਾ ਹੈ ਵੀ ਕਿਵੇਂ ਮਿਊਜ਼ੀਅਮ ਇਹਨਾਂ ਨੇ ਭਰੇ ਹੈ। ਬ੍ਰਿਟਿਸ਼ ਮਿਊਜ਼ੀਅਮ ਹੋਵੇ, ਹੋਰ ਕਿਤੇ ਹੋਣ, ਸਾਰੀ ਤੁਹਾਡੀ ਫੈਮਿਲੀ ਦੀ ਕੰਸੈਂਟ ਤੋਂ ਬਿਨਾਂ ਮਤਲਬ ਧੱਕੇ ਨਾਲ ਹਾਂ ਉਹਨਾਂ ਨੇ ਮਤਲਬ ਉਹਨਾਂ ਦਾ, ਕਿਉਂਕਿ ਉਹ ਤੁਹਾਨੂੰ ਪਤਾ ਕਿ ਉਸਲੇ ਰਾਜ ਉਹਨਾਂ ਦਾ ਔਰ ਉਹਨਾਂ ਦਾ ਦਬਦਬਾ ਉਹਨਾਂ ਦੀ ਸੀ। ਉਹਨਾਂ ਨੂੰ ਪਤਾ ਲੱਗਿਆ ਸਾਡੇ ਕੋਲ ਉਹ 2 ਚੀਜ਼ਾਂ ਸੀਗੀਆਂ। ਇੱਕ ਚੀਜ਼ ਉਹਨਾਂ ਨੇ ਮਤਲਬ ਖਵਾਹਿਸ਼ ਕਰ ਦਿੱਤੀ, ਮਤਲਬ ਜ਼ਬਰਦਸਤੀ ਫਿਰ ਲਿਖ ਲੈਂਦੇ ਸੀ ਇਸ ਤਰੀਕੇ ਨਾਲ ਕਿ ਐਜ਼ ਇਫ ਇਟ ਹੈਜ਼ ਬੀਨ ਪ੍ਰੈਜ਼ੈਂਟਡ, ਬਿਕੋਜ਼ ਉਹ ਦੂਰ ਦੀ ਸੋਚਦੇ ਸੀ ਅਤੇ ਕਿ ਕੱਲ੍ਹ ਨੂੰ ਕੋਈ ਕਲੇਮ ਨਾ ਕਰੇ। ਲਿਖਿਆ, ਕਿਉਂਕਿ ਮੈਨੂੰ ਬਾਅਦ 'ਚ ਕਿਸੇ ਨੇ ਕੋਈ ਡਾਕੂਮੈਂਟਸ ਭੇਜੇ ਇੰਗਲੈਂਡ ਤੋਂ, ਉਹਦੇ ਵਿੱਚ ਲਿਖਿਆ 1954 ਦੇ ਵਿੱਚ ਕਿ ਇਹਨਾਂ ਨੇ ਜੀ ਪ੍ਰੈਜ਼ੈਂਟ ਕਰਤੀ ਵਾਇਸਰੋਏ ਜਾਂ ਕੁਈਨ ਨੂੰ ਅੱਗੇ ਭੇਜਣ ਨੂੰ ਇੰਗਲੈਂਡ ਵਾਸਤੇ। ਉਹ ਮੈਨੂੰ ਕਾਪੀਆਂ ਭੇਜੀਆਂ ਕਿਸੇ ਨੇ। ਅੱਛਾ ਜੀ, ਸ੍ਰੀ ਸਾਹਿਬ ਬਾਰੇ ਇੱਕ ਹੋਰ ਗੱਲ ਬੜੀ ਹੈਗੀ ਆ, ਕਨਫਿਊਜ਼ਨ ਆ ਸਿੱਖ ਜੱਗ ਦੇ ਵਿੱਚ, ਸਾਨੂੰ ਜ਼ਰੂਰ ਕਲੀਅਰ ਕਰੋ ਕਿ ਇੱਕ ਵੰਸ਼ ਜਦੋਂ ਅੱਗੇ ਰਾਏ ਕੱਲਾ ਜੀ ਦੀ ਔਲਾਦ ਆਈ ਗਈ ਤਾਂ ਕਿਸੇ ਦਾ ਉਹਦੇ ਨਾਲ ਮਤਲਬ ਹੋ ਗਿਆ ਸੀਗਾ, ਕਿਸੇ ਦੇ ਲੱਗ ਵੀ ਗਈ ਸੀ, ਉਹਦੇ ਬਾਰੇ ਜ਼ਰੂਰ। ਹਾਂ, ਰਾਏ ਕੱਲਾ ਜੀ ਦਾ ਜਿਹੜਾ ਬੇਟਾ ਸੀ ਉਹਨਾਂ ਦਾ ਨਾਂ ਸੀ ਮੁਹੰਮਦ। ਅੱਛਾ ਜੀ। ਉਹਨਾਂ ਦਾ ਪੋਤਾ ਸੀ ਰਾਏ ਇਲਿਆਸ। ਅੱਛਾ। ਅਤੇ ਰਾਏ ਇਲਿਆਸ ਜਦੋਂ 21-22 ਸਾਲ ਦੀ ਉਮਰ ਸੀ, ਜਦੋਂ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਸਾਹਿਬ ਦਿੱਤੀ ਸੀ ਨਾ ਜੀ ਔਰ ਗੰਗਾ ਸਾਗਰ, 3 ਚੀਜ਼ਾਂ ਦਿੱਤੀਆਂ, ਉਹਨਾਂ ਨੇ ਕਿਹਾ ਸੀ ਕਿ ਇਹਨੂੰ ਸਤਿਕਾਰ ਨਾਲ ਇਹਨਾਂ ਨੂੰ ਰੱਖਣਾ ਹੈ ਤੁਹਾਡਾ। ਅਤੇ ਮੈਂ ਤੁਹਾਨੂੰ ਉਸ ਵੇਲੇ ਜਦੋਂ ਗੱਲ ਕਰਦਾ, ਜਦੋਂ ਉਹਨਾਂ ਨੇ ਜੜ ਪੁੱਟੀ ਸੀ ਨਾ ਕਾਹੀ ਦੇ ਬੂਟੇ ਦੀ ਔਰ ਜ਼ਾਲਿਮ ਤੁਰਕਾਂ ਦੇ ਰਾਜ ਦੀ ਪੁੱਟਣ ਦੀ ਗੱਲ ਹੋਈ, ਜਦੋਂ ਗੱਲ ਨੂਰਮਾਈ ਨੇ ਸੁਣਾਈ ਸੀ, ਉਦੋਂ ਰਾਏ ਕੱਲਾ ਜੀ ਵੀ ਪਰੇਸ਼ਾਨ ਹੋਏ ਕਿ ਮੈਂ ਵੀ ਮੁਸਲਮਾਨ ਹੈਗਾ। ਅਤੇ ਕਿ ਮੇਰਾ ਹੁੰਦਾ ਫਿਕਰ ਪੈ ਜਾਂਦਾ। ਅਤੇ ਉਦੋਂ ਉਹਨਾਂ ਨੇ ਜਦੋਂ ਗੁਰੂ ਗਾਸ ਮੂੰਹੋਂ ਗੱਲ ਸੁਣੀ ਤਾਂ ਉਹਨਾਂ ਨੂੰ ਥੋੜ੍ਹੀ ਪਰੇਸ਼ਾਨੀ ਹੋਈ। ਅਤੇ ਫਿਰ ਉਹ ਰਾਏ ਕੱਲਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਮੇਰੇ ਲਈ ਤੁਸੀਂ ਇਹ ਗੱਲ ਕੀਤੀ, ਮਿਹਰਬਾਨੀ। ਉਹਨਾਂ ਨੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਦੁਆ ਦਿੱਤੀ। ਉਹਨਾਂ ਨੇ ਕਿਹਾ ਤੁਸੀਂ ਬਾਬਾ ਗੁਰੂ ਨਾਨਕ ਜੀ ਦੇ ਪੰਥ ਦੇ ਤੁਸੀਂ ਸੇਵਕ ਹੋ, ਤੁਸੀਂ ਸੇਵਾ ਕੀਤੀ ਹੈ, ਤੁਹਾਨੂੰ ਤੱਤੀ ਹਵਾ ਨਹੀਂ ਲੱਗੂਗੀ, ਤੁਸੀਂ ਸਤਿਕਾਰ ਪਿਆਰ ਨਾਲ ਰੱਖਣੀ ਹਰ ਚੀਜ਼ ਜੋ ਤੁਹਾਨੂੰ ਅਸੀਂ ਦਿੱਤੀ ਹੈ। ਅੱਛਾ, ਔਰ ਤਲਵਾਰ ਦੇ ਬਾਰੇ ਵਿੱਚ ਵੀ ਜਿਹੜੀ ਸਾਡੀ ਫੈਮਿਲੀ ਦੇ ਵਿੱਚ ਗੱਲ ਆਉਂਦੀ ਹੈ, ਅਸੀਂ ਇਹ ਸੁਣਿਆ ਕਿ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਤੁਸੀਂ ਅੰਗੀਕਾਰੀ ਨਹੀਂ ਕਰਨਾ, ਇਹਨੂੰ ਪਾਉਣਾ ਨਹੀਂ, ਇਹਨੂੰ ਯੂਜ਼ ਨਹੀਂ ਕਰਨਾ ਆਮ ਕਿਸੇ ਇਸਤੇਮਾਲ ਲਈ, ਸਿਵਾਏ ਇਸ 'ਤੇ ਜਦੋਂ ਤੁਹਾਡੇ 'ਤੇ ਕੋਈ ਹਮਲਾ ਹੋਵੇ, ਸਿਰਫ ਹਮਲੇ ਡਿਫੈਂਸ ਲਈ, ਅਦਰਵਾਈਜ਼ ਇਹਨੂੰ ਤੁਸੀਂ ਇਹਨੂੰ ਇਸਤੇਮਾਲ ਨਹੀਂ ਕਰਨਾ, ਸਤਿਕਾਰ ਨਾਲ ਰੱਖਣਾ। ਅਤੇ ਰਾਏ ਕੱਲਾ ਜੀ ਦਾ ਪੋਤਾ ਸੀ ਰਾਏ ਇਲਿਆਸ, ਉਹਨਾਂ ਦੀ 21-22 ਸਾਲ ਉਮਰ ਸੀ। ਇਹ ਰਾਏ ਕੱਲਾ ਜਿਨ੍ਹਾਂ ਨੇ ਸੇਵਾ ਕੀਤੀ ਸੀ, ਉਹਨਾਂ ਦੇ ਬੇਟੇ ਦਾ ਨਾਮ ਮੁਹੰਮਦ ਸੀ, ਇਹ ਪੋਤੇ ਦਾ ਨਾਂ ਸੀ ਰਾਏ ਇਲਿਆਸ। ਅਤੇ ਉਹਨਾਂ ਨੇ ਉਹ ਸ਼ਿਕਾਰ ਖੇਲਣ ਦਾ ਸ਼ੌਕ ਸੀ, ਉਹੀ ਸ੍ਰੀ ਸਾਹਿਬ ਨਾਲ ਲੈ ਕੇ ਸ਼ਿਕਾਰ 'ਤੇ ਚਲੇ। ਅਤੇ ਉਹ ਰਸਤੇ ਦੇ ਵਿੱਚ ਉਹ ਹਿਰਨ ਨਿਕਲਿਆ ਕਿਤੋਂ ਜੰਗਲ 'ਚੋਂ, ਘੋੜਾ ਵੀ ਤਪ ਕੇ ਉਹਨੇ ਸ੍ਰੀ ਸਾਹਿਬ ਨਾਲ ਲਟਕਾਈ ਹੋਈ ਸੀ ਘੋੜੇ ਦੇ ਨਾਲ। ਉਹ ਸ੍ਰੀ ਸਾਹਿਬ ਨਾਲ ਉਹਨਾਂ ਦਾ ਪੈਰ ਰਕਾਬ 'ਚੋਂ ਨਿਕਲਿਆ, ਸ੍ਰੀ ਸਾਹਿਬ ਨਾਲ ਉਹ ਜ਼ਖਮੀ ਹੋਏ ਔਰ ਉਸੇ ਜ਼ਖਮਾਂ ਨਾਲ ਉਹਨਾਂ ਦੀ ਡੈਥ ਹੋ ਗਈ ਸੀ। ਇਹ ਹਕੀਕਤ ਹੈ, ਇਹ ਸਾਡੀ ਫੈਮਿਲੀ ਦੇ ਵਿੱਚ ਅਸੀਂ ਸਾਡੇ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਹੋਈ ਹੈ। ਅਤੇ ਕਿਉਂਕਿ ਅੱਜ ਸਾਨੂੰ ਅਹਿਸਾਸ ਹੁੰਦਾ ਕਿ ਬਜ਼ੁਰਗਾਂ ਦਾ ਕਹਿ ਦੇਣਾ ਉਹਦਾ ਕਈ ਵਾਰੀ ਇਨਸਾਨ ਦੇ ਸਿਰ ਤੋਂ ਲੰਘ ਜਾਂਦੀ ਹੈ। ਪਰ ਉਮਰ ਐਸੀ 21-22 ਸਾਲ ਉਮਰ ਸੀ ਉਹਨਾਂ ਦੀ। ਉਹਨਾਂ ਦੀ ਸ਼ਾਦੀ ਨੂੰ ਵੀ ਸਿਰਫ 6 ਮਹੀਨੇ ਹੋਏ ਸੀ ਜਦੋਂ ਇਹ ਉਹਨਾਂ ਦੀ ਡੈਥ ਹੋ ਗਈ। ਅਤੇ ਇਹ ਉਦੋਂ ਫਿਰ
ਉਸੇ ਤਲਵਾਰ ਨਾਲ ਉਹ ਖੰਡੇ ਨਾਲ ਜ਼ਖਮੀ ਹੋਏ ਸੀ ਸ੍ਰੀ ਸਾਹਿਬ ਨਾਲ ਜੀ। ਠੀਕ ਹੈ। ਤੇ ਉਹ ਫਿਰ ਉਹ ਇਹਦਾ ਮਤਲਬ ਇਹ ਗੱਲ ਸੱਚੀ ਹੈ। ਹਾਂਜੀ। ਅੱਛਾ, ਇਸ ਦੇ ਨਾਲ ਮੈਂ ਇੱਕ ਹੋਰ ਚੱਲ ਰਿਹਾ ਕਿ ਤੁਹਾਡੀ ਰਾਏ ਕੱਲਾ ਸਾਹਿਬ ਤੋਂ ਅੱਗੇ ਜਿਹੜੀ ਪੀੜ੍ਹੀ ਦਰ ਪੀੜ੍ਹੀ ਇੱਕ ਹੀ ਆ ਰਹੇ ਜੀ, ਤੁਸੀਂ ਮਤਲਬ ਇੱਕੋ ਹੀ ਹੋਇਆ? ਹਾਂ ਬਿਲਕੁਲ ਜੀ, 9 ਪੀੜ੍ਹੀ ਮੇਰੀ 9ਵੀਂ ਪੀੜ੍ਹੀ ਹੈ। ਹਾਂਜੀ। ਇਹਦੇ ਚੋਂ 8 ਪੀੜ੍ਹੀਆਂ ਐਸੀਆਂ ਹੈਗੀਆਂ ਜਿਹਦੇ 'ਚ ਇੱਕ ਪੁੱਤਰ ਹੈ ਘਰ ਦੇ ਵਿੱਚ। ਅੱਛਾ ਜੀ। ਬੇਟੀਆਂ 1 ਜਾਂ 2 ਹੋਈਆਂ ਤੇ ਕਈਆਂ ਦਾ ਪੁੱਤਰ ਵੀ ਇੱਕੋ ਹੀ ਸੀ। ਰਾਏ ਕੱਲੇ ਦਾ ਪੁੱਤਰ ਇੱਕੋ ਹੀ ਸੀ, ਰਾਏ ਮੁਹੰਮਦ, ਰਾਏ ਇਲਿਆਸ। ਜੇ ਤੁਹਾਨੂੰ ਨਾਮ ਯਾਦ ਆ ਤਾਂ ਮਾੜਾ ਜਿਹਾ ਪਲੀਜ਼ ਜ਼ਰੂਰ ਦੱਸ ਦਿਓ ਜੀ। ਹਾਂਜੀ, ਰਾਏ ਕੱਲਾ ਹੋ ਗਏ ਪਹਿਲੇ ਤਾਂ ਰਾਏ ਕੱਲਾ 1, ਰਾਏ ਕੱਲਾ 2। ਅੱਛਾ, ਰਾਏ ਕੱਲਾ ਉਹ ਤਾਂ 1 ਉਹਦੇ 17 ਪੀੜ੍ਹੀਆਂ ਚਲੀਆਂ ਜਾਂਦੀਆਂ ਪਿੱਛੇ। ਅੱਛਾ। ਕਿਉਂਕਿ ਮੈਨੂੰ ਜਦੋਂ ਇੱਕ ਵਾਰੀ ਮੈਨੂੰ ਕਿਸੇ ਨੇ ਪੁੱਛਿਆ ਕਿ ਜੀ ਆਪਣਾ ਸ਼ਜਰਾ ਫੈਮਿਲੀ ਦਾ, ਜੀ। ਇੰਗਲੈਂਡ ਦੇ ਇੱਕ ਆਪਣਾ ਦੇਸ਼ ਪ੍ਰਦੇਸ਼ ਦੇ ਸੀ ਪੁਰੇਵਾਲ ਐਡੀਟਰ, ਉਹਨਾਂ ਦੀ ਡੈਥ ਹੋ ਗਈ। ਉਹ ਆਏ ਲਾਹੌਰ। ਅੱਛਾ ਜੀ। ਤੇ ਮੈਨੂੰ ਉਹਨਾਂ ਨੂੰ ਪਹਿਲੀ ਵਾਰੀ ਕਿਸੇ ਨੇ ਦੱਸਿਆ ਕਿ ਰਾਏਕੋਟ ਤੇ ਲਾਹੌਰ ਰਹਿੰਦੇ ਸੀ, ਜਿਮਖਾਨਾ ਕਲੱਬ ਹੈਗਾ ਸਾਡਾ, ਅਸੀਂ ਗੋਲਫ ਵੀ ਉੱਥੇ ਖੇਡਦੇ ਹਾਂ। ਮੈਂ ਮੈਂਬਰ ਹੈਗਾ ਉੱਥੇ। ਵਾਕ ਕਰਨ ਆਉਂਦੇ ਸੀ ਉੱਥੇ। ਉਹਨਾਂ ਨੂੰ ਉੱਥੇ ਇੱਕ ਬਜ਼ੁਰਗ ਮਿਲੇ, ਡਾਕਟਰ ਸਾਹਿਬ, ਬੜੇ ਬਹੁਤ ਹੀ ਪਿਆਰ ਵਾਲੇ ਸੀ। ਉਹ ਮਿਲੇ, ਉਹ ਕਹਿੰਦੇ ਸਰਦਾਰ ਸਾਹਿਬ ਤੁਸੀਂ ਲੰਡਨ ਤੋਂ ਆਏ ਹੋ? ਗੱਲਾਂ ਗੁੱਲਾਂ ਕਰਦੇ ਰਹੇ। ਉਹਨਾਂ ਨੇ ਕਿਹਾ ਜੀ ਕਿ ਰਾਏ ਸਾਹਿਬ ਸਾਡੇ ਹੈਗੇ ਇੱਥੇ, ਗੋਲਫ ਵੀ ਖੇਡਦੇ ਆ ਸਾਡੇ। ਮੈਂ ਤਾਂ ਉਹਨਾਂ ਤੋਂ ਬਹੁਤ ਛੋਟਾ ਸੀ ਡਾਕਟਰ ਸਾਹਿਬ ਤੋਂ। ਤੇ ਉਹਨੇ ਕਿਹਾ ਤੁਹਾਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਹੈਗੀ ਉਸ ਫੈਮਿਲੀ ਕੋਲ, ਰਾਏ ਅਜ਼ੀਜ਼ੁੱਲਾ ਕੋਲ। ਤੇ ਉਹ ਤਰਸੇਮ ਪੁਰੇਵਾਲ ਨੇ ਮੇਰੇ ਕੋਲੋਂ ਟਾਈਮ ਮੰਗ ਲਿਆ ਕਿ ਮੈਂ ਮਿਲਣਾ ਚਾਹੁੰਦਾ। ਉਹ ਮੈਨੂੰ ਮਿਲੇ ਤੇ ਗੱਲਾਂ ਸਾਰੀਆਂ ਹੋਈਆਂ। ਤੇ ਮੈਨੂੰ ਕਹਿੰਦੇ ਜੀ ਕਿ ਇੰਡੀਆ ਪਾਕਿਸਤਾਨ 'ਚ ਤਾਂ ਲੋਕੀ ਸਟੋਰੀਆਂ ਲਿਖ ਦਿੰਦੇ ਹੈ, ਬਟ ਇੰਗਲੈਂਡ ਦੇ ਵਿੱਚ ਜਾ ਕੇ ਮੇਰਾ ਰਸਾਲਾ ਹੈ, ਮੈਂ ਉੱਥੇ ਜੇ ਕੋਈ ਚੀਜ਼ ਲਿਖਣੀ ਤਾਂ ਆਈ ਵਾਂਟ ਸੋਲਿਡ ਪ੍ਰੂਫ ਕਿ ਰਿਟਨ ਬੁੱਕਸ ਦੇ ਵਿੱਚ ਰੈਫਰੈਂਸ ਚਾਹੀਦੀ ਮੈਨੂੰ ਕੋਈ। ਤੇ ਆਪਣੇ ਫੈਮਿਲੀ ਦਾ ਜੇ ਹੋ ਸਕੇ ਤੁਸੀਂ ਕੋਈ 5-6 ਬਜ਼ੁਰਗਾਂ ਦਾ ਕੋਈ ਸ਼ਜਰਾ, ਕੋਈ ਜਿਹੜਾ ਫੈਮਿਲੀ ਟਰੀ ਹੈ, ਫੈਮਿਲੀ ਟਰੀ ਪਿਛੋਕੜ ਜਿਹੜਾ, ਉਹ ਤੁਸੀਂ ਉਹਦੇ ਬਾਰੇ 'ਚ ਮੈਨੂੰ ਜ਼ਰੂਰ ਦੱਸੋ ਜੀ। ਤੇ ਮੈਂ ਆਪਣੇ ਕੋਈ ਬਜ਼ੁਰਗਾਂ ਨੂੰ ਮੈਂ ਕਿਹਾ ਜੀ ਮੈਂ ਪਤਾ ਕਰਕੇ ਦੱਸੂਗਾ। ਤੇ ਮੈਂ ਕੁਝ ਬਜ਼ੁਰਗਾਂ ਨੂੰ ਪੁੱਛਿਆ ਤੇ ਮੈਨੂੰ ਉਹ ਕਹਿਣ ਲੱਗੇ, ਕਈਆਂ ਨੂੰ 5-6 ਨਾਮ ਤਾਂ ਯਾਦ ਸੀ, ਹੁਣ ਇਸ ਤੋਂ ਜ਼ਿਆਦਾ ਨਹੀਂ ਸੀ। ਤੇ ਮੈਨੂੰ ਕਿਸੇ ਨੇ ਕਿਹਾ ਜੀ ਕਿ ਪੰਜਾਬ ਪਬਲਿਕ ਲਾਇਬ੍ਰੇਰੀ ਹੈ ਲਾਹੌਰ ਦੇ ਵਿੱਚ, 1883 ਦੀ ਬਣੀ ਹੋਈ ਹੈ, ਕਿ ਉੱਥੇ ਤੁਸੀਂ ਰਿਕਾਰਡ, ਬੜੇ ਅੰਗਰੇਜ਼ਾਂ ਨੇ ਆਪਣੇ ਵੇਲੇ ਵਿੱਚ ਜਦੋਂ ਹਕੂਮਤ ਚਲਾਈ ਉਹ ਰਿਕਾਰਡ ਰੱਖਦੇ ਸੀ ਪੁਰਾਣੀ ਇਨਫਲੂਐਂਸ਼ੀਅਲ ਫੈਮਿਲੀਜ਼ ਦਾ, ਉਹਨਾਂ ਦੀ ਬੈਕਗਰਾਊਂਡ ਦਾ, ਉਹਨਾਂ ਦੀ ਹਿਸਟਰੀ ਦਾ। ਫਿਰ ਉਹ ਫੈਮਿਲੀ ਟਰੀ ਵੀ ਕਈ ਵਾਰੀ ਜ਼ਿਕਰ ਕਰਦੇ ਹੁੰਦੇ ਸੀ, ਉਹ ਤੁਸੀਂ ਪਤਾ ਕਰੋ। ਮੈਂ ਉੱਥੇ ਗਿਆ ਪੰਜਾਬ ਪਬਲਿਕ ਲਾਇਬ੍ਰੇਰੀ। ਤੇ ਮੈਨੂੰ ਉੱਥੇ ਦੇ ਚੀਫ ਲਾਇਬ੍ਰੇਰੀਅਨ ਨੂੰ ਮੈਂ ਦੱਸਿਆ ਤੇ ਮੈਨੂੰ ਉਹ ਕਹਿੰਦਾ ਕਿ ਰਾਏ ਸਾਹਿਬ ਤੁਸੀਂ ਬੜੇ ਪਿਆਰ ਨਾਲ ਲੱਭਣ ਆਏ ਹੋ ਚੀਜ਼, ਇਹ ਸਾਡਾ ਉਹ ਸੈਕਸ਼ਨ ਹੈ ਲਾਇਬ੍ਰੇਰੀ ਦਾ ਜਿਹਦੇ ਵਿੱਚ ਆਈ ਐਮ ਸੌਰੀ ਟੂ ਸੇ ਕਿ ਮਿੱਟੀ ਵੀ ਨਹੀਂ ਝਾੜੀ ਕਿਸੇ ਨੇ। ਪੁਰਾਣਾ ਰਿਕਾਰਡ ਜਿਹੜਾ ਨਾ ਕੋਈ ਉਹ ਕੀਮਤਾਂ ਰਿਕਾਰਡ ਕਿੰਨਾ ਕੀਮਤੀ। ਅੱਛਾ, ਉਹ ਕਹਿੰਦਾ ਮੈਂ ਮੁੰਡਿਆਂ ਦੀ ਡਿਊਟੀ ਲਾ ਦਿੰਦਾ, ਪਰ ਇਹਨਾਂ ਨੇ ਲੱਭਣਾ ਹੈ ਨਹੀਂ। ਜੂਨ ਦਾ ਮਹੀਨਾ ਸੀ, ਗਰਮੀ ਤੁਹਾਨੂੰ ਪਤਾ, ਲਾਹੌਰ, ਅੰਮ੍ਰਿਤਸਰ, ਸਾਰੀ ਆਪਣੀ ਜਲੰਧਰ, ਲੁਧਿਆਣੇ ਇੱਕੋ ਜਿਹੀ ਗਰਮੀ। ਤੇ ਮੈਨੂੰ ਕਹਿੰਦੇ ਮੇਰੀ ਰਿਕੁਐਸਟ ਹੈ ਮੈਂ ਕੁਰਸੀ ਉੱਥੇ ਢਾ ਦਿੰਦਾ, ਤੁਸੀਂ ਕੋਲ ਬਹਿ ਜਾਓ ਤੇ ਇਹਨਾਂ ਨੂੰ ਲਾ ਦਿੰਦਾ ਮੈਂ ਤੁਹਾਡੇ ਨਾਲ, ਲੱਭੋ, ਇਹ ਲੱਭਣਗੇ, ਤੁਸੀਂ ਵੀ ਨਾਲ ਦੇਖਿਓ ਤੇ ਤੁਹਾਡਾ ਆਪਣਾ ਇੰਟਰਸਟ ਹੈ ਪਰਸਨਲ। ਸਾਨੂੰ ਜੀ 4 ਘੰਟੇ ਲੱਗੇ। ਅਸੀਂ ਪੁਰਾਣੀਆਂ ਕਿਤਾਬਾਂ, ਪੰਜਾਬ, ਇੰਡੀਅਨ ਪੰਜਾਬ, ਫਿਰ ਜ਼ਿਲ੍ਹੇ ਮੁਖਤਲਿਫ, ਲੁਧਿਆਣੇ ਦੀ ਸਾਨੂੰ ਬੁੱਕ ਮਿਲ ਗਈ 1904 ਦਾ ਲੁਧਿਆਣਾ ਡਿਸਟ੍ਰਿਕਟ ਗਵਰਨਮੈਂਟ ਗੈਜ਼ਟੀਅਰ। ਉਹ ਹਰ DC ਲਿਖਦੇ ਹੁੰਦੇ ਸੀ ਉਹਨਾਂ ਜ਼ਮਾਨਿਆਂ 'ਚ ਜ਼ਿਲ੍ਹੇ ਦੀ ਹਿਸਟਰੀ, ਇੰਪੋਰਟੈਂਟ ਫੈਮਲੀਜ਼ ਐਂਡ ਸਮ ਨੇਮਸ, ਅਗਰ ਉਹ ਇਸ ਕਾਬਿਲ ਸਮਝਦੇ ਸੀ ਤਾਂ ਉਹਨਾਂ ਦੇ ਉਹ ਨਾਮ ਦਰਜ ਕਰਦੇ ਸੀ। ਉਹ ਜਦੋਂ ਮੈਂ 1904 ਦਾ ਲੁਧਿਆਣਾ ਡਿਸਟ੍ਰਿਕਟ ਗੈਜ਼ਟ ਲੱਭਿਆ, ਉਹ ਮਿੱਟੀ ਮੁੱਟੀ ਝਾੜੀ, ਉਹਦੇ ਵਿੱਚੋਂ ਮੈਂ ਲੱਭਣ ਲੱਗਾ ਤੇ ਉਹਦੇ ਵਿੱਚੋਂ ਰਾਇਜ਼ ਆਫ ਰਾਏਕੋਟ ਤੇ ਪੂਰੇ 3 ਪੇਜ ਲਿਖੇ ਹੋਏ ਸੀ। ਮੈਨੂੰ ਬੜੀ ਖੁਸ਼ੀ ਹੋਈ। ਤੇ ਤੀਸਰੇ ਪੇਜ ਤੇ ਇੱਕ ਪੂਰਾ ਫੈਮਿਲੀ ਟਰੀ ਲਿਖਿਆ ਸੀ ਮੇਰੇ ਗ੍ਰੈਂਡਫਾਦਰ ਤਾਈਂ, ਰਾਏ ਖਾਨ ਬਹਾਦਰ, ਰਾਏ ਇਨਾਇਤ ਖਾਨ ਤਾਈਂ, 17 ਪੀੜ੍ਹੀਆਂ ਦਾ। ਤਾਂ ਦੈਟ ਵਾਸ ਮੇਰੇ ਲਈ ਤਾਂ ਬਹੁਤ ਵੱਡਾ ਟ੍ਰੈਜਰ ਸੀ। ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਉਹਦੀ ਕਾਪੀਆਂ ਕਰਾਈਆਂ, ਬਿਕੋਜ਼ ਉਹ ਬੁੱਕ ਬਾਹਰ ਨਹੀਂ ਲਿਜਾਣ ਦਿੰਦੇ ਸੀ। ਤੇ ਉਹਨਾਂ ਨੇ ਫਿਰ ਕਿਹਾ ਜੀ ਇਹ ਰੈਫਰੈਂਸ ਬੁੱਕਸ ਹੈ, ਤੁਸੀਂ ਕਾਪੀ ਕਰਾ ਲਓ। ਫਿਰ ਉਹਨਾਂ ਦੀ ਮੈਂ ਸਾਰੀ ਟਾਈਟਲ ਦੀ, ਉਹ ਸਾਰੀ ਪੇਜਸ ਦੀ ਕਾਪੀਆਂ ਕਰਾਈਆਂ ਤੇ ਉਹ ਐਡੀਟਰ ਇੰਨਾ ਖੁਸ਼ ਹੋਇਆ, ਕਹਿੰਦਾ ਜੀ ਇਹ ਜਿਹਾ ਰਿਕਾਰਡ ਤੁਸੀਂ ਕਿਸਮਤ ਵਾਲੇ ਹੋ ਕਿ ਮਿਲ ਗਿਆ। ਬਸ ਗੋਡ ਵਾਸ ਕਾਈਂਡ, ਅੱਲਾ ਦਾ ਸ਼ੁਕਰ ਹੈ। ਉਦੋਂ ਫਿਰ ਉਹ
ਅੱਗੇ ਉੱਥੋਂ ਗੱਲ ਚੱਲੀ, ਉਹਨਾਂ ਨੇ ਫਿਰ ਮੇਰਾ ਇੰਟਰਵਿਊ ਲਿਆ, ਫਿਰ ਇੰਗਲੈਂਡ ਦੇ ਵਿੱਚ ਉਹ ਛਪਿਆ। ਉੱਥੋਂ ਫਿਰ ਮੈਨੂੰ ਆਉਣ ਲੱਗੀਆਂ ਖਤ ਪੱਤਰ ਆਉਣ ਲੱਗੇ। ਫਿਰ ਮੈਨੂੰ 1947 ਤੋਂ ਬਾਅਦ ਇੱਕ ਉਹ ਟਾਈਮ ਆ ਗਿਆ ਸੀਗਾ ਜਦੋਂ ਦੋਨੇ ਕਮਿਊਨਿਟੀਆਂ 'ਚ ਇੱਕ ਕਾਫੀ ਨਫ਼ਰਤ ਪੈ ਗਈ ਸੀ, ਨਹੀਂ ਲਕੀਰ ਖਿੱਚੀ ਜਾਣ ਨਾਲ। ਉਸ ਤੋਂ ਬਾਅਦ ਫਿਰ ਇਹ ਪਹਿਲਾ ਟਾਈਮ ਸੀ ਜਦੋਂ ਲੋਕਾਂ ਨੂੰ ਪਤਾ ਲੱਗਿਆ, ਕਿਉਂਕਿ ਪਾਰਟੀਸ਼ਨ ਤੋਂ ਬਾਅਦ ਤੁਸੀਂ ਉੱਧਰ ਚਲੇ ਗਏ। ਆਪਾਂ ਇੱਥੇ ਉਹ ਮਿਸ ਨਾ ਕਰੀਏ, ਪਾਰਟੀਸ਼ਨ ਵੇਲੇ ਤੁਹਾਡੇ ਨਾਲ ਕੋਈ ਬਦਸਲੂਕੀ ਜਾਂ ਕੁਛ ਇਸ ਤਰ੍ਹਾਂ ਦਾ? ਪਾਰਟੀਸ਼ਨ ਦਾ ਮੈਂ ਦੱਸਦਾ ਕਿ 47 ਤੱਕ ਮੇਰੇ ਦਾਦਾ ਜੀ ਉੱਥੇ ਸੀ, ਖਾਨ ਬਹਾਦਰ ਰਾਏ ਇਨਾਇਤ ਖਾਨ ਜੀ। ਉਹਨਾਂ ਸਾਡੀ ਹਵੇਲੀ ਸੰਗਤ ਆਉਂਦੀ ਸੀ, ਜਿਵੇਂ ਦੱਸਿਆ 3 ਦਿਨ ਦੀਵਾਨ ਸਜਦੇ ਸੀ ਗੁਰਦੁਆਰਾ ਟਾਹਲੀਆਣਾ ਸਾਹਿਬ। ਇੱਥੋਂ ਸੰਗਤ ਜਲੂਸ ਦੀ ਸ਼ਕਲ 'ਚ ਆਉਂਦੇ ਹੁੰਦੇ ਸੀ ਸ਼ਹਿਰ ਦੇ ਵਿੱਚ, ਹਾਲੇ ਵੀ ਉਹ ਚੱਲਦਾ ਉਸ ਤਰ੍ਹਾਂ। ਹਾਂ, ਉਹਦਾ ਬਹੁਤ ਵੱਡਾ ਹਿੱਸਾ, ਅਹਿਮ ਹਿੱਸਾ ਹੁੰਦਾ ਸੀ ਗੰਗਾ ਸਾਗਰ ਦੇ ਦਰਸ਼ਨ। 19, 20, 21 ਪੋਹ ਨੂੰ ਹੁੰਦਾ ਸੀ। ਹੁਣ ਵੀ ਇਸ ਤਰ੍ਹਾਂ। ਹਾਂ, ਅਤੇ ਉਸ ਤਰ੍ਹਾਂ ਉਹ ਫਿਰ ਸਾਡੀ ਹਵੇਲੀਆਂ ਵਿੱਚ ਨਾ ਦਾਦਾ ਜੀ ਮੇਰੇ ਦਰਸ਼ਨ ਕਰਾਉਂਦੇ ਸੀ। ਅਤੇ ਸੰਗਤ ਦੀ ਕਦੀ ਕਦੀ ਖੁਆਇਸ਼ ਹੁੰਦੀ ਸੀ ਕਿ ਜਿਸ ਬਰਤਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੱਥ ਲੱਗੇ ਨੇ, ਜਿਸ 'ਚ ਉਹਨਾਂ ਨੇ ਆਪ ਜਲ ਛਕਿਆ ਜਾਂ ਦੁੱਧ ਛਕਿਆ, ਇਹਦੇ 'ਚੋਂ ਪੂਰਾ ਪਾਣੀ ਕੱਢ ਕੇ ਸਾਨੂੰ ਵੰਡ ਦਿਓ। ਅਤੇ ਮੇਰੇ ਦਾਦਾ ਜੀ ਉਹਨਾਂ ਦੀ ਗੱਲ ਔਰ ਉਹਨਾਂ ਦੀ ਖੁਆਇਸ਼, ਇੱਛਾ ਜਿਹੜੀ ਸੀ, ਉਹਨੂੰ ਮੰਨਦਿਆਂ ਹੋਇਆਂ ਫਿਰ ਉਹਦੇ 'ਚ ਕਦੀ ਕਦੀ ਜਲ ਪਾ ਕੇ ਅਤੇ ਉਹਨਾਂ ਨੂੰ ਵਰਤਾ ਦਿੰਦੇ ਸੀ। ਅਤੇ ਸੰਗਤ ਬਹੁਤ ਵਡਭਾਗੀ ਸਮਝਦੇ ਸੀ ਕਿ ਸਾਡੀ ਹੈ ਵੀ ਵਡਭਾਗੀ, ਹਾਂ, ਕਿ ਕਤਰਾ ਵੀ ਨਸੀਬ ਹੋਇਆ। ਅਤੇ ਇਹ ਸਿਲਸਿਲਾ ਫਿਰ 47 'ਚ ਤੱਕ ਰਿਹਾ। ਅਤੇ ਮੇਰੇ ਦਾਦਾ ਜੀ ਰਾਏ ਇਨਾਇਤ ਖਾਨ ਅਤੇ ਮੇਰੇ ਫਾਦਰ, ਉਹਨਾਂ ਦਾ ਨਾਂ ਸੀ ਰਾਏ ਫਕੀਰੁੱਲਾ ਖਾਨ। ਉਹ ਫਿਰ ਉੱਧਰ ਚਲੇ ਗਏ ਪਾਕਿਸਤਾਨ। ਠੀਕ ਹੈ ਜੀ। ਅਤੇ ਮੇਰੀ ਉਹ ਸਾਡੀ ਮਿੰਟਗੁਮਰੀ ਜ਼ਮੀਨ ਵੀ ਸੀ ਪਹਿਲੇ। ਅਤੇ ਪਹਿਲੇ ਉਹ ਉਸ ਚੱਕ ਦੇ ਵਿੱਚ ਗਏ ਮਿੰਟਗੁਮਰੀ 'ਚ। ਅਤੇ ਉੱਥੇ ਰਹੇ ਕੁਛ ਦੇਰ ਬਾਅਦ ਦੇ ਵਿੱਚ ਅਸੀਂ ਕਮਾਲੀਏ, ਉਹਨਾਂ ਨੂੰ ਅਲਾਟਮੈਂਟ ਹੋਈ ਘਰਾਂ ਦੀ, ਔਰ ਇੱਥੇ ਕੁਛ ਜ਼ਮੀਨ ਦੀ ਜਿਹੜੀ ਇੱਧਰੋਂ ਛੱਡ ਕੇ ਗਏ ਸੀ, ਉਹਦੇ ਬਦਲੇ ਜਿਹੜੀ ਮਿਲਣੀ ਸੀ, ਉਹ ਫਿਰ ਕਮਾਲੀਏ ਤਹਿਸੀਲ, ਕਮਾਲੀਆ ਤਹਿਸੀਲ ਟੋਬਾ ਟੇਕ ਸਿੰਘ 'ਚ। ਹੁਣ ਟੋਬਾ ਟੇਕ ਸਿੰਘ ਵੀ ਜ਼ਿਲ੍ਹਾ ਬਣ ਗਿਆ। ਇਹ ਉੱਥੇ ਇੱਕ ਚੀਚਾ ਵਤਨੀ ਤੋਂ 14-15 ਮੀਲ ਹੀ ਹੈ ਕਮਾਲੀਆ। ਹਾਂਜੀ, ਠੀਕ ਹੈ ਜੀ। ਇਹ ਇੱਕ ਇੱਥੇ ਜ਼ਰੂਰ ਦੱਸਿਓ, ਪਾਰਟੀਸ਼ਨ ਟਾਈਮ ਬਹੁਤ ਨਾਜ਼ੁਕ ਟਾਈਮ ਸੀਗਾ ਜੀ ਉਹ ਦੋਨੇ ਪਾਸੇ। ਉਸ ਵੇਲੇ ਜਿਹੜੀ ਰਾਏਕੋਟ ਦਾ ਇਲਾਕਾ ਸੀ, ਉਹਨਾਂ ਦਾ ਨਜ਼ਰੀਆ ਤੁਹਾਡੀ ਫੈਮਿਲੀ ਪ੍ਰਤੀ ਕੀ ਸੀਗਾ? ਐਕਚੁਅਲੀ ਬਹੁਤ ਜ਼ਿਆਦਾ ਸਤਿਕਾਰ ਪਿਆਰ ਸੀ। ਮੈਨੂੰ ਤਾਂ ਫਿਰ ਮੇਰੀ ਦਾਦੀ ਜੀ ਨੇ ਦੱਸਿਆ, ਮੈਂ ਬਾਅਦ ਵਿੱਚ ਮੈਂ ਉਹਦਾ ਜ਼ਿਕਰ ਕਰਾਂਗਾ ਆਪਣੇ ਪੇਰੈਂਟਸ ਦਾ। ਅਤੇ ਉਹਨਾਂ ਨੇ, ਕਿਉਂਕਿ ਇਹਨਾਂ ਗੁਰੂ ਸਾਹਿਬ ਦੇ ਨਾਤੇ ਜੋ ਬਖਸ਼ਿਸ਼ ਸੀ ਸਾਡੇ ਕੋਲ, ਜੋ ਸੇਵਾ ਕੀਤੀ ਸੀ ਗੁਰੂ ਸਾਹਿਬ ਦੀ ਬਜ਼ੁਰਗਾਂ ਨੇ, ਉਹ ਸੰਗਤ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਉਹਦਾ ਇਹਤਰਾਮ ਸੀ, ਸਤਿਕਾਰ ਸੀ, ਕਿ ਜਿਹੜਾ ਸ਼ਾਇਦ ਲਫ਼ਜ਼ਾਂ 'ਚ ਬਿਆਨ ਕਰਨਾ ਮੁਸ਼ਕਿਲ ਹੋ ਜਾਂਦਾ। ਔਰ ਅੱਜ ਵੀ ਹੈ ਜੀ ਉਸੇ ਸ਼ੁਕਰ ਹੈ ਮਾਲਿਕ ਦਾ, ਕਿਉਂਕਿ ਉਹਨੇ ਹੈ ਉਸ ਸੇਵਾ ਦੇ ਸਦਕੇ। ਮੇਰਾ ਇਹ ਇਮਾਨ ਹੈ, ਕਿਉਂਕਿ ਮੈਂ ਤਾਂ ਇਸ ਕਾਬਿਲ ਨਹੀਂ ਸਮਝਦਾ ਆਪਣੇ ਆਪ ਨੂੰ, ਲੇਕਿਨ ਰੱਬ ਦਾ ਸ਼ੁਕਰ ਹੈ ਕਿ ਰੱਬ ਨੇ ਮੇਰੀ ਲਾਈਫ ਵਿੱਚ, ਮੇਰੀ ਜ਼ਿੰਦਗੀ 'ਚ ਮੌਕਾ ਦਿੱਤਾ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਸੇਵਾ ਦੇ ਸਦਕੇ ਜਿਹੜੀ ਮੁਹੱਬਤ ਔਰ ਸਾਂਝ ਹੈ, ਸਤਿਕਾਰ ਹੈ, ਉਹਦਾ ਥੋੜ੍ਹਾ ਜਿਹਾ ਆਪਣੇ ਭੈਣਾਂ ਭਰਾਵਾਂ ਬਜ਼ੁਰਗਾਂ ਨਾਲ ਉਹਨੂੰ ਸ਼ੇਅਰ ਕਰਨ ਦਾ ਅੱਲਾ ਨੇ ਮੈਨੂੰ ਮੌਕਾ ਦਿੱਤਾ ਹੈ। ਅੱਛਾ ਜੀ, 47 ਤੋਂ ਬਾਅਦ ਤੁਹਾਡਾ ਜਨਮ ਹੁੰਦਾ ਪਾਕਿਸਤਾਨ ਦੇ ਵਿੱਚ ਹੈ ਜੀ। ਤੁਹਾਡੇ ਤੁਸੀਂ ਪੁੱਛਣ ਲੱਗੇ ਸੀ ਉਹ ਉਸਲੇ 47 ਵੇਲੇ ਦੇ ਹਾਲਾਤ ਕੀ? ਉਹ ਇਹ ਸੀ ਕਿ ਮੇਰੇ ਦਾਦਾ ਜੀ ਨੂੰ ਕੁਛ ਬੰਦਿਆਂ ਨੇ ਨਾ ਜਦੋਂ ਹਿਲਜੁਲ ਹੋਈ ਜੀ, ਔਰ ਕੁਛ ਇਲਾਕਿਆਂ ਦੇ ਵਿੱਚ ਨੁਕਸਾਨ ਵੀ ਹੋਣ ਲੱਗ ਪਿਆ ਸੀ ਥੋੜ੍ਹਾ ਜਿਹੜਾ ਪਤਾ, ਉਹ ਅੱਜ ਤਾਂ ਫੌਰੀ ਗੱਲ ਪਤਾ ਲੱਗ ਜਾਂਦੀ ਨਾ, ਉਦੋਂ ਤਾਂ ਕਈ ਮਹੀਨਿਆਂ ਬਾਅਦ ਤਾਂ ਖਬਰ ਪਹੁੰਚਦੀ ਸੀ ਵੀ ਕਿੱਥੇ ਕੀ ਹੋਇਆ। ਉਹਨਾਂ ਨੂੰ ਕੁਛ ਸਰਦਾਰ ਫੈਮਲੀਆਂ 'ਚੋਂ ਹੀ ਬਜ਼ੁਰਗਾਂ ਨੇ, ਕਿਸੇ ਨੇ ਆ ਕੇ ਕਿਹਾ ਕਿ ਜੀ, ਕਿਉਂਕਿ ਉੱਥੇ ਉਹ ਏਰੀਆ ਮੁਸਲਿਮ ਲੀਗ ਦਾ ਵੀ ਉਸਲੇ ਜ਼ੋਰ ਸੀ ਉਸ ਇਲਾਕੇ 'ਚ। ਅਤੇ ਉਸ ਵੇਲੇ ਫਿਰ ਜਦੋਂ ਅਫਰਾ ਤਫਰੀ ਫੈਲੀ ਆ ਜਾਂ ਉਦੋਂ ਪਾੜ ਪੈ ਗਈ, ਉਦੋਂ ਫਿਰ ਇਹ ਹੁੰਦਾ ਸੀ ਕਿ ਕਿਹੜੇ ਏਰੀਏ ਟਾਰਗੇਟ ਹੋਣ ਦਾ ਨਾ ਕਿਤੇ ਡਰ ਹੋਵੇ। ਅਤੇ ਬਜ਼ੁਰਗ ਕੁਛ ਫੈਮਲੀਆਂ ਰਾਏ ਸਾਹਿਬ ਕੋਲ, ਰਾਏ ਇਨਾਇਤ ਖਾਨ ਕੋਲ ਆਏ ਕਿ ਦਾਦਾ ਜੀ ਕੋਲ, ਅਤੇ ਉਹਨਾਂ ਨੂੰ ਕਿਹਾ ਜੀ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਹਿਫਾਜ਼ਤ ਲਈ ਕੁਛ ਦਿਨਾਂ ਲਈ, ਤੁਹਾਡੀ ਜ਼ਮੀਨ ਉੱਧਰ ਵੀ ਹੈਗੀ ਆ, ਮਿੰਟਗੁਮਰੀ ਜ਼ਮੀਨ ਸੀ ਸਾਡੇ, 10 ਮੁਰੱਬੇ ਉੱਥੇ ਸੀਗੇ, ਅਤੇ ਉੱਥੇ ਤੁਸੀਂ ਅਸੀਂ ਨਹੀਂ ਉੱਥੇ ਚਲੇ ਜਾਓ, ਟਿਕ ਟਕਾ ਹੋ ਜਾਊਗਾ। ਉਦੋਂ ਵੈਸੇ ਅੱਧੀ ਤੋਂ ਜ਼ਿਆਦਾ ਦੁਨੀਆ ਤਾਂ ਇਹੀ ਸਮਝਦੀ ਵੀ ਅਸੀਂ ਵਾਪਸ ਆਉਣ। ਕਈ ਬਜ਼ੁਰਗਾਂ ਨੂੰ ਤਾਂ ਇਹ ਕਹਿੰਦੇ ਅਸੀਂ ਸੁਣਿਆ, ਉਹ ਮਰਦੇ ਦਮ ਤਾਂ ਹੀ ਕਹਿੰਦੇ ਰਹੇ ਕਿ ਗੱਡੇ ਜੋੜੋ ਕਾਕਾ ਚੱਲੀਏ ਵਾਪਸ। ਬਿਲਕੁਲ ਸਹੀ ਗੱਲ ਹੈ। ਉਹਨਾਂ ਦਾ ਮਨ ਨਿਕਲਿਆ ਹੀ ਨਹੀਂ ਉੱਥੋਂ ਆਪਣੇ ਘਰਾਂ 'ਚ। ਅੱਛਾ, ਅਤੇ ਇਹ ਹਾਲਾਤ, ਉਹ ਫਿਰ ਦਾਦਾ ਜੀ ਮੇਰੇ ਜੂਨ ਦੇ ਵਿੱਚ 2 ਮਹੀਨੇ ਪਹਿਲੇ ਉੱਧਰ ਚਲੇ ਗਏ ਸੀ, ਔਰ ਸਿਰਫ ਗੰਗਾ ਸਾਗਰ
ਆਪਣੇ ਕੋਲ ਕਈਆਂ ਨੇ ਇੱਕ ਦੋ ਬੰਦਿਆਂ ਨੇ ਇਹ ਵੀ ਸੁਣਿਆ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਤੁਸੀਂ ਸਾਨੂੰ ਦੇ ਜਾਓ। ਅੱਛਾ ਜੀ। ਤਾਂ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਮਾਣ ਹੈ ਕਿ ਉਹਨਾਂ ਦੇ ਆਪਣੇ ਹੱਥੀਂ ਦਿੱਤੀ ਇਹ ਬਖਸ਼ਿਸ਼ ਹੈ, ਅਸੀਂ ਜਿੱਥੇ ਅਸੀਂ ਜਾਵਾਂਗੇ ਸਾਡੇ ਨਾਲ ਹੀ ਜਾਓਗੇ। ਅੱਛਾ, ਉਸ ਤੋਂ ਬਾਅਦ ਤੁਹਾਡੇ ਫਿਰ ਫਾਦਰ ਸਾਹਿਬ ਵਾਲਾ ਜਿਹੜਾ ਸੀਗਾ ਦਾਦਾ ਜੀ ਤਾਂ ਉੱਥੇ ਚਲੇ ਗਏ ਮਿੰਟਗੋਮਰੀ, ਫਿਰ ਜੀ ਤੁਹਾਡੇ ਫਾਦਰ ਸਾਹਿਬ? ਮੇਰੇ ਦਾਦਾ ਜੀ, ਮੈਂ 1.5 ਸਾਲ ਦਾ ਸੀ ਜਦੋਂ ਮੇਰੇ ਦਾਦਾ ਜੀ ਪੂਰੇ ਹੋ ਗਏ। ਅੱਛਾ ਜੀ। ਅਤੇ ਫਿਰ ਮੇਰੀ ਮਦਰ ਜਿਹੜੀ, ਮੈਂ ਸਿਰਫ 4 ਸਾਲ ਦਾ ਸੀ, ਉਹ ਵੀ ਰੱਬ ਨੂੰ ਪਿਆਰੇ ਹੋ ਗਏ। ਅੱਛਾ ਜੀ। ਅਤੇ ਆਈ ਵਾਜ਼ 6.5 ਸਾਲ ਦਾ ਸੀ ਜਦੋਂ ਮੇਰੇ ਫਾਦਰ ਵੀ ਅੱਲਾ ਨੂੰ ਪਿਆਰੇ ਹੋ ਗਏ। ਅੱਛਾ। ਅੱਗੇ ਪਿੱਛੇ ਮੇਰੇ ਤਿੰਨੋਂ ਬਜ਼ੁਰਗ, ਉਹਨਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਫਿਰ ਉਹ ਬੜਾ ਕਿ ਖਿਲਾਫ ਪੈ ਗਿਆ ਤੁਹਾਡਾ, ਜਿਹੜੀ ਉਹ ਲੜੀ ਆਉਂਦੀ ਸੀ ਨਾ, ਮਤਲਬ ਫਿਰ ਉਸ ਵੇਲੇ ਕੌਣ ਸੀ ਤੁਹਾਨੂੰ ਦੱਸਣਾ? ਬਿਲਕੁਲ, ਕਿਉਂਕਿ ਮੇਰਾ ਚਾਚਾ ਤਾਇਆ ਵੀ ਹੈ ਨਹੀਂ ਸੀ, ਮੇਰੇ ਫਾਦਰ ਇਕੱਲੇ ਭਾਈ ਸੀ। ਇਕੱਲੇ ਆ ਰਹੇ ਆ? ਹਾਂਜੀ, ਮੇਰੇ ਦਾਦਾ ਜੀ ਵੀ ਇਕੱਲੇ ਸੀ ਜੀ ਜੀ। ਮੇਰੇ ਫਾਦਰ ਵੀ ਇਕੱਲੇ ਸੀ, ਉਹਨਾਂ ਦਾ ਭਾਈ ਕੋਈ ਨਹੀਂ ਸੀ, ਮੇਰਾ ਵੀ ਭੈਣ ਭਾਈ ਕੋਈ ਨਹੀਂ ਸੀ। ਆਈ ਵਾਜ਼ ਦ ਓਨਲੀ ਚਾਈਲਡ ਆਫ ਮਾਈ ਪੇਰੈਂਟਸ। ਹਾਂਜੀ। ਅਤੇ ਫਿਰ ਮੈਨੂੰ ਉਸ ਤੋਂ ਬਾਅਦ ਮੇਰੀ ਬਿਰਧ ਦਾਦੀ ਜੀ ਨੇ ਪਾਲਿਆ। ਅੱਛਾ। ਉਹ ਬੜੀ ਹਿੰਮਤੀ ਬੀਬੀ ਸੀ। ਉਹਨਾਂ ਨੇ ਮੇਰੀ ਦੇਖਭਾਲ, ਮੇਰੀ ਐਜੂਕੇਸ਼ਨ, ਮੇਰਾ ਜੋ ਵੀ ਥੋੜ੍ਹਾ ਬਹੁਤ ਖੇਤੀ ਸੀ, ਹਰ ਚੀਜ਼ ਦਾ ਉਹਨਾਂ ਨੇ ਆਪ ਖਿਆਲ ਕੀਤਾ। ਅੱਛਾ। ਅਤੇ ਮੈਨੂੰ ਉਹਨਾਂ ਨੇ ਐਚਐਸਐਨ ਕਾਲਜ ਦੇ ਵਿੱਚ, ਜਿਹੜਾ ਕਿ 1886 ਦਾ ਬਣਿਆ ਹੋਇਆ ਕਾਲਜ ਹੈ, ਐਚਐਸਐਨ ਚੀਫਸ ਕਾਲਜ ਇਹਦਾ ਨਾਮ ਹੁੰਦਾ ਸੀ। ਅੱਛਾ। ਇਹਦੇ ਵਿੱਚ ਉਹਨਾਂ ਨੇ, ਪਾਕਿਸਤਾਨ ਦਾ ਬੈਸਟ ਪਬਲਿਕ ਸਕੂਲ ਸੀ, ਕਲਾਸ 1 ਤੋਂ ਕਲਾਸ 12 ਤੱਕ, ਪਲੱਸ 2 ਤੱਕ ਇਹਦੇ 'ਚ ਬੱਚੇ ਪੜ੍ਹਦੇ ਸੀ। ਇਹਦੇ 'ਚ ਉਹਨਾਂ ਨੇ ਮੈਨੂੰ ਪਾਇਆ ਹੋਸਟਲ 'ਚ। ਅਤੇ ਮੇਰੀ ਦਾਦੀ ਜੀ ਕੋਲੋਂ ਫਿਰ ਮੈਨੂੰ ਪਤਾ ਲੱਗਿਆ, ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਸਾਡਾ ਪੰਜਾਬ ਦੇ ਵਿੱਚ ਰਾਏਕੋਟ ਦਾ ਕੀ ਤਲਕ ਸੀ, ਕਿਸ ਪਿਆਰ ਮੁਹੱਬਤ ਔਰ ਸਤਿਕਾਰ ਨਾਲ ਸੰਗਤਾਂ ਸਾਨੂੰ ਮਿਲਦੀਆਂ ਸੀ ਗੁਰੂ ਸਾਹਿਬ ਦੇ ਨਾਤੇ, ਔਰ ਕਿਸ ਮਹਾਨ ਹਸਤੀ ਦੀ ਕਿੱਡੀ ਵੱਡੀ ਬਖਸ਼ਿਸ਼ ਹੈ ਮੇਰੇ ਕੋਲ, ਜਿਹਦਾ ਮੈਂ ਉਹਦਾ ਵਾਰਿਸ ਬਣਿਆ। ਜੋ ਸਾਰਾ ਤੁਹਾਨੂੰ ਉਹਨਾਂ ਤੋਂ ਪਤਾ ਲੱਗਿਆ, ਔਰ ਮੇਰੇ ਫਿਰ ਮਨ ਦੇ ਵਿੱਚ ਉਹ ਚੀਜ਼ ਬਸ ਗਈ ਵੀ ਮੈਂ ਆਪਣੀ ਰਾਏਕੋਟ ਦੀ ਧਰਤੀ, ਉੱਥੇ ਦੇ ਆਲੇ ਦੁਆਲੇ ਜਿਹੜਾ ਹੈ ਇਲਾਕਾ ਸਾਰਾ, ਮੈਂ ਉੱਥੇ ਜਾਣ ਦਾ ਰੱਬ ਮੈਨੂੰ ਮੌਕਾ ਦੇਵੇ ਅਤੇ ਮੈਂ ਆਪਣੇ ਬਜ਼ੁਰਗਾਂ ਨੂੰ, ਭੈਣਾਂ ਭਰਾਵਾਂ ਨੂੰ ਮਿਲਾਂ ਅਤੇ ਆਪਣੀ ਧਰਤੀ। ਇਹ ਮੌਕਾ ਕਦੋਂ ਮਿਲਿਆ? ਇਹ ਮੌਕਾ ਮੈਨੂੰ ਐਕਚੁਅਲੀ, ਮੈਂ ਗਿਆ ਜੀ 83 ਦੇ ਵਿੱਚ, 83 ਵਿੱਚ। ਮੈਨੂੰ ਖੇਡਾਂ ਦਾ ਬੜਾ ਸ਼ੌਕ ਸੀ। ਕਾਲਜ ਦੇ ਜ਼ਮਾਨੇ 'ਚ ਮੈਂ ਹਾਕੀ ਸ਼ੌਕੀ ਬੜੀ ਕਾਫੀ ਖੇਲੀ, ਅਤੇ ਕ੍ਰਿਕਟ ਦੇਖਣ ਦਾ ਵੀ ਸ਼ੌਕ ਸੀ। ਅਤੇ ਮੈਂ ਇੰਗਲੈਂਡ ਵਗੈਰਾ ਗਿਆ। ਉਦੋਂ ਇੰਡੀਆ ਪਾਕਿਸਤਾਨ ਦਾ ਟੈਸਟ ਮੈਚ ਹੋਇਆ ਜਲੰਧਰ 83 'ਚ, ਅਤੇ ਕਾਫੀ ਪਬਲਿਕ ਗਈ, ਅਤੇ ਲਾਹੌਰੋਂ, ਪਾਕਿਸਤਾਨ ਸਾਰੇ 'ਚੋਂ। ਅਤੇ ਉੱਥੇ ਅਨਾਊਂਸ ਹੋਇਆ ਸੈਕਿੰਡ ਡੇ, ਕਮਿਸ਼ਨਰ ਜਲੰਧਰ ਨੇ ਅਨਾਊਂਸ ਕੀਤਾ ਕਿ ਜੀ ਨੇੜੇ ਪਿੰਡਾਂ ਦੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਨਾ, ਕਿਉਂਕਿ ਵੀਜ਼ਾ ਤਾਂ ਸਾਡੇ ਕੋਲ ਜਲੰਧਰ ਦਾ ਸੀ ਸਿਰਫ, ਮੈਚ ਦਾ ਵੀਜ਼ਾ ਸੀ, ਉੱਥੋਂ ਵਾਪਸ ਜਾਣਾ ਚਲੇ ਜਾਣਾ। ਉੱਥੇ ਉਹਨਾਂ ਨੇ ਅਨਾਊਂਸ ਕਰਤਾ ਵੀ ਨੇੜੇ ਪਿੰਡਾਂ ਦੇ ਤੁਸੀਂ ਜਾ ਸਕਦੇ ਹੋ, ਪਰ ਤੁਸੀਂ 2-4 ਘੰਟੇ ਸ਼ਾਮ ਤੋਂ ਪਹਿਲੇ ਯੂ ਹੈਵ ਟੂ ਬੀ ਬੈਕ ਇਨ ਜਲੰਧਰ। ਅਤੇ ਮੇਰੇ ਮਨ, ਮੈਂ ਕਿਹਾ ਲਓ ਰੱਬ ਨੇ ਮੇਰੀ ਸੁਣ ਲਈ। ਰਾਏਕੋਟ ਨੇੜੇ ਤਾਂ ਹੈ ਨਹੀਂ ਸੀ ਜਲੰਧਰ ਤੋਂ, ਤਾਂ ਪਰ ਪਹਿਲੇ ਮੇਰੇ ਮਨ ਦੇ ਵਿੱਚ ਸੀ ਰਾਏਕੋਟ ਜਾਣਾ, ਫਿਰ ਮੇਰਾ ਸੀ ਕਿ ਮੈਂ ਆਪਣੇ ਮਾਤਾ ਜੀ ਦੀ ਜਨਮ ਭੂਮੀ ਤਲਵਣ, ਇਹ ਦੋ ਮੇਰੇ ਮਨ ਦੇ ਵਿੱਚ ਸੀ। ਹਾਂ, ਨਾਨਕੇ ਸੀ। ਮੈਂ ਉੱਥੋਂ ਟੈਕਸੀ ਫੜੀ, ਮੈਂ ਜਲੰਧਰੋਂ ਇਕੱਲਾ ਹੀ ਮੈਂ ਸੀ। ਮੈਂ 3-4 ਦੋਸਤ ਸੀ, ਉਹਨਾਂ ਨੇ, ਕਿਸੇ ਨੇ ਹਰਿਆਣੇ ਭੁੰਗੇ ਜਾਣਾ ਸੀ, ਕਿਸੇ ਨੇ ਹੋਰ ਪਾਸੇ ਜਾਣਾ ਸੀ। ਹਰਿਆਣੇ ਭੁੰਗੇ ਦੇ ਮੇਰੇ ਨਾਨੀ ਜੀ ਹਰਿਆਣੇ ਭੁੰਗੇ ਦੇ ਸੀ, ਹੁਸ਼ਿਆਰਪੁਰ ਜ਼ਿਲ੍ਹੇ ਦੇ। ਇੱਕ ਉੱਥੇ ਦਾ ਸਾਡਾ ਰਿਸ਼ਤੇਦਾਰੀ ਸੀ ਦੂਰੋਂ, ਉਹਨੇ ਉੱਥੇ ਜਾਣਾ ਸੀ। ਅਤੇ ਮੈਂ ਟੈਕਸੀ ਫੜੀ। ਮੈਨੂੰ ਸਿਰਫ ਇੱਕ ਨਾਮ ਮੈਂ ਸੁਣਿਆ ਸੀ ਕਿ ਇੱਕ ਬਜ਼ੁਰਗ ਦਾ, ਸਰਦਾਰ ਆਤਮਾ ਸਿੰਘ, ਉਹ ਭਾਰਤ ਟਰਾਂਸਪੋਰਟ ਵਾਲੇ, ਉਹਨਾਂ ਦਾ ਸਾਡੇ ਬਜ਼ੁਰਗਾਂ ਨਾਲ ਬਹੁਤ ਪਿਆਰ ਸੀ। ਸਿਰਫ ਇੱਕ ਮੈਂ ਨਾਂ ਜਾਣਦਾ ਸੀ, ਔਰ ਇੱਕ ਮੈਂ ਜਾਣਦਾ ਸੀ, ਮੈਨੂੰ ਕਿਸੇ ਨੇ ਦੱਸਿਆ ਸੀ ਕਿ ਰਾਏਕੋਟ ਦੇ 4 ਦਰਵਾਜ਼ੇ, ਤਲਵੰਡੀ ਗੇਟ ਜਿਹੜਾ ਹੈ ਉਹਦੇ ਨਾਲ ਬੱਸ ਸਟੈਂਡ ਹੈਗਾ, ਬੱਸ ਸਟੈਂਡ ਦੇ ਨਾਲ ਸਰਦਾਰ ਆਤਮਾ ਸਿੰਘ ਦਾ ਘਰ ਹੈਗਾ। ਅੱਛਾ, ਮੈਨੂੰ ਇਹ ਨਿਸ਼ਾਨੀ ਪਤਾ ਸੀ। ਮੈਂ ਟੈਕਸੀ ਫੜੀ, ਚਲਾ ਗਿਆ, ਰਾਏਕੋਟ ਪਹੁੰਚ ਗਿਆ। ਉੱਥੇ ਜਦੋਂ ਘਰ ਪੁੱਛਿਆ, ਬੱਸ ਸਟੈਂਡ ਗਏ, ਬੱਸ ਸਟੈਂਡ ਤੋਂ ਅੱਗੇ ਘਰ ਦਾ ਪੁੱਛਿਆ, ਘਰ ਪਹੁੰਚ ਗਏ। ਸਰਦੀਆਂ ਦੇ ਦਿਨ ਸੀ, ਫਰਵਰੀ ਦੇ, ਅਤੇ ਬਾਹਰ ਧੁੱਪੇ ਬੈਠੇ ਮੰਜੀ 'ਤੇ ਸਰਦਾਰ ਆਤਮਾ ਸਿੰਘ ਜੀ ਬਜ਼ੁਰਗ ਬੈਠੇ। ਮੈਨੂੰ ਉਦੋਂ ਨਹੀਂ ਸੀ ਪਤਾ ਵੀ ਕਿਹੜੇ। ਮੈਂ ਪੁੱਛਿਆ, ਮੈਂ ਕਿਹਾ ਜੀ ਮੈਂ ਸਰਦਾਰ ਆਤਮਾ ਸਿੰਘ ਜੀ ਦਾ ਘਰ ਲੱਭਦਾ ਪਿਆ। ਕਹਿੰਦੇ ਬੇਟਾ ਮੇਰਾ ਹੀ ਨਾਂ ਹੈ। ਅਤੇ ਮੈਂ ਖੜ੍ਹਾ ਸੀ, ਅਤੇ ਮੈਂ ਕਿਹਾ ਜੀ ਮੈਂ ਰਾਏ ਅਜ਼ੀਜ਼ੁੱਲਾ ਮੇਰਾ ਨਾਮ ਹੈ, ਅਤੇ ਮੈਂ ਰਾਏ ਅਨਾਇਤ ਖਾਨ ਦਾ ਪੋਤਾ ਹੈ, ਰਾਏਕੋਟ ਵਾਲਿਆਂ ਦਾ। ਉਹ ਮੈਨੂੰ ਸਿਰ ਤੋਂ ਪੈਰ 'ਤੇ 2 ਵਾਰੀ ਦੇਖਿਆ ਉਹਨਾਂ ਨੇ
ਕਿ ਕੀ ਕਹਿ ਰਿਹਾ ਮੈਂ। ਕਹਿੰਦੇ ਕਾਕਾ ਜੀ ਫਿਰ ਤੁਸੀਂ ਦੱਸੋ ਕੀ ਕਿਹਾ ਤੁਸੀਂ ਮੈਨੂੰ। ਮੈਂ ਕਿਹਾ ਜੀ ਮੈਂ ਰਾਏ ਅਨਾਇਤ ਖਾਨ ਦਾ ਰਾਏਕੋਟ ਵਾਲਿਆਂ ਦਾ ਪੋਤਾ ਜਿਹੜੇ 47 'ਚ ਇੱਥੋਂ ਗਏ ਸੀ। ਤੇ ਖੜੇ ਹੋ ਗਏ, ਮੈਨੂੰ ਜੱਫੀ ਪਾ ਲਈ ਤੇ ਰੋਣ ਲੱਗ ਗਿਆ, ਅੱਖਾਂ 'ਚ ਆਂਸੂ ਉਹਨਾਂ ਦੇ। ਮੈਨੂੰ ਘੁੱਟ ਕੇ ਜੱਫੀ ਪਾਈ ਤੇ ਮੈਨੂੰ ਆਪਣੀ ਆਵਾਜ਼ ਮਾਰੀ ਆਪਣੀ ਵਾਈਫ ਨੂੰ। ਕਹਿੰਦੇ ਉਹਨਾਂ ਦਾ ਨਾਂ ਲੈ ਕੇ ਕਿ ਦੇਖ ਸਾਡੇ ਘਰ ਕੌਣ ਆਇਆ। ਕੈਸੀ ਘੜੀ ਸੀ ਉਹ? ਹਾਂ ਉਹ ਘੜੀ ਸੀ। ਦੇਖੋ ਅਸੀਂ ਪਹਿਲੀ ਵਾਰੀ ਮੈਂ ਮਿਲਿਆ ਲਾਈਫ 'ਚ ਉਹਨਾਂ ਨੂੰ, ਤੇ ਉਹ ਵੀ ਅੰਦਰੋਂ ਆ ਗਿਆ। ਉਹਨਾਂ ਨੇ ਮੈਨੂੰ ਪਿਆਰ ਦਿੱਤਾ। ਮੈਂ ਉਸੇ ਮੈਨੂੰ ਬਿਠਾਇਆ ਨਾਲ। ਮੈਂ ਕਿਹਾ ਜੀ ਮੇਰੇ ਕੋਲ ਟਾਈਮ ਥੋੜ੍ਹਾ ਹੈ, ਇੱਕ ਤਾਂ ਮੈਨੂੰ ਖੁਸ਼ੀ ਹੈ ਕਿ ਤੁਸੀਂ ਮਿਲ ਗਏ ਹੋ, ਤੁਹਾਨੂੰ ਮੈਂ ਮਿਲਣਾ ਸੀ ਤਾਂ ਮੈਂ ਆਪਣੀ ਹਵੇਲੀ ਦੇਖਣਾ ਚਾਹੁੰਦਾ, ਮੇਰੇ ਆਪਣੇ ਪਿਤਾ ਜੀ ਦੀ ਜਨਮ ਭੂਮੀ, ਮੇਰੇ ਦਾਦਾ ਜੀ ਦੀ ਜਨਮ ਭੂਮੀ। ਤੇ ਕਹਿੰਦੇ ਕਾਕਾ ਜੀ ਚੱਲਦੇ ਹਾਂ। ਫਿਰ ਉਹਨਾਂ ਨੇ ਚਾਹ ਬਣਾਈ, ਪਹਿਲੇ ਚਾਹ ਉਹਨਾਂ ਨੇ ਕਿਹਾ ਲੈ ਕੇ ਆਏ ਮਾਤਾ ਜੀ, ਉਹਨਾਂ ਨੇ ਚਾਹ ਪਿਲਾਈ। ਫਿਰ ਅਸੀਂ ਰਾਏਕੋਟ ਦੇ 4 ਦਰਵਾਜ਼ੇ ਹੈ ਔਰ 4 ਬਾਜ਼ਾਰ ਹੈ, ਐਨ ਕ੍ਰੋਸ ਜਾਂਦੇ ਆ। ਤੇ ਅਸੀਂ ਉਹਦੇ 'ਚੋਂ ਤੁਰੇ ਜਾਈਏ ਤੇ ਮੈਨੂੰ ਇਹ ਵੀ ਸੀ ਕਿ ਮੈਂ ਛੇਤੀ ਦੇਖ ਲਵਾਂ, ਦਿਮਾਗ ਸੀ ਕਿ ਮੈਂ ਵਾਪਸ ਟਾਈਮ ਨਾਲ ਪਹੁੰਚਣਾ ਸ਼ਾਮ ਤੋਂ ਪਹਿਲੇ। ਤੇ ਮੈਂ ਕਿਹਾ ਜੀ ਮੈਂ ਸਿਰਫ ਹਵੇਲੀ ਦੇਖਣੀ ਹੈ। ਕਹਿੰਦੇ ਚੱਲਦੇ ਹਾਂ। ਅਸੀਂ ਤੁਰੇ ਜਾਈਏ ਬਾਜ਼ਾਰ 'ਚੋਂ। ਤੇ ਮੈਨੂੰ ਪਿੱਛੋਂ ਕਿਸੇ ਨੇ ਮੋਢੇ ਤੇ ਮੇਰੇ ਹੱਥ ਰੱਖਿਆ। ਤੇ ਮੈਂ ਹੈਰਾਨ, ਮੈਂ ਕਿਹਾ ਮੈਨੂੰ ਇੱਥੇ ਕਿਉਂ ਰੋਕਿਆ? ਕੌਣ ਜਾਣਦਾ, ਰੋਕਿਆ ਕਾਹਦੇ ਲਈ ਮੈਨੂੰ ਇੱਥੇ? ਤੇ ਮੈਨੂੰ ਕਹਿੰਦੇ ਜੀ ਤੁਸੀਂ ਮਾਈਂਡ ਨਾ ਕਰਿਓ। 2 ਬੰਦੇ ਸੀ, ਆਤਮਾ ਸਿੰਘ ਮੈਂ, ਦੋਨੋਂ ਅਸੀਂ ਰੁਕ ਗਏ। ਮੈਨੂੰ ਕਹਿੰਦੇ ਜੀ ਕਿ ਤੁਸੀਂ ਇਹ ਦੱਸੋ, ਮਾਈਂਡ ਨਾ ਕਰਿਓ, ਤੁਸੀਂ ਦੱਸੋ ਰਾਏ ਫਕੀਰੁੱਲਾ ਦੇ ਤੁਸੀਂ ਕੀ ਲੱਗਦੇ ਹੋ? ਇਹ ਮੇਰੇ ਫਾਦਰ ਦਾ ਨਾਂ ਹੈ। ਮੈਂ ਕਿਹਾ ਜੀ ਮੈਂ ਉਹਨਾਂ ਦਾ ਬੇਟਾ ਹੈਗਾ। ਤੇ ਮੈਨੂੰ ਜੱਫੀ ਪਾ ਲਈ ਉਹਨਾਂ ਨੇ। ਕੀ ਨਾਂ ਸੀ ਉਹਨਾਂ ਦੇ? ਉਹਨਾਂ ਦਾ ਰਜਿੰਦਰ ਕੁਮਾਰ ਪੰਡਤ ਸੀ ਔਰ ਕ੍ਰਿਸ਼ਨ ਕੁਮਾਰ ਪੰਡਤ। ਅੱਛਾ, ਮੈਨੂੰ ਕਹਿੰਦੇ ਕਿ ਜੀ ਅਸੀਂ ਉੱਪਲ ਬੂਟ ਹਾਊਸ ਤੇ ਬੈਠੇ ਸੀ। ਉੱਪਲ ਬੂਟ ਹਾਊਸ ਉੱਥੇ ਜਾਣਦੇ ਹੋਣੇ ਸਾਰੇ, ਰਾਜ ਬੂਟ ਹਾਊਸ ਵੀ ਸੀ, ਉੱਪਲ ਬੂਟ ਹਾਊਸ ਵੀ ਸੀ, ਕੋਲੇ। ਤੇ ਉਹ ਕਹਿੰਦੇ ਅਸੀਂ ਉੱਥੇ ਬੈਠੇ ਸੀ ਤੇ ਤੁਸੀਂ ਸਾਹਮਣੇ ਲੰਘੇ ਹੋ। ਤੇ ਮੈਂ ਇਹਨੂੰ ਕਿਹਾ ਕਿ ਯਾਰ ਜਾਂ ਤੇ ਰਾਏ ਫਕੀਰੁੱਲਾ ਦਾ ਛੋਟਾ ਭਾਈ ਹੈ ਤੇ ਜਾਂ ਉਹਦਾ ਪੁੱਤ ਹੈ ਜਾਂ ਬੇਟਾ। ਤੁਹਾਡੀ ਉਹ ਸ਼ਕਲ ਤੋਂ ਉਹਨਾਂ ਨੇ ਸ਼ਕਲ ਤੋਂ ਪਛਾਣਿਆ। ਕਹਿੰਦਾ ਜੇ ਅਸੀਂ ਨਾ ਪੁੱਛਿਆ, ਇਹ 36 ਸਾਲ ਹੋ ਗਏ ਸੀ ਪਾਕਿਸਤਾਨ ਬਣੇ ਨੂੰ। ਉਸ ਟਾਈਮ ਠੀਕ ਹੈ, 83 47 ਤੋਂ ਬਾਅਦ 83 36 ਸਾਲ ਬਾਅਦ ਉਹਨਾਂ ਨੇ ਮੈਨੂੰ ਆਪਣੇ ਰਿਜ਼ੈਂਬਲੈਂਸ ਤੋਂ, ਮੇਰੇ ਫਾਦਰ ਦੀ ਸ਼ਕਲ ਤੋਂ ਪਛਾਣਿਆ। ਕਹਿੰਦੇ ਸਾਨੂੰ ਪਛਤਾਵਾ ਰਹਿਣਾ ਹੈ ਕਿ ਅਸੀਂ ਉਹਨਾਂ ਚੋਂ ਰਾਇਕਿਆਂ ਤੋਂ ਕੋਈ ਆਇਆ ਸੀ ਤੇ ਅਸੀਂ ਮਿਲ ਨਹੀਂ ਸਕੇ ਉਹਨਾਂ ਨੂੰ। ਤੇ ਮੈਂ ਕਿਹਾ ਜੀ ਮੈਨੂੰ ਬੜੀ ਖੁਸ਼ੀ ਹੈ। ਤੇ ਕਹਿੰਦੇ ਨਹੀਂ ਆਓ ਸਾਡੇ ਨਾਲ। ਮੈਂ ਕਿਹਾ ਜੀ ਮੈਨੂੰ ਜਲਦੀ ਹੈ, ਮੈਂ ਜ਼ਰਾ। ਕਹਿੰਦੇ ਨਹੀਂ ਜੀ ਇਹ ਨਹੀਂ ਹੋਣਾ। ਵਾਪਸ ਮੈਨੂੰ ਲਗਾਇਆ ਉੱਪਲ ਬੂਟ ਹਾਊਸ ਅਸੀਂ ਜਾਏ, ਉੱਥੇ ਦੁੱਧ ਮੰਗਵਾਇਆ, ਉੱਥੇ ਪੇੜੇ ਮੰਗਵਾਏ। ਤੇ ਮਤਲਬ ਇਹ ਐਸੀਆਂ ਗੱਲਾਂ ਜਿਹੜਾ ਕਿ ਇਨਸਾਨ ਨੂੰ ਬੰਦਾ ਭੁੱਲ ਨਹੀਂ ਸਕਦਾ, ਉਹਦੀ ਹੈਪੀਨੈਸ, ਉਹਦੀ ਖੁਸ਼ੀ ਐਕਸਪ੍ਰੈਸ ਵੀ ਨਹੀਂ ਕਰ ਸਕਦਾ। ਜਿਹੜੇ ਇਮੋਸ਼ਨਸ ਆ ਨਾ, ਜਿਹੜੇ ਤੁਸੀਂ ਹੰਡਾਏ ਨੇ, ਉਹ ਬਿਲਕੁਲ ਉਹ ਅਸੀਂ ਸੁਣਦੇ ਹਾਂ, ਅਸੀਂ ਭਾਵੁਕ ਹੁੰਦੇ ਹਾਂ, ਤੁਸੀਂ ਤਾਂ ਹੰਡਾਇਆ। ਬਿਲਕੁਲ ਸਹੀ ਹੈ। ਤੇ ਅੱਗੇ ਫਿਰ ਅਸੀਂ ਗਏ ਅੱਗੇ ਲੰਘੇ, ਅਸੀਂ ਹਵੇਲੀ ਜਾਂਦੇ ਹਾਂ। ਮੈਨੂੰ ਆਤਮਾ ਸਿੰਘ ਜੀ ਨੇ ਮਿਲਾਇਆ, ਲਾਲਾ ਹਰੀ ਚੰਦ ਕੌੜਾ, ਉਹਨਾਂ ਨੇ ਮਿਲਾਇਆ। ਉਹ ਸਾਡੇ ਬਜ਼ੁਰਗਾਂ ਨੂੰ ਜਾਣਦੇ ਸੀ, ਬਹੁਤ ਪਿਆਰ ਸੀ ਉਹਨਾਂ ਨਾਲ। ਉਹਨਾਂ ਦੇ ਭਾਈ ਰਮੇਸ਼ ਤੇ ਬੱਬੀ ਕੌੜਾ, ਉਹਨਾਂ ਨਾਲ ਵੀ ਮੇਰੀ ਬਹੁਤ ਦੋਸਤ ਪਿਆਰ ਬਣ ਗਿਆ ਬਾਅਦ 'ਚ। ਤੇ ਉਹ ਮਿਲੇ ਮੈਨੂੰ। ਉਹਨਾਂ ਨੇ ਮੈਨੂੰ ਕਿਹਾ ਜੀ ਕਿ ਰਾਏ ਸਾਹਿਬ ਤੁਹਾਡੇ ਦਾਦਾ ਬਾਬਾ ਜੀ ਨੇ ਸਾਨੂੰ ਆਹ ਦੁਕਾਨ ਦਿੱਤੀ ਸੀ, ਜਿਹੜੀ ਬਹੁਤ ਵੱਡੀ ਦੁਕਾਨ, ਉਹਨਾਂ ਦੀ ਪੁਰਾਣੀਆਂ ਗੱਲਾਂ। ਉੱਥੋਂ ਫਿਰ ਉਹਨਾਂ ਨੇ ਮੈਨੂੰ ਇਲਾਇਚੀਆਂ ਦਿੱਤੀਆਂ, ਕੂਜ਼ਾ ਮਿਸਰੀ ਦਿੱਤੀ ਹੁਣ ਆਪਣੀ ਦੁਕਾਨ 'ਚ। ਤੁਹਾਨੂੰ ਸਾਰਾ ਯਾਦ ਆ? ਅੱਛਾ, ਉਹ ਮੈਂ ਤੁਹਾਨੂੰ ਦੱਸਦਾ ਕਿ ਉਹ ਇਲਾਇਚੀਆਂ ਮੈਂ 14 ਸਾਲ ਸੰਭਾਲ ਕੇ ਰੱਖੀਆਂ ਲਾਹੌਰ ਆਪਣੇ ਘਰ 'ਚ। ਇੰਨਾ ਚਾਅ ਸੀ ਕਿ ਮੈਨੂੰ ਰਾਏਕੋਟ ਦੀਆਂ ਹੈਗੀਆਂ। ਤੇ ਉਸ ਤੋਂ ਬਾਅਦ ਅੱਗੇ ਫਿਰ ਮੈਂ ਹਵੇਲੀ ਗਏ। ਉੱਥੇ ਉਹ ਸਰਦਾਰ ਲਾਲ ਸਿੰਘ ਉਹਨਾਂ ਨੂੰ ਅਲਾਟ ਹੋ ਗਈ ਸੀ। ਜਸਵਿੰਦਰ ਤਾਜ ਤੇ ਜਸਵਿੰਦਰ ਜੱਸੀ, ਉਹ ਫਿਰ ਸਾਰੀ ਫੈਮਿਲੀ, ਉਹਨਾਂ ਦੇ ਮਾਤਾ ਜੀ ਵੀ ਉਦੋਂ ਸੀਗੇ। ਬਹੁਤ ਹੀ ਪਿਆਰ ਨਾਲ ਸਾਰੇ ਮਿਲੇ, ਸਾਰੀ ਹਵੇਲੀ ਮੈਂ ਦੇਖੀ। ਬਟ ਆਈ ਵਾਜ਼ ਸੋ ਇਮੋਸ਼ਨਲ, ਮੇਰੇ ਲਈ ਗੱਲ ਕਰਨੀ ਮੁਸ਼ਕਿਲ ਹੋ ਗਈ ਉੱਥੇ। ਫਿਰ ਜੋ ਲੇਕਿਨ ਸ਼ੁਕਰ ਹੈ ਅੱਲਾ ਦਾ, ਮੈਨੂੰ ਆਪਣੇ ਮਾਂ ਬਾਪ ਤੋਂ ਟਰਾਂਸਫਰ ਨਹੀਂ ਸੀ ਹੋਈਆਂ ਚੀਜ਼ਾਂ ਇੰਨੀਆਂ, ਲੇਕਿਨ ਰੱਬ ਨੇ ਜਦੋਂ ਮਿਹਰਬਾਨੀ ਕਰਨ ਵਾਲਾ ਉਹੀ ਹੈ, ਫਿਰ ਕੋਈ ਨਾ ਕੋਈ ਬੰਦਾ ਪਿਆਰ ਨਾਲ ਮੁਹੱਬਤ ਨਾਲ ਮਿਲਾਉਂਦਾ ਗਿਆ। ਤੇ ਉੱਥੋਂ ਫਿਰ ਉਸ ਤੋਂ ਉਹ ਮੇਰਾ 83, ਲੇਕਿਨ ਅਨਅਨਾਊਂਸਡ ਵਿਜ਼ਿਟ ਸੀ ਉਹ ਪਹਿਲਾ 83 ਦਾ ਜਿਹੜਾ ਰਾਏਕੋਟ ਸੀ। ਫਿਰ ਮੈਂ ਸ਼ਾਮ ਨੂੰ ਚਲਾ ਗਿਆ।
ਵਾਪਸ ਜਲੰਧਰ। ਨੈਕਸਟ ਡੇ ਫਿਰ ਮੈਂ ਤਲਵਣ ਗਿਆ। ਅੱਛਾ ਅੱਛਾ। ਤਲਵਣ ਵੀ ਫਿਰ ਮੈਂ ਆਪਣਾ ਨਾਨਕੀ ਦੀ ਕੋਠੀ, ਉਹ ਕਿਲੇ ਵਾਲੇ ਕਹਿੰਦੇ ਸੀ ਉਹਨਾਂ ਨੂੰ, ਅੱਛਾ ਮੇਰੇ ਨਾਨਕਿਆਂ ਨੂੰ। ਠੀਕ ਹੈ। ਰਾਏ ਹਬੀਬੁੱਲਾ ਔਰ ਹਫੀਜ਼ੁੱਲਾ ਉਹਨਾਂ ਦੇ ਨਾਂ ਸੀ। ਉਹ ਪੁਰਾਣੇ ਬੰਦੇ ਹੁਣ ਵੀ ਉਹਨਾਂ ਨੂੰ ਨਾਮ ਲੈ ਕੇ ਯਾਦ ਕਰਦੇ ਆ। ਫਿਰ ਤਾਂ ਬੜੇ ਭਾਵੁਕ ਹੋਏ ਜੀ ਰਾਏਕੋਟ ਜਾ ਕੇ ਤੁਸੀਂ? ਹਾਂਜੀ ਹਾਂਜੀ, ਬਹੁਤ ਮੇਰਾ ਯਾਦਗਾਰੀ ਸੀ। ਮੇਰੀ ਅੱਲਾ ਨੇ ਮੇਰੀ ਉਹ ਦੁਆ ਪੂਰੀ ਕੀਤੀ। ਹੁਣ ਵੀ ਕਿਉਂ ਨਾ, ਦੇਖੋ ਕਿ ਕਿੱਡਾ ਵੱਡਾ ਖਾਨਦਾਨ, ਤੁਸੀਂ ਕਿੰਨੀ ਹਿਸਟਰੀ ਦੱਸੀ। ਜਿਹੜੀ ਤੁਸੀਂ ਹਿਸਟਰੀ ਦੱਸੀ ਹੈ ਇਹ ਆਪਣੀ ਫੈਮਿਲੀ ਦੀ, ਇਹ ਜੇ ਕਿਸੇ ਨੇ ਜਾਣਨੀ ਹੋਵੇ ਕਿੱਥੋਂ ਮਤਲਬ ਪਤਾ ਲੱਗ ਸਕਦੀ? ਕੋਈ ਕਿਤਾਬ, ਕੋਈ ਇਹਦਾ ਰੈਫਰੈਂਸ ਕਿੱਥੋਂ ਮਿਲ ਸਕਦਾ? ਇਹ ਜੀ ਸਾਡੀ ਜਿਹੜੀ ਆਪਣਾ ਫੈਮਿਲੀ ਹਿਸਟਰੀ, ਉਹਦੇ ਵਿੱਚ ਚੀਫਸ ਆਫ ਪੰਜਾਬ 1890। ਅੱਛਾ ਜੀ। ਉਹਦੇ ਵਿੱਚ ਮੇਰੇ ਬਾਬਾ ਦੇ ਜਿਹੜੇ ਫਾਦਰ ਸੀ ਨਾ, ਰਾਏ ਫੈਜ਼ ਤਲਬ ਖਾਨ ਚੀਫ, ਉਹਨਾਂ ਦਾ ਨਾਮ ਐਜ਼ ਚੀਫ ਆਫ ਪੰਜਾਬ ਲੁਧਿਆਣੇ ਜ਼ਿਲ੍ਹੇ ਵਿੱਚ ਹੈ। ਅੱਛਾ ਜੀ। 1890 ਦੀ ਛਪੀ ਹੋਈ ਹੈ, ਬ੍ਰਿਟਿਸ਼ ਗਵਰਨਮੈਂਟ ਨੇ ਛਾਪੀ ਹੋਈ ਸੀ। ਉਸ ਤੋਂ ਪਹਿਲੇ ਰਾਜਾਜ਼ ਆਫ ਪੰਜਾਬ ਦੇ ਵਿੱਚ 1870 'ਚ ਰਾਏ ਇਮਾਮ ਬਖਸ਼ੀ ਜਿਹੜੇ ਮੇਰੇ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਸੀ, ਅੱਛਾ ਜੀ, ਉਹਨਾਂ ਦਾ ਜ਼ਿਕਰ ਹੈ ਐਜ਼ ਹੈਡ ਆਫ ਦਾ ਰਾਏ ਫੈਮਿਲੀ ਆਫ ਰਾਏਕੋਟ। ਅੱਛਾ ਜੀ। 1870। ਫਿਰ 1904 ਦੇ ਵਿੱਚ ਜਿਵੇਂ ਲੁਧਿਆਣਾ ਡਿਸਟ੍ਰਿਕਟ ਗੈਜ਼ਟੀਅਰ ਮੈਂ ਤੁਹਾਨੂੰ ਦੱਸਿਆ, ਜਿਹਦੀਆਂ 17 ਪੀੜ੍ਹੀਆਂ ਦਾ ਜ਼ਿਕਰ ਹੈ, ਸਾਰੀ ਫੈਮਿਲੀ ਦਾ ਜ਼ਿਕਰ ਹੈ। ਫਿਰ 1909 ਦੇ ਵਿੱਚ ਚੀਫਸ ਆਫ ਪੰਜਾਬ ਛਪੀ, ਉਹਦੇ ਵਿੱਚ ਮੇਰੇ ਬਾਬਾ ਜੀ ਐਜ਼ ਚੀਫ ਆਫ ਰਾਏਕੋਟ ਇਨ ਲੁਧਿਆਣਾ ਜ਼ਿਲ੍ਹੇ ਵਿੱਚ। ਫਿਰ 1940 ਦੇ ਵਿੱਚ ਚੀਫਸ ਆਫ ਪੰਜਾਬ ਛਪੀ, ਉਹਦੇ ਵਿੱਚ ਵੀ ਮੇਰੇ ਬਾਬਾ ਜੀ, ਬਿਕੋਜ਼ ਉਹ ਉਹੀ ਸੀ ਹੈਡ ਆਫ ਦਾ ਫੈਮਿਲੀ ਸੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਕਿਹੜਾ ਸ਼ਹਿਰ ਕਦੋਂ ਆਬਾਦ ਹੋਇਆ, ਕਿਹਨੇ ਕੀਤਾ, ਉਹ ਡੇਟਾਂ ਦੇ ਨਾਲ ਲਿਖੇ ਹੋਏ ਆ। ਤੇ ਇਹ ਚੀਜ਼ਾਂ ਮੈਨੂੰ ਹੌਲੀ ਹੌਲੀ ਮਿਲੀਆਂ, ਕਿਉਂਕਿ ਜਦੋਂ ਅਨਾਊਂਸ ਹੋਇਆ, ਜਦੋਂ ਮੈਂ ਤੁਹਾਨੂੰ ਦੱਸਿਆ ਇੰਗਲੈਂਡ ਵਾਲੇ ਐਡੀਟਰ ਨੇ ਛਾਪਿਆ ਮਜ਼ਮੂਨ ਜਾ ਕੇ ਇੰਗਲੈਂਡ, ਉਦੋਂ ਫਿਰ ਗੱਲ ਫੈਲੀ, ਫਿਰ ਸਾਰੀ ਦੁਨੀਆ 'ਚ ਫੈਲੀ। ਫਿਰ 94 ਦੇ ਵਿੱਚ ਗੰਗਾ ਸਾਗਰ ਦੇ ਦਰਸ਼ਨ ਸਭ ਤੋਂ ਪਹਿਲੀ ਵਾਰੀ 47 ਤੋਂ ਬਾਅਦ। ਇੱਥੇ ਹੋਲਡ ਕਰਕੇ ਮੈਂ ਉਹ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਰਾਏਕੋਟੋਂ ਫਿਰ ਜਦ ਤੁਸੀਂ ਵਿਦਾਇਗੀ ਲਈ ਆਤਮਾ ਸਿੰਘ, ਉਹ ਕੀ ਮਾਹੌਲ ਸੀਗਾ ਜੀ? ਬਾਜੀ ਉੱਥੋਂ ਤੁਸੀਂ ਵਾਪਸ ਜਲੰਧਰ ਹੀ ਆ ਗਏ ਹੋਵੋਗੇ? ਉੱਥੋਂ ਮੈਂ ਜਲੰਧਰ ਵਾਪਸ ਆਉਣਾ ਸੀ ਸ਼ਾਮ ਵੇਲੇ, ਕਿਉਂਕਿ ਉੱਥੇ ਅਸੀਂ ਜਿੱਥੇ ਠਹਿਰੇ ਹੋਏ ਸੀ ਜੀ। ਤੇ ਆਤਮਾ ਸਿੰਘ ਹੁਣੀ ਵੀ ਬਹੁਤ ਪਿਆਰ ਨਾਲ ਮਿਲੇ ਉਹਨਾਂ ਨੇ ਮੈਨੂੰ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਦਾ ਬੇਟਾ ਸਰਦਾਰ ਗੁਰਚਰਨ ਸਿੰਘ ਹੈਗੇ, ਉਹ ਹੁਣ ਵੀ ਆਜ਼ਾਦ ਹੈਗੇ ਹੈ, ਲੁਧਿਆਣੇ ਹੈ। ਉਹਨਾਂ ਨੂੰ ਫਿਰ ਅਗਲੇ ਦਿਨ ਲੈ ਕੇ ਆਏ ਕਿ ਮੈਂ ਲੈ ਕੇ, ਉਹ ਜਲੰਧਰ ਸਾਡੇ ਹੋਟਲ 'ਚ ਆਏ ਸਾਨੂੰ ਮਿਲਣ ਵਾਸਤੇ। ਤੇ ਉਹਨਾਂ ਕਿਹਾ ਵੀ ਬੱਚਿਆਂ ਨੂੰ ਤੁਸੀਂ ਅੱਗੇ ਨੂੰ ਤੁਸੀਂ ਇੱਕ ਦੂਜੇ ਨੂੰ ਮਿਲਣਾ। ਤੇ ਉਸ ਤੋਂ ਬਾਅਦ ਫਿਰ ਆਪਣੇ ਪੋਤੇ ਨੂੰ ਲੈ ਕੇ ਲਾਹੌਰ ਵੀ ਆਏ ਸੀ ਮੇਰੇ ਕੋਲ। ਅੱਛਾ। ਤੇ ਫਿਰ ਜਦੋਂ ਤੁਸੀਂ ਜਲੰਧਰ ਆਏ ਸੀ ਉਦੋਂ ਫਿਰ ਇਕੱਲਾ ਰਾਏਕੋਟ ਹੀ ਗਏ ਜਾਂ ਹੋਰ ਵੀ? ਜੀ ਮੈਂ ਫਿਰ ਨਹੀਂ, ਤਲਵਣ ਵੀ ਗਿਆ। ਅੱਛਾ ਜੀ। ਫਿਰ ਨੈਕਸਟ ਡੇ ਫਿਰ ਮੈਂ ਤਲਵਣ ਗਿਆ। ਤੁਹਾਡੇ ਨਾਲ ਆਪਣੇ ਮੇਰੇ ਨਾਨਕਿਆਂ ਦੀ, ਮੇਰੀ ਮਾਤਾ ਜੀ ਦੀ ਜਨਮ ਭੂਮੀ। ਅੱਛਾ। ਇਹ ਕਿਲੇ ਵਾਲੇ ਕਹਿਲਾਉਂਦੇ ਸੀ ਇਹਨਾਂ ਨੂੰ। ਰਾਏ ਹਬੀਬੁੱਲਾ, ਉਹਨਾਂ ਦਾ ਹਬੀਬੁੱਲਾ ਖਾਨ ਸੀ ਮੇਰੇ ਮਾਮਾ ਜੀ ਦਾ ਨਾਂ, ਵੱਡੇ ਉਹ, ਤੇ ਹੋਰ ਹਫੀਜ਼ੁੱਲਾ ਸੀ ਇਹ, ਤੇ ਸੁਲਤਾਨ ਮਹਿਮੂਦ, 3 ਭਰਾ ਸੀ। ਇਹ ਕਿਲੇ ਵਾਲੇ ਕਹਿਲਾਉਂਦੇ ਸੀ। ਨਵੀਂ ਕੋਠੀ ਪਾਈ ਸੀ ਉਹਨਾਂ ਨੇ 2-3 ਸਾਲ ਪਹਿਲੇ ਕੰਪਲੀਟ ਹੋਈ ਸੀ। ਉਹਨਾਂ ਦਿਨਾਂ ਦੇ ਵਿੱਚ ਹਲਟੀ ਨਾਲ ਪਾਣੀ ਉੱਪਰ ਜਾਂਦਾ ਸੀ, ਟੈਂਕੀਆਂ ਬਣੀਆਂ ਹੋਈਆਂ ਸੀ, ਉੱਥੋਂ ਫਿਰ ਟੂਟੀਆਂ 'ਚ ਆਉਂਦਾ ਸੀ। ਬਹੁਤ ਘੱਟ ਹੁੰਦਾ ਸੀ ਇਹੋ ਜਿਹੀ ਫੈਸਿਲਿਟੀਜ਼ ਅੱਜ ਤੋਂ 80 ਸਾਲ ਪਹਿਲੇ। ਉਦੋਂ ਖੂਹਾਂ ਦਾ ਟਾਈਮ ਸੀ। ਉਦੋਂ ਉਹਨਾਂ ਨੇ ਹਲਟੀ ਲਾ ਕੇ ਤੇ ਉੱਪਰ ਟਿੰਡਾਂ ਜਾਂਦੀਆਂ ਸੀ, ਉਹ ਉੱਪਰ ਜਾ ਕੇ ਟੈਂਕੀ ਭਰਦੀਆਂ ਸੀ। ਤੇ ਉਹ ਮਤਲਬ ਬਦਕਿਸਮਤ ਦੀਆਂ ਗੱਲਾਂ ਕਿ ਲੋਕਾਂ ਨੇ ਪਤਾ ਨਹੀਂ ਇੱਧਰ ਉੱਧਰ ਦੋਨੋਂ ਪਾਸੇ ਕਿੰਨੇ ਚਾਵਾਂ ਨਾਲ ਚੀਜ਼ਾਂ ਬਣਾਈਆਂ ਸੀ। ਸੱਚੀ ਗੱਲ ਹੈ। ਔਰ ਇੱਕ ਮੇਰਾ ਖਿਆਲ ਹਿਸਟਰੀ ਦੀ ਬਹੁਤ ਵੱਡੀ ਤਰਾਸਦੀ ਸੀਗੀ, ਬਹੁਤ ਵੱਡੀ। ਮੈਂ ਤੁਹਾਡੇ ਇੱਥੇ ਜ਼ਿਕਰ ਕਰਦਾ, ਤੁਹਾਡੀ ਰਹਿਨੁਮਾਈ ਦਾ ਸਦਕਾ ਮੈਂ ਵੀ ਜਦੋਂ ਗਿਆ, ਇੰਨੀ ਬੇਪਨਾਹ ਮੁਹੱਬਤ ਮਿਲਦੀ ਆ ਪਾਕਿਸਤਾਨ 'ਚ ਜਾ ਕੇ, ਔਰ ਪਬਲਿਕ ਇੰਨਾ ਕੁ ਪਿਆਰ ਕਰਦੀ ਆ, ਮੈਂ ਮਤਲਬ ਮੇਰੇ ਕੋਲ ਲਫ਼ਜ਼ ਨਹੀਂ ਬਿਆਨ ਕਰ ਲਈ। ਮੈਂ ਤੁਹਾਡਾ ਰਿਣੀ ਰਹੂੰਗਾ ਸਾਰੀ ਜ਼ਿੰਦਗੀ। ਪਹਿਲਾਂ ਬੜਾ ਇੱਕ ਨਾ ਖੌਫ ਸੀ ਦਿਮਾਗ 'ਚ ਵੀ ਜੇ ਪਾਕਿਸਤਾਨ ਜਾਵਾਂਗੇ ਕਨੀ ਕੀ ਹੋ ਜਾਊਗਾ, ਔਰ ਹੁਣ ਵਾਰ-ਵਾਰ ਮੇਰੇ ਬੱਚੇ ਮੈਨੂੰ ਕਹਿੰਦੇ ਵੀ ਆਪਾਂ ਜਾ ਕੇ ਆਉਣਾ। ਮਤਲਬ ਰਿਐਲਿਟੀ ਕੁਛ ਹੋਰ ਆ ਮੀਡੀਆ ਦੇ ਵਿੱਚ ਕੋਲ। ਬਿਲਕੁਲ, ਮੈਂ ਵੀ, ਅਸੀਂ ਵੀ ਪੰਜਾਬ ਗਏ, ਕਿੰਨੀ ਵਾਰੀ ਮੈਂ ਗਿਆ, ਤੇ ਇੰਨਾ ਜ਼ਿਆਦਾ ਪਿਆਰ, ਇੰਨੀ ਮੁਹੱਬਤ, ਮੋਹ ਪਿਆਰ ਹੈ ਜਿਹੜਾ ਕਿ ਦੱਸਣਾ ਮੁਸ਼ਕਿਲ ਹੋ ਜਾਂਦਾ। ਅਨਫੋਰਚੂਨੇਟਲੀ ਮੀਡੀਆ ਦਾ ਪ੍ਰੋਪੇਗੈਂਡਾ ਜਿਹੜਾ ਐਂਟੀ, ਉਹਦੀ ਵਜ੍ਹਾ ਨਾਲ ਇੱਕ ਜ਼ਾਹਿਰ ਹੈ ਉਹ ਫਿਰ, ਲੇਕਿਨ ਜਿਹੜਾ ਇੱਕ ਵਾਰੀ ਹੋ ਕੇ ਆ ਜਾਂਦਾ ਦੋਨੋਂ ਪਾਸੇ, ਉਹਨੂੰ ਤਾਂ ਬਲਕਿ ਉਹਨੂੰ ਤਾਂ ਚਾਅ ਚੜ੍ਹਦਾ, ਬਲਕਿ ਦੱਸਦਾ, ਸ਼ੌਕ ਨਾਲ ਦੱਸਦਾ ਕਿ ਜ਼ਰੂਰ ਜਾਣਾ ਚਾਹੀਦਾ। ਅੱਛਾ, ਫਿਰ ਤਲਵਣ ਤੋਂ ਹੋ ਕੇ ਤੁਸੀਂ ਜਲੰਧਰ ਆ ਕੇ ਵਾਪਸ ਆ ਗਏ ਨਾ ਜੀ? ਤਲਵਣ ਤੋਂ ਹੋ ਗਏ। ਉੱਥੇ ਮੈਨੂੰ ਪੁਰਾਣੇ ਬੰਦੇ ਮਿਲ ਗਏ ਜਿਹੜੇ ਸਾਡੇ ਨਾਨਕਿਆਂ ਦੇ ਨਾ ਘਰ ਕੰਮ ਸ਼ਮ ਕਰਦੇ ਸੀ, ਕੁਛ ਉਹ ਬੰਦੇ ਮਿਲ ਗਏ। ਉਹ ਬਾਕੀ ਤਾਂ ਬਜ਼ੁਰਗ ਨਹੀਂ, ਬਿਲਕੁਲ ਜ਼ਿਆਦਾ ਟਾਈਮ ਉਹ ਥੋੜਾ ਹੀ ਹੋਇਆ, 36 ਸਾਲ ਹੋਏ 36 ਸਾਲ ਹੋਏ ਸੀ। ਕੁਛ ਬਜ਼ੁਰਗ ਉਦੋਂ ਬਜ਼ੁਰਗ ਸੀਗੇ।
ਤੇ ਲੇਕਿਨ ਇਹ ਕਿ ਤਲਵੰਡ ਜ਼ਿਆਦਾ ਸਾਰਾ ਮੁਸਲਮਾਨਾਂ ਦਾ ਸੀ, ਬਹੁਤ ਥੋੜੇ ਸੀ ਦੂਸਰੇ ਸਰਦਾਰ ਉੱਥੇ ਹਿੰਦੂ ਥੋੜੇ ਘਰ ਸੀ, ਤੇ ਇਸ ਲਈ ਫਿਰ ਬਾਹਰੋਂ ਆਈ ਸੀ ਪਬਲਿਕ ਜ਼ਿਆਦਾ, ਬਾਹਰੋਂ ਆ ਕੇ ਬੈਠੇ ਹੋਏ ਸੀ। ਹੁਣ ਵੀ ਮੈਨੂੰ ਕਈ ਦੋਸਤ ਉੱਥੇ ਦੇ ਤਲਵੰਡ ਦੇ ਕੰਟੈਕਟ ਕਰਦੇ ਆ, ਬੜੇ ਪਿਆਰ ਨਾਲ ਮਿਲਦੇ ਵੀ ਆ, ਫੋਨ ਵੀ ਕਰਦੇ ਆ। ਤੇ ਉਦੋਂ ਫਿਰ ਉਸ ਤੋਂ ਸਿਰਫ 2 ਘੰਟੇ, ਉਦੋਂ 2 ਘੰਟੇ ਮੈਂ ਰਾਏਕੋਟ ਰਿਹਾ ਸੀ, ਉਦੋਂ ਘੰਟਾ ਡੇਢ ਮੈਂ ਤਲਵੰਡ ਰਿਹਾ ਸੀ ਦੋਨੋਂ ਦਿਨ। 2 ਘੰਟੇ ਕੈਸੇ ਯਾਦਗਾਰੀ ਘੰਟੇ। ਹਾਂ ਬਸ ਸ਼ੁਕਰ ਹੈ ਅੱਲਾ ਦਾ। ਫਿਰ ਮੈਂ ਫੋਟੋ ਲਿਆ ਕੇ ਦਿਖਾਈਆਂ ਬਜ਼ੁਰਗਾਂ ਨੂੰ, ਆਪਣੇ ਮੇਰੇ ਮਾਮਾ ਜੀ ਜ਼ਿੰਦਾ ਸੀ, ਉਹਨਾਂ ਨੂੰ ਦਿਖਾਈਆਂ। ਉਹ ਹੀ ਕੁਡ ਕੰਟਰੋਲ ਹਿਜ਼ ਟੀਅਰਸ, ਅੱਖਾਂ 'ਚ ਆਂਸੂ ਸੀ ਉਹਨਾਂ ਦੇ ਆਪਣੇ ਘਰ ਦੇਖ ਕੇ। ਅੱਛਾ ਰਾਏ ਸਾਹਿਬ, ਫਿਰ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਹੌਲੀ ਹੌਲੀ ਇਹ, ਕਿਉਂਕਿ ਉਸ ਤੋਂ ਬਾਅਦ ਉੱਪਰ ਉਸ ਥਲੀ 2 ਜੰਗ ਲੱਗ ਗਏ ਸੀਗੇ ਪਾਕਿਸਤਾਨ ਨਾਲ, 1971 ਵਾਲਾ ਤੇ 65 ਵਾਲਾ, ਹੈ ਨਾ। ਮੇਰਾ ਖਿਆਲ ਕੁੜਤਣ ਘਟਦੀ ਫਿਰ ਬਹੁਤ ਸਲੋ ਤਰੀਕੇ ਨਾਲ। ਫਿਰ ਇਹ ਗੰਗਾ ਸਾਗਰ ਦੁਬਾਰਾ ਕਿਵੇਂ ਤੁਸੀਂ ਮਤਲਬ ਪਤਾ ਲੱਗਿਆ ਲੋਕਾਂ ਨੂੰ ਤੁਹਾਡੇ ਬਾਰੇ? ਮੈਂ ਦਾਦੀ ਜੀ ਨੇ ਮੈਨੂੰ ਜਦੋਂ ਦੱਸਿਆ ਨਾ ਜੀ, ਉਹ ਮੇਰੇ ਮਨ 'ਚ ਸੀ ਕਿ ਮੈਂ ਜਦੋਂ ਮੈਨੂੰ ਅੱਲਾ ਨੇ ਮੌਕਾ ਦਿੱਤਾ ਤੇ ਮੈਂ ਆਪਣੇ ਬਜ਼ੁਰਗਾਂ ਨਾਲ ਸਾਂਝੀ ਕਰਾਂ। ਇਹ ਸਾਂਝਾ ਵਿਰਸਾ ਸਾਡਾ, ਖਾਲਸਾ ਪੰਥ ਦਾ ਤੇ ਰਾਏ ਫੈਮਿਲੀ ਦਾ, ਤੇ ਸਾਡੇ ਲਈ ਸਾਂਝਾ ਹੈ, ਤੇ ਮੇਰੇ ਕੋਲ ਇੱਕ ਕਿਸਮ ਦੀ ਅਮਾਨਤ ਹੈ, ਤੇ ਜਿਹੜੀ ਪ੍ਰਾਈਸਲੈਸ ਹੈ, ਇਹਦੀ ਕੋਈ ਮੁੱਲ ਨਹੀਂ ਬਣਦਾ। ਤੇ ਉਹ ਫਿਰ ਮੈਨੂੰ ਇਹ ਸੀ ਕਿ ਮੇਰੀ ਦਾਦੀ ਜੀ, ਮੈਂ 24 ਸਾਲ ਦਾ ਸੀ ਜਦੋਂ ਉਹ ਵੀ ਪੂਰੇ ਹੋ ਗਏ, ਮੇਰੇ ਵਿਆਹ ਤੋਂ ਪਹਿਲੇ। ਉਹਨਾਂ ਨੇ ਇੱਧਰ ਆ ਕੇ ਤਕਲੀਫਾਂ ਹੀ ਦੇਖੀਆਂ ਉੱਥੇ, ਮਤਲਬ ਤੁਹਾਨੂੰ ਅੰਦਾਜ਼ਾ ਹੀ ਹੈ ਤੁਹਾਨੂੰ ਕਿ ਕਿਸ ਰਾਏਕੋਟ ਕਿਵੇਂ ਰਹਿੰਦੇ ਹੋਣੇ ਆ। ਤੇ ਇੱਥੇ ਆ ਕੇ ਉਹਨਾਂ ਨੇ ਫਿਰ ਹਸਬੈਂਡ ਚਲੇ ਗਏ, ਪੁੱਤਰ ਇੱਕੋ ਹੀ ਪੁੱਤ ਸੀ, ਉਹ ਫੌਤ ਹੋ ਗਏ, ਬੱਚੇ ਛੋਟੇ ਦੀ ਪਰੇਸ਼ਾਨੀ ਹੋ ਗਈ, ਸਾਂਭਿਆ ਪੜ੍ਹਾਇਆ। ਤੇ ਉਹਨਾਂ ਦੀ ਮੇਰੀ ਸ਼ਾਦੀ ਤੋਂ ਪਹਿਲੇ ਉਹਨਾਂ ਦੀ ਡੈਥ ਹੋ ਗਈ। ਮੈਨੂੰ ਇਹ ਮਨ 'ਚ ਬੜਾ ਰਿਹਾ ਕਿ ਰੱਬ ਨੇ ਉਹਨਾਂ ਨੂੰ ਹਾਂ ਮਨਜ਼ੂਰ ਨਹੀਂ ਸੀ, ਰੱਬ ਨੂੰ ਉਹ ਦੇਖ ਨਹੀਂ ਸਕੇ। ਤੇ ਮੈਂ 24 ਸਾਲ ਦਾ ਸੀ ਜਦੋਂ ਪੂਰੇ ਹੋਏ। ਇਹ ਮੈਂ ਤਾਂ ਗੱਲ ਦੱਸਣਾ ਚਾਹੁੰਦਾ ਕਿ ਗੰਗਾ ਸਾਗਰ ਪ੍ਰਤੀ ਉਹਨਾਂ ਦੀ ਇੰਨਾ ਜ਼ਿਆਦਾ ਉਹਨਾਂ ਨੂੰ ਫਿਕਰ ਹੁੰਦਾ ਸੀ ਕਿ ਮੈਨੂੰ 24 ਸਾਲਾਂ 'ਚ ਸਿਰਫ 2 ਵਾਰੀ ਮੇਰੀ ਦਾਦੀ ਨੇ ਗੰਗਾ ਸਾਗਰ ਨੂੰ ਹੱਥ ਲਾਉਣ ਦਿੱਤਾ। ਉਹ ਇੰਨਾ ਜ਼ਿਆਦਾ ਉਹਨਾਂ ਨੂੰ ਫਿਕਰ ਸੀ ਕਿ ਇੱਕ ਤਾਂ ਇਹ ਕਿਸ ਮਹਾਨ ਹਸਤੀ ਦੀ ਕਿੱਡੀ ਵੱਡੀ ਬਖਸ਼ਿਸ਼ ਹੈ, ਇਹਨੂੰ ਕਿਸ ਸਤਿਕਾਰ ਨਾਲ ਰੱਖਣਾ ਹੈ, ਨਰਾਦਰੀ ਨਾ ਹੋਵੇ, ਇਹਨੂੰ ਸੁਰਤ ਸੰਭਾਲੇ ਕਿ ਮੈਨੂੰ ਕੀ ਚੀਜ਼ ਦੀ ਜ਼ਿੰਮੇਵਾਰੀ ਮਿਲੀ ਹੈ, ਮੇਰੇ ਮੋਢਿਆਂ 'ਤੇ ਪਈ ਹੈ। ਦੂਸਰਾ ਇਹ ਸੀ ਕਿ ਇਹਨੂੰ ਕੋਈ ਮਿਸਗਾਈਡ ਨਾ ਕਰੇ, ਇਹਨੂੰ ਕੋਈ ਹਾਰਮ ਨਾ ਕਰੇ, ਕੋਈ ਕੁਰਾਹ ਨਾ ਪਾਵੇ। ਦੇਖੋ ਹਰ ਕਿਸਮ ਦੀ ਦੁਨੀਆ ਹੈ। ਅੱਜ ਅਸੀਂ ਦੋਤਿਆਂ ਪੋਤਿਆਂ ਵਾਲੇ ਹਾਂ, ਅੱਜ ਅੰਦਾਜ਼ਾ ਹੁੰਦਾ ਕਿ ਉਹ ਕਿੰਨੀ ਦੂਰ ਦੀ ਸੋਚ ਸੀ ਉਹਨਾਂ ਦੀ। ਤੇ ਮੈਨੂੰ ਨਹੀਂ ਸੀ ਦੱਸਦੇ ਹੁੰਦੇ ਮੈਂ ਕਿੱਥੇ ਰੱਖਿਆ ਹੋਇਆ ਗੰਗਾ ਸਾਗਰ। ਹਾਂ, ਤੇ ਮਤਲਬ ਮੈਨੂੰ ਨਹੀਂ ਦੱਸਦੇ ਸੀ ਇੰਨੀ ਉਹਨਾਂ ਦੀ ਸੇਫਟੀ, ਉਹਦੀ ਆਪਣਾ ਅਦਬ, ਹਰ ਚੀਜ਼ ਦਾ ਉਹਨਾਂ ਨੂੰ ਫਿਕਰ ਹੁੰਦਾ ਸੀ। ਨਾਓ ਆਈ ਰੀਅਲਾਈਜ਼ ਕਿ ਕਿੱਡੀ ਵੱਡੀ ਉੱਚੀ ਸੋਚ ਸੀ ਉਹਨਾਂ ਦੀ। ਤੇ ਫਿਰ ਉਹ ਪੂਰੇ ਹੋ ਗਏ, ਮੇਰੀ ਸ਼ਾਦੀ ਬਾਅਦ 'ਚ ਹੋਈ ਹੈ। ਅੱਛਾ, ਪੂਰੇ ਹੋਣ ਤੋਂ ਪਹਿਲਾਂ ਫਿਰ ਤੁਹਾਨੂੰ ਸਾਰਾ ਉਹ ਇੱਕ ਵਾਰੀ ਦੱਸ ਗਏ? ਉਹਨਾਂ ਨੇ ਪੂਰਾ ਦੱਸਿਆ ਕਿ ਸਾਡਾ ਬੈਕਗਰਾਊਂਡ ਕੀ ਸੀ, ਸਾਡਾ ਫੈਮਿਲੀ ਦਾ ਰਿਸ਼ਤਾ ਪਿਆਰ ਦਾ ਕੀ ਸੀ, ਗੁਰੂ ਸਾਹਿਬ ਦਾ ਉੱਥੇ ਆਉਣਾ। ਉਸ ਤੋਂ ਬਾਅਦ ਫਿਰ ਤੁਸੀਂ ਪਾਕਿਸਤਾਨ ਤੋਂ? ਫਿਰ ਮੈਨੂੰ ਇਹ ਸੀ, ਜਿਵੇਂ ਪਹਿਲੇ ਦੱਸਿਆ, ਮੈਨੂੰ ਖੇਲਣ ਦਾ ਸ਼ੌਕ ਸੀ। ਮੈਂ ਇੰਗਲੈਂਡ ਵੀ ਗਿਆ ਵਰਲਡ ਕੱਪ ਦੇਖਣ 79 'ਚ, 81 'ਚ ਵੀ ਗਿਆ, ਹਾਕੀ ਦੇ ਟੂਰਨਾਮੈਂਟਸ ਵੀ ਦੇਖੇ। ਮੈਂ ਇੱਥੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਮਰਾਨ ਖਾਨ ਸਾਹਿਬ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਸ ਵੇਲੇ, ਤੁਸੀਂ ਉਹਨਾਂ ਨਾਲ ਮੇਰੇ ਖਿਆਲ ਬਚਪਨ ਤੋਂ ਇਕੱਠੇ ਪੜ੍ਹੇ ਹੋ। ਮੈਂ ਤੁਹਾਡੇ ਘਰ ਲੱਗੀਆਂ ਫੋਟੋਆਂ ਦੇਖੀਆਂ, ਸੋ ਉਹ ਵੀ ਮਾੜਾ ਸਾਡੇ ਦਰਸ਼ਕਾਂ ਨੂੰ ਦੱਸਦੇ ਜੀ। ਹਾਂ ਜੀ, HSN ਕਾਲਜ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ, HSN ਚੀਫਸ ਕਾਲਜ ਦਾ ਨਾਂ ਸੀ। ਇੱਥੇ ਮੈਂ ਪੜ੍ਹਿਆ 12 ਸਾਲ, ਤੇ 9 ਸਾਲ ਅਸੀਂ ਇਮਰਾਨ ਖਾਨ ਤੇ ਮੈਂ ਅਸੀਂ ਇਕੱਠੇ ਪੜ੍ਹੇ ਇਸੇ ਸਕੂਲ 'ਚ। ਤੇ ਇਹ ਫਿਰ 11ਵੀਂ 'ਚ ਚਲੇ ਗਏ ਸੀ ਬਾਹਰ ਇੰਗਲੈਂਡ। ਤੇ ਅਸੀਂ 9 ਸਾਲ ਇਕੱਠੇ ਪੜ੍ਹੇ। ਉਦੋਂ ਦਾ ਬਚਪਨ ਤੋਂ, ਬਲਕਿ ਜੂਨੀਅਰ ਹਾਕੀ ਟੀਮ ਜਿਹੜੀ ਸਾਡੀ ਕਾਲਜ ਦੀ ਸੀ, ਉਹਦੇ ਵਿੱਚ ਇਕੱਠੇ ਇੱਕੋ ਟੀਮ 'ਚ ਵੀ ਅਸੀਂ ਹੈਗੇ ਹਾਂ। ਤੇ ਹੁਣ ਮਤਲਬ 60 ਤੋਂ ਲੈ ਕੇ ਹੁਣ ਕਹਿ ਲਓ ਕਾਫੀ 54 ਈਅਰਸ ਹੀ ਹੋ ਗਏ, ਬਲਕਿ 60 ਤੋਂ 62 ਈਅਰਸ ਹੋ ਗਏ। 62 ਸਾਲ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਹਾਂ ਬਚਪਨ ਤੋਂ। ਅੱਛਾ, ਇੱਕ ਇੱਥੇ ਬਰੀਫਲੀ ਇਹ ਵੀ ਜ਼ਰੂਰ ਦੱਸੋ, ਤੁਸੀਂ ਤੁਹਾਡੇ ਨਹੀਂ MNA ਤੇ MPA ਕਹਿੰਦੇ ਆ ਲੋਕ ਸਭਾ ਤੇ ਜਿਹੜੀ ਰਾਜ ਸਭਾ ਹੁੰਦੀ ਆ, ਤੁਸੀਂ ਮੈਂਬਰ ਰਹੇ ਹੋ ਮੇਰੇ ਖਿਆਲ ਲੋਕ ਸਭਾ ਦੇ? MP ਜੀ, ਮੈਂ MP ਰਿਹਾ ਜੀ। ਸਾਡੇ ਵੱਲ ਉਹਨੂੰ MNA ਕਹਿੰਦੇ। ਲਾਹੌਰ ਤੋਂ ਜਾਂ ਨਹੀਂ, ਮਿੰਟਗੁਮਰੀ ਜ਼ਿਲ੍ਹੇ ਤੋਂ, ਜਿੱਥੇ ਪੁਰਾਣੀ ਜ਼ਮੀਨ ਸੀ ਸਾਡੀ। ਤੇ ਤੁਸੀਂ ਇਮਰਾਨ ਵਾਲੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਇਹਦੇ ਨਾਲ? ਹੁਣ ਮੈਂ ਉਦੋਂ ਮੁਸਲਿਮ ਲੀਗ ਦੇ ਵਿੱਚ ਸੀ। ਹਾਂ, ਮੈਂ ਐਕਚੁਅਲੀ ਇਮਰਾਨ ਖਾਨ ਨੂੰ ਜੁਆਇਨ ਕਰ ਲਿਆ ਸੀ 97 'ਚ।
ਅੱਜ ਤੋਂ 25 ਸਾਲ ਪਹਿਲੇ। ਅੱਛਾ ਅੱਛਾ। ਤੇ ਫਿਰ 2002 ਦੇ ਵਿੱਚ ਮੇਰੇ ਕਜ਼ਨ ਸੀ ਤਲਵੰਡੀ ਵਾਲੇ, ਜਿਹੜੀ ਫੈਮਿਲੀ ਸੀ ਨਾ ਸਾਡੀ ਸ਼ਾਖ, ਤੇ ਮੇਰੀ ਸ਼ਾਦੀ ਵੀ ਤਲਵੰਡੀ ਵਾਲੀ ਜਿਹੜੀ ਰਾਏਕਿਆਂ ਦੀ ਸ਼ਾਖ ਹੈ ਉਹਦੇ ਵਿੱਚ ਹੋਈ ਹੈ। ਠੀਕ ਹੈ। ਰਾਏ ਇਕਬਾਲ ਸੀ, ਉਹ MLA ਹੁੰਦੇ ਸੀ 45 ਚ, 1945 ਚ। ਠੀਕ ਹੈ। ਤਲਵੰਡੀ ਤੋਂ। ਤਲਵੰਡੀ ਨੂੰ ਵੀ ਬੜੀ ਵੱਡੀ ਬਖਸ਼ਿਸ਼ ਹੈ। ਸਾਡੇ ਤਾਇਆ ਜੀ ਸਰਦਾਰ ਜਗਦੇਵ ਸਿੰਘ ਤਲਵੰਡੀ, ਫਿਰ ਉਹਨਾਂ ਦੇ ਪੁੱਤਰ ਸਰਦਾਰ ਰਣਜੀਤ ਸਿੰਘ ਤਲਵੰਡੀ, ਉਹ ਵੀ MLA ਰਹੇ ਆ। ਹਾਂ, 45 ਚ ਤਲਵੰਡੀ ਚ ਸਾਡੇ ਬਜ਼ੁਰਗ ਸੀ ਰਾਏ ਇਕਬਾਲ, ਮੇਰੀ ਵਾਈਫ ਦੇ ਫਾਦਰ ਸੀ ਉਹ। ਉਹਨਾਂ ਦੇ ਮਾਸਟਰ ਦੇਵਰਾਜ ਵੀ MLA ਰਹੇ ਉੱਥੋਂ, ਜਿਹੜੇ ਤਲਵੰਡੀ ਸਾਹਿਬ ਦੇ ਵੱਡੇ ਬ੍ਰਦਰ ਸੀਗੇ। ਦੇਖੋ ਇੱਕ ਛੋਟਾ ਜਿਹਾ ਪਿੰਡ ਤੇ ਉਹਦੇ ਵਿੱਚੋਂ ਕਿੱਡੀ ਉਹਦੀ ਬੜੀ ਹਿਸਟਰੀ, ਬਹੁਤ ਰਿਚ ਹਿਸਟਰੀ ਹੈ। ਉਧਰ ਜਾ ਕੇ ਫਿਰ ਚੀਚਾਵਤਨੀ ਇਹ ਵੀ ਬੈਠੇ ਸੀ ਜਾ ਕੇ, ਤੇ ਸਾਡੀ ਜ਼ਮੀਨ ਵੀ ਚੀਚਾਵਤਨੀ ਸੀ, ਲੇਕਿਨ ਸਾਨੂੰ ਅਲਾਟਮੈਂਟ ਫਿਰ ਕਮਾਲੀ ਇਹ ਹੋ ਗਈ ਸੀ, ਜਿਹੜੀ ਇੱਧਰੋਂ ਜ਼ਮੀਨ ਗਈ ਉਹਦੀ। ਤੇ ਉੱਥੋਂ ਫਿਰ ਉਹਨਾਂ ਰਾਏ ਇਕਬਾਲ ਉੱਥੋਂ ਵੀ MLA ਹੋਏ ਸੀ, ਉਹਨਾਂ ਦੇ ਬੇਟੇ ਵੀ ਬਾਅਦ 'ਚ MP ਵੀ ਹੋਏ। ਤੇ 97 ਦੇ ਵਿੱਚ ਮੈਂ ਇਮਰਾਨ ਖਾਨ ਦੀ ਪਾਰਟੀ ਜੁਆਇਨ ਕਰ ਲਈ ਸੀ। 5 ਸਾਲ ਮੈਂ ਉਦੋਂ ਇੱਧਰ ਰਿਹਾ, ਲੇਕਿਨ 2002 'ਚ ਫਿਰ ਮੈਨੂੰ ਫੈਮਿਲੀ ਪ੍ਰੈਸ਼ਰ ਤੇ ਮੇਰਾ ਇੱਕ ਕਜ਼ਨ ਦੀ ਡੈਥ ਹੋ ਗਈ, ਰਾਏ ਇਕਬਾਲ ਦੇ ਬੇਟੇ ਦੀ, ਰਾਏ ਅਹਿਮਦ ਨਵਾਜ਼ ਦੀ। ਉਸ ਤੋਂ ਬਾਅਦ ਫਿਰ ਕਹਿ ਲਓ ਮੇਰਾ ਇੰਨਾ ਹੈ ਨਹੀਂ ਸੀ ਰੁਝਾਨ, ਕਹਿੰਦੇ ਪੋਲੀਟਿਕਸ ਵੱਲ। ਤੁਸੀਂ ਸਿਆਸਤ ਲਈ ਨਹੀਂ ਸੀ ਬਣੇ। ਤੇ ਮੈਨੂੰ ਮਜਬੂਰ ਕੀਤਾ ਫਿਰ ਮੇਰੇ ਕਜ਼ਨਸ ਨੇ, ਰਿਸ਼ਤੇਦਾਰਾਂ ਨੇ, ਕਿ ਤੁਸੀਂ ਇਲੈਕਸ਼ਨ ਲੜੋ ਇੱਥੋਂ। ਉਹ ਫਿਰ ਮੈਂ ਇੱਧਰੋਂ ਚੀਚਾਵਤਨੀ ਹਲਕੇ 'ਚੋਂ, ਹੜੱਪਾ ਹਲਕਾ ਸੀ, ਇੱਥੋਂ ਮਿੰਟਗੁਮਰੀ ਜ਼ਿਲ੍ਹੇ 'ਚੋਂ ਇਲੈਕਸ਼ਨ ਲੜਿਆ ਸੀ ਮੈਂ ਉਦੋਂ। MP 5 ਸਾਲ ਫਿਰ ਮੈਂ MP ਰਿਹਾ ਸੀ। ਉਸ ਤੋਂ ਬਾਅਦ ਫਿਰ ਮੇਰੇ ਜਿਹੜੇ ਉਹਨਾਂ ਦੇ ਭਤੀਜੇ ਭਾਣਜੇ, ਬਾਅਦ 'ਚ ਬੇਟਾ, ਹੁਣ ਉਹ MP ਅੱਜ ਕੱਲ੍ਹ ਹੈ, ਉਹ ਇਮਰਾਨ ਖਾਨ ਦੀ ਪਾਰਟੀ 'ਚ ਆਈਆਂ, ਕਿ ਮੈਂ ਫਿਰ ਇਮਰਾਨ ਨੂੰ ਬਾਅਦ 'ਚ ਜੁਆਇਨ ਕਰ ਲਿਆ ਸੀ। ਅੱਛਾ, ਫਿਰ ਆਪਾਂ ਉੱਥੇ ਆਈਏ ਮੁੜ ਕੇ ਜੀ, ਜਿਹੜਾ ਸੀਗਾ ਉਸ ਤੋਂ ਬਾਅਦ ਫਿਰ ਇੰਗਲੈਂਡ ਆ ਕੇ ਤੁਸੀਂ ਸਭ ਤੋਂ ਪਹਿਲਾਂ ਪਬਲਿਕਲ ਦੱਸਿਆ ਲੋਕਾਂ ਨੂੰ? ਜੀ ਮੈਨੂੰ ਐਕਚੁਅਲੀ ਜਦੋਂ ਮੈਂ ਗਿਆ ਨਾ ਆਪਣਾ 93 'ਚ ਮੈਂ ਗਿਆ ਇੰਗਲੈਂਡ, ਆਪਣੇ ਕਿਤੇ ਨਿੱਜੀ ਦੌਰੇ 'ਤੇ। ਤੇ ਉਦੋਂ ਮੈਂ ਸਾਊਥ ਹਾਲ ਗੁਰਦੁਆਰਾ ਹੈ, ਗੁਰਦੁਆਰਾ ਸਿੰਘ ਸਭਾ ਸਾਹਿਬ ਦਾ ਸਾਊਥ ਹਾਲ ਬਹੁਤ ਪੁਰਾਣਾ ਗੁਰੂ ਘਰ ਹੈ ਲੰਡਨ ਦੇ ਵਿੱਚ। ਸਾਊਥ ਹਾਲ ਏਰੀਆ ਹੈ, ਜਿਵੇਂ ਅੱਜ ਕੱਲ੍ਹ ਸਰੀ ਹੈ ਨਾ ਪੰਜਾਬੀਆਂ ਦਾ, ਉਵੇਂ ਸਾਊਥ ਹਾਲ ਵੀ ਗੜ੍ਹ ਹੈ UK ਦੇ ਵਿੱਚ, ਲੰਡਨ ਦੇ ਵਿੱਚ। ਉੱਥੇ ਮੈਂ ਗਿਆ ਤੇ ਆਪਣਾ ਇੱਕ ਗੁਰੂ ਘਰ ਦੇ ਵਿੱਚ ਮੈਂ ਦੱਸਿਆ ਕਮੇਟੀ ਨੂੰ, ਦੈਟ ਮੇਰਾ ਮਤਲਬ ਹੈ ਗੰਗਾ ਸਾਗਰ ਦੇ ਨਾਤੇ ਉਹ ਪਹਿਲਾ ਇੰਟਰੈਕਸ਼ਨ ਸੀ ਸਿੱਖ ਕਮਿਊਨਿਟੀ ਨਾਲ। ਤੇ ਮੈਂ ਉਹਨਾਂ ਨੂੰ ਆਫਟਰ 47 ਤੇ ਉਹ ਫਿਰ ਉਹਨਾਂ ਨੂੰ ਮੈਂ ਸਾਰੀ ਸਟੋਰੀ ਦੱਸੀ ਆਪਣੀ ਫੈਮਿਲੀ ਦੀ, ਰਾਏਕੋਟ ਦੀ, ਗੁਰੂ ਸਾਹਿਬ ਦਾ ਉੱਥੇ ਆਉਣਾ, ਬਖਸ਼ਿਸ਼ ਉਹਨਾਂ ਦੀ। ਤੇ ਮੈਨੂੰ ਕਮੇਟੀ ਦੇ ਸੀ, ਉਹਨਾਂ ਦੀ ਏਜ ਸੀ 45-50 ਸਾਲ, ਇਸ ਏਜ ਸੀ ਜਿਹੜੇ ਕਿ 47 ਵੇਲੇ ਸ਼ਾਇਦ ਉਦੋਂ ਹੀ ਜੰਮੇ ਹੋਣੇ ਜਾਂ ਸਾਲ 2 ਸਾਲ ਦੇ ਹੋਣੇ। ਉਹਨਾਂ ਕੋਲ ਇਨਫੋਰਮੇਸ਼ਨ ਕੋਈ ਹੈ ਨਹੀਂ ਸੀ। ਤੇ ਉਹਨਾਂ ਨੇ ਮੈਨੂੰ ਕਿਹਾ ਜੀ ਨੈਕਸਟ ਵੀਕ ਸਾਡਾ ਬਹੁਤ ਵੱਡਾ ਇੱਥੇ ਸਮਾਗਮ ਹੈ, ਤੇ ਉੱਥੇ ਕਥਾ ਲਈ ਆਉਣਾ ਹੈ ਕਿਸੇ ਬਜ਼ੁਰਗਾਂ ਨੇ, ਤੇ ਤੁਸੀਂ ਉਸ ਵੇਲੇ ਆਪਣੇ ਮੂੰਹ ਆ ਕੇ ਗੁਰੂ ਘਰ 'ਚ ਦੱਸੋ, ਕਿਉਂਕਿ ਗੁਰੂ ਸਾਹਿਬ ਨਾਲ ਸੰਬੰਧਿਤ ਗੱਲ ਨੂੰ ਸੁਣ ਕੇ ਅੱਗੇ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ। ਉਹਦੇ ਵਿੱਚ ਕੁਝ ਵੀ ਕੋਈ ਮਿਸ ਹੋ ਜਾਵੇ, ਕੋਈ ਘੱਟ ਹੋ ਜਾਏ, ਵੱਧ ਹੋ ਜਾਏ, ਉਹ ਫਿਰ ਉਹਨਾਂ ਨੂੰ ਮੈਂ ਅੰਦਾਜ਼ਾ ਉਹਨਾਂ ਤੋਂ ਲਾਇਆ ਕਿ ਜਿਹੜਾ ਇਹਨਾਂ ਨੇ ਕਿਹਾ ਨਾ ਕਿ ਆਪਣੇ ਮੂੰਹ ਆਪ ਦੱਸੋ। ਹਾਲਾਂਕਿ ਗੁਰੂ ਘਰ ਦੇ ਵਿੱਚ ਹਰ ਬੰਦੇ ਨੂੰ ਮਾਈਕ ਵੀ ਨਹੀਂ ਮਿਲਦਾ, ਸਟੇਜ ਨਹੀਂ ਮਿਲਦਾ, ਲੇਕਿਨ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਜਿਸ ਟਾਈਮ ਦਿਆਂਗੇ ਤੁਸੀਂ ਆਈਓ। ਮੈਂ ਫਿਰ ਉਹ ਬਸ ਇਹ ਸਬਬ ਹੁੰਦਾ, ਰੱਬ ਬਣਾਉਂਦਾ। ਉਹਨਾਂ ਦਿਨਾਂ 'ਚ ਮੈਂ ਉੱਥੇ ਸੀ, ਮੈਂ ਹਾਲੇ 15-20 ਦਿਨ ਰੁਕਣਾ ਸੀ ਅੱਗੇ, ਫਿਰ ਮੈਂ ਹੋਰ ਜਾਣਾ ਸੀ। ਤੇ ਮੈਂ ਅਗਲੇ ਵੀਕ ਬਾਅਦ ਆ ਗਿਆ ਗੁਰੂ ਘਰ ਦੇ ਵਿੱਚ। ਉੱਥੇ ਮੈਨੂੰ ਉਹਨਾਂ ਨੇ ਟਾਈਮ ਦਿੱਤਾ, ਮੈਂ ਫਿਰ ਸੰਗਤ ਨਾਲ ਗੱਲਾਂ ਸਾਂਝੀਆਂ ਕੀਤੀਆਂ, ਸਾਰੀ ਹਿਸਟਰੀ ਦੱਸੀ ਗੁਰੂ ਸਾਹਿਬ ਦੀ ਆਉਣਾ, ਸਾਰਾ ਕੁਛ। ਤੇ ਮੈਂ ਗੱਲਾਂ ਦੇ ਵਿੱਚ ਆਪਣੇ ਬਾਬਾ ਜੀ ਦਾ ਨਾਂ ਲੈਣਾ ਭੁੱਲ ਗਿਆ। ਹੋ ਜਾਂਦਾ, ਮਤਲਬ ਮੈਨੂੰ ਕੋਈ ਐਡਾ ਮੈਂ ਕੋਈ ਮਾਹਰ ਤਕਰੀਰ ਕਰਨ ਵਾਲਾ ਵੀ ਹੈ ਨਹੀਂ ਸੀ। ਉਸ ਟਾਈਮ ਭਾਵ ਕਿੰਨਾ ਹੋ ਜਾਂਦਾ, ਮਤਲਬ ਇੱਕ ਹੋ ਜਾਂਦਾ, ਨਾਲੇ ਪਬਲਿਕ ਨੂੰ ਐਡਰੈਸ ਕਰਨਾ ਇਟਸ ਨਾਟ ਐਨ ਈਜ਼ੀ ਥਿੰਗ। ਹੁਣ ਤਾਂ ਮਤਲਬ ਹੋ ਜਾਂਦਾ, ਟਾਈਮ ਨਾਲ ਤਾਂ ਠੀਕ ਹੋ ਜਾਂਦਾ ਬੰਦਾ, ਤੇ ਗੱਲਾਂ ਕੋਈ ਰਹਿ ਜਾਂਦੀਆਂ ਹੁੰਦੀਆਂ। ਅੱਛਾ, ਮੈਨੂੰ ਕਿਹਾ ਵੀ ਹੁਣ ਮੈਂ ਅੱਜ ਗੱਲ ਕੀਤੀ ਹੈ, ਇਹ ਹੁਣ ਹੌਲੀ ਹੌਲੀ ਗੱਲ ਇੱਥੇ ਚੱਲੂਗੀ, ਅੱਗੇ ਇੰਡੀਆ ਪਹੁੰਚੂਗੀ, ਫਿਰ ਇਹ ਗੱਲਾਂ ਰਿਵਾਈਵ ਹੋਣਗੀਆਂ, ਫਿਰ ਕੜੀਆਂ ਮਿਲਣਗੀਆਂ ਆਪਸ 'ਚ। ਤੇ ਉਸ ਤੋਂ ਬਾਅਦ ਮੈਂ ਹਾਲੇ ਬੈਠਾ ਹੀ ਸੀ, ਤੇ ਮੇਰੇ ਕੋਲ ਗਿਆਨੀ ਜਸਵੰਤ ਸਿੰਘ ਪਰਵਾਨਾ, ਉਹ ਗ੍ਰੰਥੀ ਵੀ ਰਹੇ ਹੈ ਗੋਲਡਨ ਟੈਂਪਲ 'ਚ ਵੀ, ਮੈਂ ਸੁਣਿਆ ਕਿ ਉੱਥੇ ਰਹੇ, ਤੇ ਉਹਨਾਂ ਦੀ ਕਥਾ ਲਈ ਇਕੱਠਾ ਹੋਇਆ ਸੀ ਸਾਰੀ ਸੰਗਤ। ਉਹ ਆਪਣੇ ਸਟੇਜ 'ਤੇ ਆਪਣੇ ਜਾਣ ਤੋਂ ਪਹਿਲੇ ਮੇਰੇ ਕੋਲ ਆ ਗਏ।
ਮੈਨੂੰ ਕਹਿੰਦੇ ਕਾਕਾ ਜੀ ਤੁਸੀਂ ਰਾਏ ਇਨਾਇਤ ਖਾਨ ਦੇ ਕੀ ਲੱਗਦੇ ਹੋ। ਅੱਛਾ ਜੀ। ਅੱਛਾ, ਮੈਂ ਕਿਹਾ ਜੀ ਮੈਂ ਉਹਨਾਂ ਦਾ ਨਾਂ ਲੈਣਾ ਭੁੱਲ ਗਿਆ ਸੀ। ਹਾਂਜੀ। ਮੈਂ ਕਿਹਾ ਜੀ ਮੈਂ ਉਹਨਾਂ ਦਾ ਪੋਤਾ ਹੈ। ਹਾਂਜੀ। ਤੇ ਮੇਰੇ ਫਾਦਰ ਸੀ, ਇਕੱਲੇ ਹੀ ਉਹਨਾਂ ਦਾ ਬੇਟੇ ਸੀ ਰਾਏ ਫਕੀਰੁੱਲਾ, ਮੈਂ ਉਹਨਾਂ ਦਾ ਇਕੱਲਾ ਹੀ ਪੋਤਾ ਹੈ। ਹਾਂਜੀ। ਤੇ ਮੈਨੂੰ ਉਹਨਾਂ ਨੇ ਜੱਫੀ ਪਾ ਲਈ, ਪਿਆਰ ਦਿੱਤਾ। ਅੱਛਾ ਜੀ। ਤੇ ਆਪਣੀ ਕਥਾ ਜਿਹੜੀ ਸ਼ੁਰੂ ਕਰਨ ਤੋਂ ਪਹਿਲਾ ਸ਼ਬਦ ਉਹਨਾਂ ਦਾ ਇਹ ਸੀ ਕਿ ਅਸੀਂ ਵਡਭਾਗੀ ਹਾਂ ਹਾਂਜੀ। ਕਿ ਰਾਏ ਕੱਲਾ ਜੀ ਦੇ ਵੰਸ਼ ਤੋਂ ਰਾਏ ਸਾਹਿਬ ਇੱਥੇ ਸਾਡੇ ਕੋਲ ਆਪ ਆਏ, ਅਸੀਂ ਇਹਨਾਂ ਨੂੰ ਲੱਭਣਾ ਸੀ। ਅੱਛਾ ਅੱਛਾ। ਤੇ 47 ਵੇਲੇ ਪਤਾ ਹੀ ਨਹੀਂ ਸੀ ਲੋਕਾਂ ਨੂੰ ਵੀ ਕੋਈ ਫੈਮਲੀਆਂ ਬਚੀਆਂ ਵੀ ਹੈ ਕਿ ਨਹੀਂ। ਹਾਂਜੀ ਹਾਂਜੀ। ਬਲਕਿ ਖਤ ਪੱਤਰ ਵੀ ਇੱਕ ਸਟੇਜ ਐਸਾ ਆਇਆ ਸੀ, ਗੈਪ ਪਿਆ ਸੀ, ਉਹ ਪਹਿਲੀ ਕੜੀ ਸੀ ਜਦੋਂ ਤੁਸੀਂ ਪਹਿਲੇ ਫਿਰ ਦੁਬਾਰਾ ਮਿਲੇ, ਕਿਉਂਕਿ ਇੱਕ ਟਾਈਮ ਐਸਾ ਆ ਗਿਆ ਸੀ ਦੋਨੋਂ ਪਾਸਿਓਂ ਸਖਤੀਆਂ ਸੀ, ਖਤ ਪੱਤਰ ਵੀ ਲੋਕੀ ਲਿਖਣੇ ਬੰਦ ਕਰ ਗਏ ਸੀ ਜਦੋਂ ਜੰਗਾਂ ਹੋਈਆਂ, ਜਿਵੇਂ ਤੁਸੀਂ ਕਿਹਾ। ਬਿਲਕੁਲ ਹਾਂਜੀ। ਤੇ ਉਹ ਕਹਿੰਦੇ ਅਸੀਂ ਵਡਭਾਗੀ ਹਾਂ ਹਾਂਜੀ। ਕਿ ਉਹ ਕਹਿੰਦੇ ਰਾਏ ਇਨਾਇਤ ਖਾਨ ਦੇ ਇਹਨਾਂ ਦੇ ਬਾਬਾ ਜੀ ਨੂੰ ਮੈਂ ਜਾਣਦਾ। ਅੱਛਾ ਜੀ। ਉਹ ਗੰਗਾ ਸਾਗਰ ਦੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਦਰਸ਼ਨ ਕਰਾਉਂਦੇ ਹੁੰਦੇ ਸੀ ਰਾਏਕੋਟ ਦੀ ਆਪਣੀਆਂ ਹਵੇਲੀਆਂ 'ਚ। ਪਰਵਾਨਾ ਸਾਹਿਬ ਉਹਨਾਂ ਨੇ ਉੱਥੇ ਮਤਲਬ ਕਥਾ ਜਿਹੜੀ ਕਰਨ ਤੋਂ ਪਹਿਲੇ ਇਹ ਗੱਲ ਕੀਤੀ, ਜਿਵੇਂ ਜਿਹੜਾ ਮੈਂ ਸਮਝਦਾ ਸੀ ਪਤਾ ਨਹੀਂ ਕਿੰਨੇ ਮਹੀਨੇ ਲੱਗਣਗੇ, ਟਾਈਮ ਲੱਗੂਗਾ, ਉਹ ਉਸ ਵੇਲੇ ਗੁਰੂ ਘਰ ਦੇ ਸਟੇਜ ਤੋਂ ਉਸੇ ਵੇਲੇ ਹੀ ਗੱਲ ਸੰਗਤ ਕੋਲ ਪਹੁੰਚ ਗਈ। ਤੇ ਇੱਕ ਹੋਰ ਮਤਲਬ ਉਸ ਲਈ ਅਜੀਬ ਵਾਕਿਆ ਹੋਇਆ ਕਿ ਜਦੋਂ ਖਤਮ ਹੋਇਆ ਉਹ ਆਪਣਾ ਫੰਕਸ਼ਨ, ਤੇ ਮੈਨੂੰ ਕਿਸੇ ਨੇ ਕਿਹਾ ਜੀ ਇੱਕ ਫੈਮਿਲੀ ਤੁਹਾਨੂੰ ਲੱਭਦੀ ਫਿਰਦੀ ਹੈ। ਅੱਛਾ ਜੀ। ਮੈਂ ਕਿਹਾ ਜੀ ਮੇਰਾ ਇੱਥੇ ਕੌਣ ਵਾਕਫ ਹੋਣਾ ਸੀ। ਖੈਰ ਉਹ ਬਜ਼ੁਰਗ ਆ ਗਏ, ਉਹਨਾਂ ਦੀ ਧਰਮ ਪਤਨੀ ਨਾਲ, ਬੱਚੇ ਨਾਲ ਜੀ। ਤੇ ਮੈਨੂੰ ਕਹਿੰਦੇ ਰਾਏ ਅਜ਼ੀਜ਼ੁੱਲਾ ਖਾਨ ਤੌਰ ਸੀ। ਮੈਂ ਕਿਹਾ ਹਾਂਜੀ ਮੈਂ। ਕਹਿੰਦੇ ਬੇਟੇ ਮੈਂ ਰਾਏ ਫਕੀਰੁੱਲਾ ਤੁਹਾਡੇ ਫਾਦਰ ਦਾ ਕਲਾਸ ਫੈਲੋ ਹੈ ਰਾਏਕੋਟ ਦਾ। ਅੱਛਾ ਜੀ। ਰਾਏਕੋਟ ਕਰਨੈਲ ਸਿੰਘ ਉੱਪਲ ਸੀ। ਅੱਛਾ। ਕਰਨੈਲ ਸਿੰਘ ਉਹ ਹੁਣ ਕੈਂਟ ਇੱਕ ਹੈਗਾ ਉਹਨਾਂ ਦਾ ਕਾਊਂਟੀ, ਉੱਥੇ ਰਹਿੰਦੇ। ਉਹ ਇਹਨਾਂ ਦੇ ਗੁਰਚਰਨ ਸਿੰਘ ਦੇ ਵੀ, ਇਹਨਾਂ ਦੇ ਵੀ ਰਿਸ਼ਤੇਦਾਰ। ਠੀਕ ਹੈ ਜੀ। ਸਰਦਾਰ ਆਤਮਾ ਸਿੰਘ ਦੇ ਬੇਟੇ ਦੇ। ਦੇਖੋ ਕਿੱਥੋਂ ਵਿਛੜੇ ਕਿੱਥੇ। ਮੈਨੂੰ ਕਹਿੰਦੇ ਕਿੱਥੇ ਠਹਿਰੇ ਹੋਏ ਹੋ ਜੀ। ਮੈਂ ਕਿਹਾ ਜੀ ਮੈਂ ਹੋਟਲ ਸ਼ਹਿਰਿਆਂ ਬੱਚੇ, ਮੈਂ ਫੈਮਿਲੀ ਨਾਲ ਆਇਆ ਹੋਇਆ ਸੀ ਇੰਗਲੈਂਡ। ਕਹਿੰਦੇ ਨਹੀਂ ਜੀ। ਹਾਂਜੀ। ਅਸੀਂ ਉਹ ਨਾਲ ਮੇਰੇ ਨਾਲ ਆਏ, ਸਾਡੇ ਸੂਟਕੇਸ ਚੁੱਕੇ ਹੋਟਲ 'ਚੋਂ। ਅੱਛਾ ਜੀ। ਸਾਡੇ ਘਰ ਤੁਸੀਂ ਜਾਣਾ। ਅੱਛਾ। ਮੈਨੂੰ ਘੰਟੇ ਲੱਗ, 1.5 ਘੰਟਾ ਹੈਗਾ ਉੱਥੇ, 1.5 ਪੌਣੇ 2 ਘੰਟੇ ਮੈਨੂੰ ਘਰ ਲੈ ਗਏ। ਬਟ ਦਿਸ ਵਾਜ਼ ਉਹ ਮੈਨੂੰ ਆਪਣੇ ਫਾਦਰ ਦੇ ਕਲਾਸ ਫੈਲੋ 47 ਤੋਂ ਪਹਿਲੇ ਦੇ। ਹਾਂਜੀ ਹਾਂਜੀ। ਉਹ ਮਿਲੇ ਤੇ ਇਸ ਤਰ੍ਹਾਂ ਫਿਰ ਉੱਥੋਂ ਫਿਰ ਗੱਲ ਅੱਗੇ ਚੱਲ ਗਈ। ਇਹ 93 ਦੀ ਇਹ ਮੋਹ। ਹਾਂ, ਇਹਦਾ ਮਤਲਬ ਹੈ ਕਿ ਇਹ ਤਾਂ ਇਹ ਰੱਬ ਵੱਲੋਂ ਹੀ ਹੈ। ਤੇ ਮੈਨੂੰ ਇਸ ਤਰ੍ਹਾਂ ਬੰਦੇ ਅੱਲਾ ਨੇ ਮਿਲਾਏ। ਫਿਰ ਉਸ ਵੇਲੇ ਫਿਰ ਇਹ ਗੱਲਾਂ ਚੱਲ ਪਈਆਂ। ਫਿਰ ਮੈਨੂੰ ਇਨਵੀਟੇਸ਼ਨ ਆਈ ਲੰਡਨ ਤੋਂ ਹੀ। ਅੱਛਾ। ਕਿ ਜੀ 94 ਵਿੱਚ ਨੈਕਸਟ ਈਅਰ, ਇਹ 93 ਦੀ ਗੱਲ ਹੈ, ਤੇ ਫਿਰ 94 ਵਿੱਚ ਸਭ ਤੋਂ ਪਹਿਲੇ 47 ਤੋਂ ਬਾਅਦ ਨਾ ਗੰਗਾ ਸਾਗਰ ਦੇ ਦਰਸ਼ਨ ਲੰਡਨ 'ਚ ਹੀ ਹੋਏ। ਅੱਛਾ। ਉੱਥੋਂ ਮੈਨੂੰ ਉਹ ਫਿਰ ਪਾਕਿਸਤਾਨ ਹੁਣ 93 'ਚ ਤਾਂ ਪਾਕਿਸਤਾਨ 'ਚ ਪਿਆ ਹੋਊਗਾ। ਹਾਂਜੀ। ਅੱਛਾ। ਫਿਰ ਉੱਥੇ ਉਹ 94 ਵਿੱਚ ਪਹਿਲੇ ਦਰਸ਼ਨ ਹੋਏ। ਉਦੋਂ ਫਿਰ ਸੰਗਤ ਨੇ 47 ਤੋਂ ਬਾਅਦ ਫਸਟ ਟਾਈਮ ਗੰਗਾ ਸਾਗਰ ਦੇ ਦਰਸ਼ਨ ਕੀਤੇ। ਉਦੋਂ ਲੇਖ ਛਪੇ, ਖਬਰਾਂ ਆਈਆਂ, ਫਿਰ ਮੈਨੂੰ ਖਤ ਪੱਤਰ ਆਉਣ ਲੱਗ ਗਏ ਆਪਣਾ ਗੁਰਮੁਖੀ 'ਚ। ਹਾਂਜੀ। ਤੇ ਹਿਸਟਰੀ ਬੁੱਕਸ। ਮੈਨੂੰ ਇਹ ਵੀ ਦੱਸੋ ਇੱਕ ਸੱਚ, ਸੌਰੀ ਮੈਂ ਤੁਹਾਨੂੰ ਵਿੱਚੋਂ ਕੱਟਿਆ, ਮੈਨੂੰ ਪਤਾ ਲੱਗਾ ਕਿ ਤੁਸੀਂ ਗੁਰਮੁਖੀ ਵੀ ਪੜ੍ਹ ਲੈਂਦੇ ਹੋ। ਇਹ ਕਿਵੇਂ ਸਬਬ ਬਣਿਆ? ਅੱਛਾ, ਮੈਨੂੰ ਅਸਲ 'ਚ ਜਦੋਂ ਫਿਰ ਉੱਥੋਂ ਲੇਖ ਛਪੇ ਨਾ ਜੀ, ਖਬਰਾਂ ਛਪੀਆਂ, ਫਿਰ ਮੈਨੂੰ ਖਤ ਪੱਤਰ ਆਉਣ ਲੱਗ ਗਏ ਇੰਗਲੈਂਡ ਤੋਂ ਵੀ, ਇੰਡੀਆ ਤੋਂ ਵੀ। ਹਾਂਜੀ। ਤੇ ਮੈਂ 5-6 ਦਿਨ, ਇੱਕ ਹਫ਼ਤਾ ਤਾਂ ਮੈਂ ਪੜ੍ਹਾਏ ਕਿਸੇ ਕੋਲੋਂ। ਇਲਿਆਸ ਘੁੰਮਣ ਹੈ, ਉਹ ਰਾਈਟਰ, ਬਹੁਤ ਅੱਛੇ ਰਾਈਟਰ ਸੀ ਪੰਜਾਬੀ ਦੇ। ਉਹਨਾਂ ਦਾ ਮੈਨੂੰ ਕਿਸੇ ਨੇ ਦੱਸਿਆ। ਅੱਛਾ। ਤੇ ਮੈਂ ਉਹਨਾਂ ਕੋਲ ਗਿਆ, ਉਹਨਾਂ ਕੋਲ ਮੈਂ ਚਿੱਠੀਆਂ ਪੜ੍ਹਾਈ। ਚਿੱਠੀਆਂ 'ਚ ਇੰਨਾ ਪਿਆਰ, ਬਜ਼ੁਰਗਾਂ ਨੇ ਵੀ ਆਪਣੇ ਬਿਲਕੁਲ ਜਿਵੇਂ ਬੱਚਿਆਂ ਨੂੰ ਪਿਆਰ ਨਾਲ ਲਿਖੀਦਾ, ਭੈਣਾਂ ਭਰਾਵਾਂ ਨੇ, ਬੱਚਿਆਂ ਨੇ, ਇੰਨਾ ਮੋਹ ਪਿਆਰ। ਮੈਨੂੰ ਕਿਹਾ, ਮੈਂ ਕਿਹਾ ਵੀ ਮੇਰਾ ਤੇ ਇਹ ਜ਼ਰਾ ਜਿੰਨੀ ਮੈਨੂੰ ਰੱਬ ਨੇ ਜ਼ਿੰਦਗੀ ਦਿੱਤੀ ਹੈ, ਇਹ ਤੇ ਨਾ ਟੁੱਟਣ ਵਾਲਾ ਰਿਸ਼ਤਾ ਹੈ। ਤੇ ਮੈਂ ਕਿ ਮੈਨੂੰ ਸਮਝ ਆਪ ਆਉਣੀ ਚਾਹੀਦੀ ਹੈ। ਉਹ ਫਿਰ ਮੈਂ 2 ਮਹੀਨੇ ਲਾ ਕੇ ਗੁਰਮੁਖੀ ਸਿੱਖੀ। ਅੱਛਾ ਜੀ। ਹਾਂ, ਹੁਣ ਮੈਂ ਗੁਰਮੁਖੀ ਪੜ੍ਹ ਲੈਂਦਾ, ਲਿਖ। ਫਿਰ ਚਿੱਠੀਆਂ ਥੋੜ੍ਹੀ ਜਿਹੀ ਟੁੱਟੀ ਫੁੱਟੀ ਵੀ ਹੋਊਗੀ ਉਦੋਂ ਸ਼ੁਰੂ 'ਚ, ਪਰ ਮੈਂ ਪ੍ਰੈਕਟਿਸ ਕੀਤੀ। ਫਿਰ ਗੁਰਮੁਖੀ 'ਚ ਮੈਂ ਲਿਖੀਆਂ ਚਿੱਠੀਆਂ। ਫਿਰ ਬਹੁਤ ਖੁਸ਼ ਹੋਏ, ਸੰਗਤ ਖੁਸ਼ ਹੋਈ। ਤੇ ਕਿਉਂਕਿ ਉਹ ਕਿੰਨੀ ਵਾਰੀ ਪੜ੍ਹਾ ਸਕਦਾ ਬੰਦਾ, ਕਿਉਂਕਿ ਜਿਹੜੇ ਤੁਸੀਂ ਖੁਦ ਪੜ੍ਹਨਾ, ਜਿਹੜਾ ਖੁਦ ਪੜ੍ਹਨਾ ਇਮੋਸ਼ਨਸ। ਅੱਛਾ, ਕਈ ਪੁਰਾਣੇ ਬਜ਼ੁਰਗਾਂ ਨੇ ਉਰਦੂ 'ਚ ਲਿਖੀਆਂ ਹੋਈਆਂ, ਉਹ ਉਰਦੂ ਹੀ ਜਾਣਦੇ ਸੀ। ਤੇ ਉਰਦੂ 'ਚ ਵੀ, ਫਿਰ ਉਹਦੇ ਵਿੱਚ ਵੀ, ਗੁਰਮੁਖੀ 'ਚ ਵੀ ਬੇਸ਼ੁਮਾਰ। ਫਿਰ ਮੈਨੂੰ ਹਿਸਟਰੀ ਬੁੱਕਸ ਭੇਜੀਆਂ ਲੋਕਾਂ ਨੇ, ਕੁਛ ਆਪਣੇ ਪਿਛੋਕੜ ਫੈਮਿਲੀ ਦਾ, ਕੁਛ ਆਪਣਾ ਮਹਾਨ ਕੋਸ਼, ਕੋਈ ਇਨਸਾਈਕਲੋਪੀਡੀਆਜ਼, ਕੋਈ ਮਾਲਵਾ ਇਤਿਹਾਸ, ਇਹ ਗੁਰਮੁਖੀ 'ਚ। ਉਹ ਤੁਹਾਨੂੰ ਫਿਰ ਉਹ ਸਾਰੀਆਂ ਫਿਰ ਮੈਨੂੰ ਈਜ਼ੀ ਹੋ ਗਈਆਂ ਪੜ੍ਹਨਾ ਸਾਰੀਆਂ। ਤੇ
ਉਹ ਫਿਰ ਇਸ ਤਰ੍ਹਾਂ ਫਿਰ ਅੱਗੇ ਸਿਲਸਿਲਾ ਉਸ ਤੋਂ ਚੱਲ ਬਾਅਦ ਤੁਸੀਂ ਠੀਕ ਹੈ, ਉਸ ਤੋਂ ਬਾਅਦ ਫਿਰ ਸਿੱਖ ਸੰਗਤ ਨੂੰ ਪਤਾ ਲੱਗਣ ਲੱਗ ਗਿਆ। ਫਿਰ ਹਿੰਦੁਸਤਾਨ ਇੰਡੀਆ ਦੇ ਵਿੱਚ 1947 ਤੋਂ ਬਾਅਦ ਕਦੋਂ ਤੁਸੀਂ ਗੰਗਾ ਸਾਗਰ ਲੈ ਕੇ ਗਏ? ਇਹ ਇੰਗਲੈਂਡ ਤੋਂ ਬਾਅਦ ਫਿਰ ਸਾਰੀ ਦੁਨੀਆ ਜਦੋਂ ਗੱਲ ਫੈਲੀ ਤੇ ਫਿਰ ਮੈਨੂੰ ਥਾਂ ਤੋਂ ਨਾ ਇਨਵੀਟੇਸ਼ਨ ਆਈਆਂ ਜੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਸ ਤਰ੍ਹਾਂ ਮੈਂ ਗਿਆ, ਸਿੰਗਾਪੁਰ, ਹਾਂਗਕਾਂਗ ਗਿਆ। ਹਾਂਜੀ। ਲੇਕਿਨ ਮੇਰੇ ਮਨ ਦੇ ਵਿੱਚ ਸਿਰਫ ਇੱਕ ਗੱਲ ਹੁੰਦੀ ਹੈ ਕਿ ਗੁਰੂ ਸਾਹਿਬ ਦੀ ਸ਼ਰਧਾ ਰੱਖਣ ਵਾਲਾ ਹੋਵੇ ਔਰ ਗੁਰੂ ਘਰ ਹੋਵੇ ਸੰਗਤ ਵਾਸਤੇ ਬੁਲਾਉਣ ਵਾਲਾ। ਹਾਂਜੀ। ਸਿਰਫ ਸ਼ਰਧਾ ਪਿਆਰ ਰੱਖਣ ਵਾਲਾ ਹੋਵੇ, ਗੁਰੂ ਸਾਹਿਬ ਦੀ ਸ਼ਰਧਾ ਔਰ ਉਸ ਫੈਮਿਲੀ ਦਾ ਥੋੜ੍ਹਾ ਜਿਹਾ ਦਿਲ 'ਚ ਪਿਆਰ ਰੱਖਦਾ ਹੋਵੇ। ਦੈਟ ਇਜ਼ ਦੀ ਓਨਲੀ ਕੰਡੀਸ਼ਨ। ਮੇਰੇ ਕੋਲ ਅਗਰ ਟਾਈਮ ਹੋਵੇ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਔਰ ਮਾਣ ਹੁੰਦਾ ਹੈ ਜਾਣ ਦਾ, ਅਗਰ ਮੇਰੇ ਕੋਲ ਟਾਈਮ ਹੋਵੇ। ਕਈ ਜਗ੍ਹਾ ਮੈਂ ਨਹੀਂ ਵੀ ਜਾ ਸਕਿਆ, ਮੈਂ ਮਾਜ਼ਰਤ ਚਾਹੁੰਦਾ, ਮਾਫੀ ਮੰਗਦਾ ਉਹਨਾਂ ਭਰਾਵਾਂ ਤੋਂ। ਅਤੇ ਇਸ ਤਰ੍ਹਾਂ ਫਿਰ ਮੈਨੂੰ, ਲੇਕਿਨ ਇੱਕ ਮਨ 'ਚ ਵਿੱਚ ਮੇਰੇ ਗੱਲ ਸੀ ਕਿ ਸਭ ਤੋਂ ਜ਼ਿਆਦਾ ਹੱਕ ਰਾਏਕੋਟ ਦੀ ਧਰਤੀ 'ਤੇ ਹੈ, ਗੰਗਾ ਸਾਗਰ ਦੇ ਦਰਸ਼ਨਾਂ ਦਾ, ਕਿ ਮੈਂ ਆਪਣੀ ਜੱਦੀ ਨਗਰ ਵੀ ਜਾਵਾਂ, ਇਲਾਕਾ ਸਾਰੇ ਇਲਾਕੇ ਦੇ ਵਿੱਚ ਜਾਵਾਂ, ਇਲਾਕਾ ਨਿਵਾਸੀ ਜਿਹੜਾ ਰਾਏਕੋਟ ਦਾ, ਕਿਉਂਕਿ ਉੱਥੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਦਾ ਸਾਡੇ ਬਜ਼ੁਰਗਾਂ ਨੂੰ ਮੌਕਾ ਮਿਲਿਆ। ਮੇਨ ਧੁਰਾ ਉਹ ਸੀ ਔਰ ਉੱਥੇ ਉਹਨਾਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਬਖਸ਼ਿਆ, ਕਿਉਂਕਿ ਇੱਕ ਚੀਜ਼ ਕਿਤੋਂ ਮਿਲਣੀ ਹੋਰ ਚੀਜ਼ ਹੁੰਦੀ ਹੈ। ਇੱਕ ਖਾਸ ਤੌਰ 'ਤੇ ਇਸ ਮੌਕੇ 'ਤੇ ਪ੍ਰਸੰਨ ਹੋ ਕੇ ਉਹਨਾਂ ਨੇ ਬਖਸ਼ੀ, ਇਹਦੀ ਅਹਿਮੀਅਤ ਬਹੁਤ ਹੀ ਵੱਡੀ ਹੈ। ਉਹ ਫਿਰ ਗੱਲ ਇਸ ਤਰ੍ਹਾਂ ਹੋਈ ਕਿ 300 ਸਾਲਾ ਮਨਾਇਆ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ 2004 'ਚ। ਮਾਤਾ ਗੁਜਰੀ ਜੀ ਚਾਰੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਸੀ। ਉਸ ਮੌਕੇ 'ਤੇ ਬਹੁਤ ਹੀ ਉੱਚੇ ਪੱਧਰ 'ਤੇ ਅਰੇਂਜਮੈਂਟ ਹੋਏ, ਸਾਰੀ ਦੁਨੀਆ ਤੋਂ ਸੰਗਤ ਇੰਡੀਆ ਆਈ ਸੀ। ਉਦੋਂ ਫਿਰ ਮੈਨੂੰ ਸੱਦੇ ਆਏ ਉੱਥੋਂ SGPC ਵੱਲੋਂ, ਹੋਰ ਧਾਰਮਿਕ ਜਥੇਬੰਦੀਆਂ ਵੱਲੋਂ। ਅਤੇ ਮੇਰੇ ਮਨ ਦੇ ਵਿੱਚ ਸੱਚੀ ਗੱਲ ਹੈ, ਮੈਨੂੰ ਥੋੜ੍ਹਾ ਜਿਹਾ ਸੀ ਫਿਕਰ। ਇੱਥੇ ਮੈਂ ਸੁਣਿਆ ਕਿ ਉਦੋਂ ਬਾਦਲ ਔਰ ਕੈਪਟਨ ਅਮਰਿੰਦਰ ਦੀ ਬਹੁਤ ਜ਼ਿਆਦਾ ਆਪਸ 'ਚ ਖਟਪਟ ਸੀ। ਅੱਛਾ ਜੀ। ਇਹਨਾਂ ਨੂੰ ਇੱਕ ਦੂਜੇ ਨੂੰ ਅੰਦਰ ਵੀ ਕੀਤਾ ਸੀ, ਪਤਾ ਨਹੀਂ ਕਿਹਨੂੰ ਕੀਤਾ ਸੀ, ਪਰ ਇਹ ਨਹੀਂ ਮੈਨੂੰ ਡਿਟੇਲ, ਪਰ ਮੈंने ਸੁਣਿਆ ਸੀ। ਮੈਂ ਸੋਚੀ ਪੈ ਗਿਆ ਵੀ ਮੈਂ 47 ਤੋਂ ਬਾਅਦ ਪਹਿਲੀ ਵਾਰੀ ਜਾਣਾ ਹੈ ਔਰ 57 ਸਾਲਾਂ ਬਾਅਦ ਜਾਣਾ ਸੀ। ਅਤੇ ਮੈਂ, ਕਿਉਂਕਿ ਮੇਰਾ ਤਾਂ ਬਹੁਤ ਸਾਂਝਾ ਪਿਆਰ ਮੁਹੱਬਤ ਔਰ ਸਤਿਕਾਰ ਦਾ ਰਿਸ਼ਤਾ ਗੁਰੂ ਸਾਹਿਬ ਦੇ ਨਾਤੇ, ਇਹਨਾਂ ਦੀਆਂ ਆਪਸ ਲੜਾਈਆਂ ਹੈਗੀਆਂ ਅਤੇ ਮੈਨੂੰ ਇਸ ਮੌਕੇ ਨੂੰ ਅਵੋਇਡ ਕਰਨਾ ਚਾਹੀਦਾ, ਮੈਂ ਨਾ ਜਾਵਾਂ, ਫਿਰ ਕਿਤੇ ਮੌਕਾ ਆਊਗਾ। ਅੱਛਾ, ਮੈਨੂੰ ਇੱਕ ਸਾਡੀ ਫੈਮਿਲੀ ਸੀ, ਸਰਦਾਰ ਫੈਮਿਲੀ ਲੁਧਿਆਣੇ ਦੇ, ਉਹਨਾਂ ਬਜ਼ੁਰਗਾਂ ਦਾ ਮੈਨੂੰ ਫੋਨ ਆਇਆ। ਮੈਨੂੰ ਕਹਿੰਦੇ ਰਾਏ ਸਾਹਿਬ ਇੱਥੇ ਅਖਬਾਰਾਂ 'ਚ ਇੰਨੀ ਚਿਰ ਦਾ ਆਉਂਦਾ ਵੀ ਇਹਨਾਂ ਨੇ ਤੁਹਾਨੂੰ ਰਿਕੁਐਸਟ ਕੀਤੀ ਹੈ, ਸਾਡਾ 300 ਸਾਲਾ ਇੱਥੇ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਅਤੇ 3-4 ਮਹੀਨੇ ਰਹਿ ਗਏ ਅਤੇ ਤੁਹਾਡੇ ਵੱਲੋਂ ਹਾਲੇ ਹਮ ਹੀ ਨਹੀਂ ਤੁਸੀਂ ਭਰੇ। ਅਤੇ ਮੈਂ ਕਿਹਾ ਜੀ, ਮੈਂ ਸੱਚੀ ਗੱਲ ਦੱਸਾਂ, ਮੈਨੂੰ ਥੋੜ੍ਹਾ ਜਿਹਾ ਵਹਿਮ ਹੈ ਕਿ ਮੈਂ ਇਹਨਾਂ ਦੀ ਸਿਆਸੀ ਲੜਾਈਆਂ ਅਤੇ ਮੈਂ ਜਾ ਕੇ ਮੇਰਾ ਇੱਕ ਪਿਓਰ ਪਿਆਰ ਦਾ ਸਤਿਕਾਰ ਦਾ ਰਿਸ਼ਤਾ ਹੈ। ਅਤੇ ਤੁਸੀਂ ਸਹੀ ਸੀ ਉਸ ਗੱਲ? ਹਾਂ, ਉਸ ਗੱਲ ਥੋੜ੍ਹਾ ਜਿਹਾ ਮੈਨੂੰ। ਅੱਛਾ, ਉਹਨਾਂ ਨੇ ਮੈਨੂੰ ਕਿਹਾ, ਉਹ ਕਹਿੰਦੇ ਰਾਏ ਸਾਹਿਬ ਤੁਹਾਨੂੰ ਅੰਦਾਜ਼ਾ ਨਹੀਂ ਕਿ ਤੁਸੀਂ ਵਡਭਾਗੀ ਹੋ ਕਿ ਤੁਹਾਡੀ ਲਾਈਫ ਦੇ ਵਿੱਚ 300 ਸਾਲਾ ਆਇਆ। ਤੁਹਾਨੂੰ ਅੰਦਾਜ਼ਾ ਨਹੀਂ ਇਸ ਗੱਲ ਦਾ, ਕਿੰਨਿਆਂ ਨੇ ਦੇਖੀ ਹੈ 300 ਸਾਲਾ ਜਾਂ 200 ਸਾਲਾ ਜਾਂ 100 ਸਾਲਾ। ਅਤੇ ਤੁਹਾਡਾ ਜਿਹੜਾ ਰਿਸ਼ਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਤੇ, ਉਹਨਾਂ ਦੀ ਸੇਵਾ ਦੇ ਨਾਤੇ, ਸਿਰਫ ਪਿਆਰ ਔਰ ਸਤਿਕਾਰ ਵਾਲਾ, ਇਹ ਜਿੰਨੇ ਮਰਜ਼ੀ ਲੜੀ ਜਾਣ, ਤੁਹਾਨੂੰ ਸਿਵਾਏ ਸਤਿਕਾਰ ਪਿਆਰ ਦੇ ਕੁਛ ਨਹੀਂ, ਸਭ ਬੇਫਿਕਰ ਹੋ ਜਾਓ ਅਤੇ ਤੁਸੀਂ ਜ਼ਰੂਰ ਆ ਜਾਓ। ਦੱਸੋ, ਫਿਰ ਮੈਨੂੰ ਹੌਸਲਾ ਹੋਇਆ, ਫਿਰ ਮੈਂ ਉਹਨਾਂ ਨੂੰ ਐਕਸੈਪਟ ਕਰ ਲਈ ਇਨਵੀਟੇਸ਼ਨ। ਉਦੋਂ ਅਕਾਲੀ ਦਲ SGPC ਵੱਲੋਂ ਮੈਨੂੰ ਆਈ ਸੀ, ਅਕਾਲੀ ਦਲ ਦੇ ਵੱਲੋਂ ਸੀ, ਹੋਰ ਜਥੇਬੰਦੀਆਂ ਵੀ ਸੀ। ਉਦੋਂ ਚੀਫ ਮਿਨਿਸਟਰ ਸੀ ਕੈਪਟਨ ਅਮਰਿੰਦਰ ਸਿੰਘ 2004 'ਚ, ਅਤੇ ਪ੍ਰਾਈਮ ਮਿਨਿਸਟਰ ਸੀ ਡਾਕਟਰ ਮਨਮੋਹਨ ਸਿੰਘ ਜੀ। ਉਹ ਕਿਸ ਤਰ੍ਹਾਂ ਸਬੱਬ ਬਣਿਆ ਸੀਗਾ ਕਿ ਮਨਮੋਹਨ ਸਿੰਘ ਜੀ ਦਾ ਵੀ ਤੁਹਾਨੂੰ ਸ਼ਾਇਦ ਰਾਏਕੋਟ ਦੀ ਸੀ ਜਦ ਤੁਸੀਂ ਫੋਨ? ਹਾਂ, ਉਦੋਂ ਮੈਂ ਲੰਡਨ ਰੱਖਿਆ ਹੁੰਦਾ ਸੀ ਗੰਗਾ ਸਾਗਰ, ਹੁਣ ਮੈਂ ਕੈਨੇਡਾ ਰੱਖਿਆ ਹੋਇਆ, ਕਿਉਂਕਿ ਮੈਂ ਇੱਥੇ ਦੀ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਲੈ ਲਈ ਹੋਈ ਹੈ ਅਤੇ ਹੁਣ ਕੈਨੇਡਾ ਹੀ ਮੈਂ ਬੈਂਕ 'ਚ ਰੱਖਿਆ ਹੋਇਆ। ਉਦੋਂ ਲੰਡਨ ਤੋਂ ਫਿਰ ਮੈਂ ਲੈ ਕੇ ਗਿਆ ਦਿੱਲੀ ਤੋਂ ਫਿਰ ਸਪੈਸ਼ਲ ਚਾਰਟਰਡ ਪਲੇਨ 'ਤੇ ਸਾਨੂੰ ਲੈ ਕੇ ਗਏ ਰਾਜਾ ਸਾਂਸੀ ਏਅਰਪੋਰਟ ਅੰਮ੍ਰਿਤਸਰ। ਅਤੇ ਉਦੋਂ ਫਿਰ ਏਅਰਪੋਰਟ ਤੋਂ ਹਜ਼ਾਰਾਂ ਦੀ ਤਾਦਾਦ ਸੰਗਤ ਸੀਗੀ ਸੜਕਾਂ 'ਤੇ ਖੜ੍ਹੀ, ਅਤੇ ਅਸੀਂ ਫਿਰ ਹਰਿਮੰਦਰ ਸਾਹਿਬ ਗਏ। ਹਰਿਮੰਦਰ ਸਾਹਿਬ ਉਦੋਂ
ਮੰਜੀ ਸਾਹਿਬ ਦਰਬਾਰ ਹਾਲ ਹੈ, ਉੱਥੇ ਸਜਾਇਆ ਗੰਗਾ ਸਾਗਰ ਲਿਜਾ ਕੇ। ਬਲਕਿ ਮੈਂ ਇੱਕ ਹੋਰ ਚੀਜ਼ ਸ਼ੇਅਰ ਕਰਨਾ ਚਾਹੁੰਦਾ, ਜਦੋਂ ਅਸੀਂ ਹਰਿਮੰਦਰ ਸਾਹਿਬ ਜਾ ਰਹੇ ਸੀ ਨਾ, ਹਾਲ ਬਾਜ਼ਾਰ 'ਚੋਂ ਲੰਘ ਤੁਰੇ ਜਾਂਦੇ ਸੀ, ਆਪਣਾ ਉਹਦੇ ਵਿੱਚ ਬਹੁਤ ਵੱਡਾ ਇੱਕ ਫਲੋਟ ਬਣਾਇਆ ਸੀ ਔਰ ਸ਼ੀਸ਼ੇ ਦਾ ਬਾਕਸ ਸੀ ਬਹੁਤ ਵੱਡਾ, ਉਹਦੇ ਵਿੱਚ ਗੰਗਾ ਸਾਗਰ ਸਜਾਇਆ ਸੀ। ਉਹਦੇ ਵਿੱਚ ਉਹ ਹਲਕਾ ਜਿਹਾ ਘੁੰਮਦਾ ਸੀ ਕਿ ਸੰਗਤ ਸਾਰੇ ਪਾਸਿਓਂ ਨਾ ਅੱਛੀ ਤਰ੍ਹਾਂ ਦਰਸ਼ਨ ਕਰ ਲਵੇ। ਉੱਚੀ ਜਗ੍ਹਾ ਨੂੰ ਸਜਾਇਆ ਹੋਇਆ ਸੀ। ਅਤੇ ਅਸੀਂ ਜਦੋਂ ਹਾਲ ਬਾਜ਼ਾਰ 'ਚੋਂ ਲੰਘੇ, ਬਹੁਤ ਜ਼ਿਆਦਾ ਰਸ਼ ਸੀ, ਅਤੇ ਮੈਂ ਦੇਖਿਆ ਕਿ ਇੱਕ ਸਰਦਾਰ ਸਾਹਿਬ ਬਹੁਤ ਬਜ਼ੁਰਗ ਉਹ ਦੌੜੇ ਆਉਣ, ਉਹਨਾਂ ਨੇ ਕੋਈ ਚੀਜ਼ ਰੁਮਾਲੇ 'ਚ, ਬਹੁਤ ਸੋਹਣੇ ਰੁਮਾਲੇ 'ਚ ਲਪੇਟੀ ਹੋਈ, ਅਤੇ ਉੱਪਰ ਨੂੰ ਹੱਥ ਕਰਕੇ ਮੈਨੂੰ ਫੜਾਉਣ ਦੀ ਕੋਸ਼ਿਸ਼ ਕਰਨ। ਅਤੇ ਮੈਂ ਉਹਨਾਂ ਮੁੰਡਿਆਂ ਨੂੰ ਕਹਿ ਕੇ ਨਾ ਹੌਲੀ ਕਰਾਇਆ, ਕਿਤੇ ਮੈਨੂੰ ਡਰ ਸੀ ਕਿ ਕਿਤੇ ਠੁੱਡਾ ਨਾ ਲੱਗ ਜਾਵੇ, ਕਿਤੇ ਸੱਟ ਨਾ ਇਹਨਾਂ ਨੂੰ ਲੱਗ ਜਾਵੇ। ਅਤੇ ਹੌਲੀ ਕਰਾਇਆ ਉਹਨਾਂ ਨੇ ਰੋਕ ਲਿਆ ਫਲੋਟ। ਮੈਂ ਉੱਪਰ ਬੈਠਾ ਸੀ ਉਹਦੇ ਬਰਾਬਰ ਗੰਗਾ ਸਾਗਰ ਦੇ, ਅਤੇ ਉਹਨਾਂ ਨੇ ਉਹ ਜਦੋਂ ਰੋਕਿਆ ਤਾਂ ਉਹਨਾਂ ਨੇ ਮੈਨੂੰ ਨਾ ਹੱਥ ਵਧਾ ਕੇ ਮੈਨੂੰ ਫੜਾ ਦਿੱਤਾ, ਉਹ ਪੈਕਟ ਜਿਹਾ ਸੀ ਕੁਛ। ਅਤੇ ਜਦੋਂ ਅਸੀਂ ਹਰਿਮੰਦਰ ਸਾਹਿਬ ਮੰਜੀ ਸਾਹਿਬ ਦਰਬਾਰ ਹਾਲ 'ਤੇ ਜਾ ਕੇ ਉੱਥੇ ਇੱਕ ਜਗ੍ਹਾ ਸਜਾਇਆ ਗੰਗਾ ਸਾਹਿਬ, ਉੱਥੇ ਰੁਕੇ ਹਾਂ, ਅਤੇ ਮੈਨੂੰ ਜਿਵੇਂ ਕਿਊਰੀਓਸਿਟੀ ਹੁੰਦੀ ਪਈ, ਹੁਣ ਇਹ ਕੀ ਕਿਸੇ ਨੇ ਕੀ ਦਿੱਤਾ। ਅਤੇ ਉਹ ਮੈਂ ਜਦੋਂ ਖੋਲ੍ਹਿਆ ਰੁਮਾਲਾ, ਅਤੇ ਕੁਰਾਨ ਸ਼ਰੀਫ ਦੀ ਕਾਪੀ ਸੀ। ਅਤੇ ਮੈਨੂੰ ਇੰਨਾ ਮੈਂ ਉਹ ਮਤਲਬ ਇਮੋਸ਼ਨਲ ਹੋਇਆ, ਮੇਰੀ ਅੱਖਾਂ 'ਚ ਪਾਣੀ ਸੀ ਕਿ ਅੱਜ ਰਾਏ ਕੱਲਾ ਜੀ ਨੇ ਵੀ ਬਤੌਰ ਇੱਕ ਸੱਚੇ ਮੁਸਲਮਾਨ ਉਸ ਵੇਲੇ ਸੇਵਾ ਕੀਤੀ, ਔਰ ਉਹਨਾਂ ਦਾ ਅੱਜ ਵੀ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਤਿਹਾਸ 'ਚ ਅਮਰ ਹੋ ਗਿਆ। ਔਰ ਅੱਜ ਵੀ ਮੈਨੂੰ ਬਤੌਰ ਮੁਸਲਮਾਨ ਔਰ ਬਤੌਰ ਮੁਸਲਮਾਨ ਇਹਨਾਂ ਨੇ ਮੈਨੂੰ ਪਛਾਣਿਆ ਵੀ, ਔਰ ਮੈਨੂੰ ਸਤਿਕਾਰ ਵੀ ਬਤੌਰ ਮੁਸਲਮਾਨ ਕੀਤਾ ਮੇਰਾ। ਇਹ ਮੇਰੇ ਲਈ ਬਹੁਤ ਵੱਡਾ ਆਨਰ ਸੀ ਉਸ ਵੇਲੇ। ਬਹੁਤ ਵਧੀਆ, ਇੱਕ ਕਿੰਨਾ ਮਤਲਬ ਮੁਹੱਬਤ, ਬਹੁਤ ਬਹੁਤ ਬੜਾ ਇੱਕ ਮੈਸੇਜ ਸੀ। ਅਤੇ ਉੱਥੋਂ ਫਿਰ ਅਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਾਏ 2 ਦਿਨ। ਫਿਰ 2 ਦਿਨ ਅਸੀਂ ਚਮਕੌਰ ਸਾਹਿਬ, ਰਸਤੇ 'ਚ ਵੀ ਸੰਗਤਾਂ ਨੇ ਕੀਤੇ ਦਰਸ਼ਨ, ਬਹੁਤ ਉਸ ਵੇਲੇ ਸੰਗਤ ਸੀ। ਆਪਣਾ ਫਿਰ ਫਤਿਹਗੜ੍ਹ ਸਾਹਿਬ, ਉੱਥੇ ਵੀ ਬੇਸ਼ੁਮਾਰ ਸੰਗਤ ਰਸ਼ ਸੀ, ਜਿੱਥੇ ਪਹਿਲੇ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਫਿਰ ਸਰਹੰਦ ਫਤਿਹਗੜ੍ਹ ਸਾਹਿਬ। ਉਸ ਤੋਂ ਬਾਅਦ ਫਿਰ ਆਲਮਗੀਰ ਸਾਹਿਬ ਅਸੀਂ ਗਏ। ਆਲਮਗੀਰ ਸਾਹਿਬ ਫਿਰ 12ਵੇਂ ਦਿਨ ਅਸੀਂ ਆਪਣੇ ਆਲਮਗੀਰ ਸਾਹਿਬ ਤੋਂ ਜਾ ਕੇ ਰਾਏਕੋਟ ਜਾਣਾ ਸੀ ਗੁਲਵਣ। ਅਤੇ ਉਹ ਆਲਮਗੀਰ ਤੋਂ ਤੁਸੀਂ ਜਾਣਦੇ ਹੀ ਹੋ, ਆਲਮਗੀਰ ਸਾਹਿਬ ਤੋਂ ਗਿੱਲਾਂ ਤੋਂ ਹੁੰਦੇ ਸੀ ਮੁੱਲਾਂਪੁਰ। ਮੁੱਲਾਂ ਤੋਂ ਪਹਿਲੇ ਨਹਿਰਾਂ ਆਉਂਦੀਆਂ ਲੁਧਿਆਣੇ ਦੀਆਂ, ਨਹਿਰਾਂ ਤੋਂ ਮੁੱਲਾਂਪੁਰ, ਫਿਰ ਸਧਾਰ, ਹਲਵਾਰਾ, ਨੂਰਪੁਰਾ, ਫਿਰ ਰਾਏਕੋਟ। ਇਹ 55-60 ਕਿਲੋਮੀਟਰ ਦਾ ਬਣਦਾ, ਇੰਨਾ ਕੀ ਹੈ। ਕਾਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਜੀ 40 ਮਿੰਟ ਦਾ, 40 ਮਿੰਟ 50 ਮਿੰਟ ਬਣਦਾ, ਸਾਨੂੰ 11 ਘੰਟੇ ਲੱਗੇ। ਹਾਂ, ਇੰਨਾ ਸਮੁੰਦਰ ਸੀ ਸੰਗਤ ਦਾ, ਕੋਈ ਨੇੜੇ ਨਹੀਂ ਸੀ ਆ ਸਕਦਾ। ਲੋਕ ਨਾਲ ਦੌੜਦੇ ਸੀ ਕਿ ਗੁਰੂ ਸਾਹਿਬ ਦੀ ਬਖਸ਼ਿਸ਼। ਉਹ ਸਾਰਾ ਇਤਿਹਾਸ ਲੋਕਾਂ ਦੇ ਮਨਾਂ 'ਚ ਤਾਜ਼ਾ ਸੀ ਕਿ ਗੁਰੂ ਸਾਹਿਬ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਆਈਆਂ, ਕਿਵੇਂ ਸ਼ਹੀਦੀਆਂ ਹੋਈਆਂ। ਅਤੇ ਇਹ ਵੀ ਨਾਲ ਮਨ ਦੇ ਵਿੱਚ ਸੀ ਕਿ ਗੁਰੂ ਸਾਹਿਬ ਦੀ ਸੇਵਾ ਲਈ ਨਾਲ ਕੌਣ ਖੜ੍ਹਾ ਸੀ। ਉਹ ਉਸ ਨਜ਼ਰੀਏ ਦੇ ਤਹਿਤ, ਉਸ ਸੋਚ ਦੇ ਤਹਿਤ ਜਿਹੜੀ ਮੈਨੂੰ ਪਿਆਰ ਮਿਲਿਆ, ਇਟ ਵਾਜ਼ ਫਿਨੋਮੀਨਲ। ਮੈਂ ਉਹ ਬਿਆਨ ਵੀ ਨਹੀਂ ਕਰ ਸਕਦਾ ਜਿੰਨਾ ਮੈਨੂੰ ਸੰਗਤ ਨੇ ਪਿਆਰ ਦਿੱਤਾ ਜੀ। ਫਿਰ ਅਸੀਂ ਰਾਏਕੋਟ ਗੁਰਦੁਆਰਾ ਟਾਹਲੀਆਣਾ ਸਾਹਿਬ, ਉੱਥੇ ਸੰਗਤਾਂ ਨੂੰ ਦਰਸ਼ਨ ਕਰਾਏ। 57 ਸਾਲਾਂ ਬਾਅਦ ਗੰਗਾ ਸਾਗਰ ਵਾਪਸ ਗਿਆ ਸੀ ਰਾਏਕੋਟ ਦੀ ਧਰਤੀ 'ਤੇ, ਅਤੇ ਉੱਥੇ ਸੰਗਤ ਨੇ ਦਰਸ਼ਨ ਕੀਤੇ। ਫਿਰ ਮੈਂ ਉੱਥੋਂ ਆਪਣੀ ਹਵੇਲੀ, ਜਿਹੜੀ ਜੱਦੀ ਹਵੇਲੀ ਸਾਡੀ ਅੱਜ ਵੀ ਕਾਇਮ ਹੈ, ਬਹੁਤ ਸੋਹਣੇ ਢੰਗ ਨਾਲ ਰੱਖੀ ਹੋਈ ਹੈ ਉਹਨਾਂ ਨੇ, ਤਾਜ ਜੱਸੀ ਹੋਣਾ ਨੇ। ਅਤੇ ਉਹ ਉੱਥੇ ਫਿਰ ਮੈਂ ਉਸ ਕਮਰੇ 'ਚ ਲੈ ਕੇ ਗਿਆ। ਉਹ ਉੱਪਰ ਵਾਲੇ ਕਮਰੇ ਮੇਰੇ ਬਾਬਾ ਜੀ ਗੰਗਾ ਸਾਗਰ ਸਜਾਉਂਦੇ ਹੁੰਦੇ ਸੀ। ਫਿਰ ਉਸੇ ਕਮਰੇ 'ਚ ਮੈਂ ਉਸੇ ਕਮਰੇ 'ਚ, ਮੇਰੇ ਮਨ ਦੇ ਵਿੱਚ ਸੀ ਕਿ ਅੱਲਾ ਮੇਰੀ ਇਹ ਖੁਆਇਸ਼ ਪੂਰੀ ਕਰੀ, ਉਹ ਰੱਬ ਨੇ ਪੂਰੀ ਕੀਤੀ। ਅਤੇ ਮੈਂ ਉਸੇ ਕਮਰੇ 'ਚ ਲੈ ਕੇ ਗਿਆ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁਣ ਕੀਤਾ ਹੋਇਆ ਉਸ ਵੇਲੇ ਨੇ। ਉੱਥੇ ਮੈਂ ਅੱਧਾ ਪੌਣਾ ਘੰਟਾ ਉੱਥੇ ਸਜਾਇਆ ਗੰਗਾ ਸਾਗਰ। ਮੈਂ ਰੱਬ ਦਾ ਬਹੁਤ ਸ਼ੁਕਰ ਅਦਾ ਕੀਤਾ ਕਿ ਮੇਰੇ ਇਨਸਾਨ ਨੂੰ ਜ਼ਿੰਦਗੀ ਦਾ ਨਹੀਂ ਪਤਾ ਹੁੰਦਾ ਕਿ ਪਲ ਕਿਹੜਾ ਸਾਹ ਆਉਣਾ, ਕਿਹੜਾ ਨਹੀਂ ਆਉਣਾ, ਕਿ ਮੇਰੀ ਲਾਈਫ ਵਿੱਚ ਅੱਲਾ ਨੇ ਮੈਨੂੰ ਆਪਣਾ ਗੰਗਾ ਸਾਗਰ ਨੂੰ ਉਸੇ ਆਪਣੇ ਹਵੇਲੀ 'ਚ ਲਿਜਾਣ ਦਾ ਮੌਕਾ ਦਿੱਤਾ, ਆਪਣੇ ਬਜ਼ੁਰਗਾਂ ਕੋਲ, ਆਪਣੇ ਭੈਣਾਂ ਭਰਾਵਾਂ ਕੋਲ। ਬਸ ਫਿਰ ਅਗਲੇ ਦਿਨ ਫਿਰ ਮੈਨੂੰ ਉੱਥੇ ਰਾਹ ਦੇ ਵਿੱਚ, ਮੈਨੂੰ ਜਦੋਂ ਅਸੀਂ ਦਰਸ਼ਨ ਕਰਾ ਰਹੇ ਸੀ, ਮੈਨੂੰ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹਨਾਂ ਦਾ ਮੈਸੇਜ ਆਇਆ ਸੀ ਕਿ ਉਹ ਮਿਲਣਾ ਵੀ ਚਾਹੁੰਦੇ ਔਰ ਗੰਗਾ ਸਾਗਰ ਦੇ ਦਰਸ਼ਨ ਉਹਨਾਂ ਨੇ ਕਰਨੇ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਸੰਗਤ ਨੂੰ ਜਿਹੜਾ ਮੈਂ ਪ੍ਰੋਗਰਾਮ ਦਿੱਤਾ ਉਹ ਨਹੀਂ ਮੈਂ ਚੇਂਜ ਕਰ ਸਕਦਾ, ਆਈ ਐਮ ਸੋਰੀ। ਅਤੇ ਬਟ ਮੈਂ ਲੰਡਨ ਜਾਣਾ ਹੈ 29 ਦਸੰਬਰ ਨੂੰ। 28 ਨੂੰ ਮੈਂ ਰਾਏਕੋਟ ਪਹੁੰਚਿਆ। 17 ਤਰੀਕ ਨੂੰ ਅਸੀਂ ਪਹੁੰਚੇ ਸੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ।
ਤੇ 29 ਨੂੰ ਮੈਂ ਕਿਹਾ ਜੀ ਮੈਂ ਵਾਪਸ ਜਾਣਾ ਲੰਡਨ। ਅੱਛਾ ਜੀ। ਤੇ ਮੇਰੇ ਕੋਲ ਉਸ ਦਿਨ ਸੁਬਾਹ ਅੱਧਾ ਘੰਟਾ ਹੈਗਾ, ਪੌਣਾ ਘੰਟਾ, ਆਫਟਰਨੂਨ ਮੇਰੀ ਫਲਾਈਟ ਹੈ। ਤੇ ਮੈਨੂੰ ਫਿਰ ਉਹਨਾਂ ਦਾ ਮੈਸੇਜ ਆਇਆ ਕਿ ਜੀ ਉਸ ਦਿਨ ਤੁਸੀਂ ਆ ਜਾਓ, ਮੈਂ ਆਪਣੀਆਂ ਜਿਹੜੀਆਂ ਰੁਝੇਵੇਂ ਆ ਉਹ ਮੈਂ ਅੱਗੇ ਪਿੱਛੇ ਕਰ ਲਵਾਂਗਾ। ਇਟ ਵਾਸ ਵੈਰੀ ਨਾਈਸ ਆਫ ਹਿਮ। ਤੇ ਮੈਂ ਮੈਂਬਰ ਪਾਰਲੀਮੈਂਟ ਵਿੱਚ ਸੀ, ਮੈਨੂੰ ਪਤਾ ਸੀ ਕਿ ਕੀ ਪ੍ਰਾਇੋਰਟੀਜ਼ ਵੀ ਹੁੰਦੀਆਂ, ਸਿਕਿਉਰਿਟੀ ਪ੍ਰੋਟੋਕੋਲ, ਤੇ ਕੋਈ ਜਾ ਕੇ ਮਹਿਮਾਨਾਂ ਨੂੰ ਬਿਠਾਉਂਦੇ ਆ ਇੱਕ ਕਮਰੇ 'ਚ, ਦੂਜੇ 'ਚ ਚਾਹ ਪਿਲਾਓ, ਕਾਹਵਾ ਪਿਲਾਓ, ਕੌਫੀ, ਤੇ ਫਿਰ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਜਾ ਕੇ ਮਿਲਦੇ ਆ ਜਾ ਕੇ। ਤੇ ਮੈਂ ਜਦੋਂ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਲੈ ਕੇ ਗਿਆ ਉਹਨਾਂ ਦੇ ਬਾਹਰਲੇ ਸਿਕਿਉਰਿਟੀ ਗੇਟ 'ਤੇ, ਉੱਥੋਂ ਸਾਡੀ ਗੱਡੀ ਅੰਦਰ ਗਈ ਹੈ। ਤੇ ਉਹਨਾਂ ਦੀ ਕਾਰ ਪੋਸਟ ਜਦੋਂ ਅਸੀਂ ਪਹੁੰਚਣ ਤੋਂ ਪਹਿਲੇ ਨਾ, ਡਾਕਟਰ ਸਾਹਿਬ ਦੀ ਰੈਜ਼ੀਡੈਂਸੀ, ਆਫੀਸ਼ੀਅਲ ਰੈਜ਼ੀਡੈਂਸ ਦਿੱਲੀ ਦਾ ਪ੍ਰਾਈਮ ਮਿਨਿਸਟਰ ਹਾਊਸ, ਉੱਥੇ ਗੱਡੀ ਪਹੁੰਚਣ ਤੋਂ ਪਹਿਲੇ ਪ੍ਰਾਈਮ ਮਿਨਿਸਟਰ ਧਰਮ ਪਤਨੀ ਹੱਥ ਜੋੜ ਕੇ ਬਾਹਰ ਖੜੇ ਸੀ ਪੌੜੀਆਂ ਦੇ ਉੱਪਰ ਸਾਡਾ ਸਵਾਗਤ ਕਰਨ ਵਾਸਤੇ। ਇਟ ਵਾਸ ਸੋ ਟਚਿੰਗ ਕਿ ਉਹਨਾਂ ਨੇ ਕੋਈ ਪ੍ਰੋਟੋਕੋਲ, ਕੋਈ ਸਿਕਿਉਰਿਟੀ, ਹਰ ਚੀਜ਼ ਪਾਸੇ ਕਰਤੀ, ਲੇਕਿਨ ਔਰ ਸ਼ਰਧਾ ਔਰ ਸਤਿਕਾਰ ਉਹਨਾਂ ਨੇ ਇੰਨੀ ਦਿਖਾਈ ਗੁਰੂ ਸਾਹਿਬ ਦੀ ਬਖਸ਼ਿਸ਼ ਲਈ। ਮੈਨੂੰ ਵੀ ਬਹੁਤ ਇੱਜ਼ਤ ਦਿੱਤੀ ਉਹਨਾਂ ਨੇ। ਤੇ ਫਿਰ ਮੈਂ ਉਹਨਾਂ ਕੋਲ ਰਿਹਾ ਅੱਧਾ ਪੌਣਾ ਘੰਟਾ, ਅਸੀਂ ਪੌਣਾ ਘੰਟਾ ਬੈਠੇ। ਫਿਰ ਮੈਨੂੰ ਕਹਿਣ ਲੱਗੇ ਕਿ ਮੇਰੀ ਥੋੜ੍ਹੀ ਜਿਹੀ ਮੀਟਿੰਗ ਹੈ, ਮੈਂ ਜਾਣਾ, ਪਰ ਤੁਸੀਂ ਹਲੇ ਵੀ ਕੁਝ ਦੇਰ ਮੇਰੇ ਬੱਚਿਆਂ ਕੋਲ ਬਹਿ ਕੇ ਜਾਣਾ। ਤੇ ਇਟ ਵਾਜ਼ ਅ ਵੈਰੀ ਹਿਸਟੋਰੀਕਲ ਮੂਮੈਂਟ ਸੀ। ਔਰ ਜਿਸ ਨਿਮਰਤਾ ਨਾਲ ਮਿਲੇ, ਜਿਸ ਨਿਮਰਤਾ ਨਾਲ ਉਹਨਾਂ ਨੇ ਪਿਆਰ ਦਿੱਤਾ, ਮੈਂ ਹਮੇਸ਼ਾ ਉਹ ਵੀ ਮੈਨੂੰ ਯਾਦ ਰਹੂਗਾ। ਰਾਏ ਸਾਹਿਬ, ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ ਔਰ ਵਡਮੁੱਲੀ ਜਾਣਕਾਰੀ ਆ। ਅਸੀਂ ਵੀ ਚਾਹੁੰਦੇ ਸੀਗੇ ਕਿ ਪੂਰਾ ਤਫਸੀਲ ਦੇ ਨਾਲ ਸਾਨੂੰ ਇਹ ਸਾਰੀ ਗੱਲ ਪਤਾ ਲੱਗੇ। ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਹੁਣ ਕੈਨੇਡਾ ਦੇ ਪੱਕੇ ਵਸਨੀਕ ਹੋ ਜੀ? ਮੈਂ ਇੱਥੇ ਦੀ ਇਮੀਗ੍ਰੇਸ਼ਨ ਲੈ ਲਈ ਹੈ, ਸਿਟੀਜ਼ਨਸ਼ਿਪ ਲੈ ਲਈ ਹੈ। ਮੈਂ ਫਿਰ ਗਰਮੀਆਂ ਵਿੱਚ ਇੱਥੇ ਆ ਜਾਂਦਾ ਹੁੰਦਾ, ਤੇ ਸਰਦੀਆਂ 'ਚ ਲਾਹੌਰ ਹੁੰਦਾ। ਲਾਹੌਰ ਤੁਹਾਡਾ ਜੀ ਦੁਨੀਆ ਦਾ ਬਾਖੂਬ ਸ਼ਹਿਰ, ਤੁਹਾਡਾ ਮਾਡਲ ਟਾਊਨ ਵਿੱਚ ਕੋਠੀ ਮੈਂ ਗਿਆ, ਔਰ ਜਿਹੜਾ ਤੁਸੀਂ ਮਹਿਮਾਨ ਨਵਾਜ਼ੀ ਦਾ ਮੈਂ ਮਤਲਬ ਕਾਇਲ ਹਾਂ। ਤੁਸੀਂ ਖਾਸ ਕਰਕੇ ਮੈਂ ਰਿਣੀ ਹਾਂ ਤੁਹਾਡਾ, ਜਿੰਨਾ ਮੇਰੀ ਵੀ ਤੁਸੀਂ ਉੱਥੇ ਨਵਾਜ਼ਿਆ ਜੀ, ਬਹੁਤ ਚੰਗੀ। ਨਹੀਂ, ਸਾਨੂੰ ਤਾਂ ਖੁਸ਼ੀ ਹੋਈ। ਉਹਨਾਂ ਦੀ ਖੁਆਇਸ਼ ਸੀ ਬੜੀ ਦਿਲੀ 47 ਤੋਂ ਬਾਅਦ ਆਪਣਾ ਪਿੰਡ ਦੇਖਣ ਦੀ। ਮੈਨੂੰ ਤਾਂ ਇਹ ਖੁਸ਼ੀ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਆਪਣਾ ਪਿੰਡ ਦੇਖਿਆ ਜਾ ਕੇ। ਉਹਨਾਂ ਨੂੰ ਜੋ ਉੱਥੇ ਜਾ ਕੇ ਖੁਸ਼ੀ ਮਹਿਸੂਸ ਹੋਈ, ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਸੀ। ਜਿਹੜੀ ਮੈਨੂੰ ਇੰਪੋਸੀਬਲ ਲੱਗਦੀ ਸੀ ਨਾ ਗੱਲ, ਉਹਨੂੰ ਪੋਸੀਬਲ ਤੁਹਾਡੀ ਬਦੌਲਤ ਹੋ ਸਕਿਆ ਜੀ। ਨਹੀਂ, ਇਹ ਰੱਬ ਦੀ ਮਿਹਰਬਾਨੀ ਹੈ। ਰਾਏ ਸਾਹਿਬ, ਜਿਹੜੀ ਹੁਣ ਤੁਹਾਡੀ ਫੈਮਿਲੀ, ਤੁਹਾਡੇ ਕਿੰਨੇ ਬੱਚੇ ਜੀ? ਜੀ ਮੇਰਾ ਬੇਟਾ, ਮੇਰਾ ਵੀ ਇੱਕੋ ਹੀ ਹੈ, ਰਾਏ ਮੁਹੰਮਦ ਅਲੀ ਨਾਮ ਉਹਦਾ। ਠੀਕ ਹੈ ਜੀ। ਤੇ ਰਾਏ ਮੁਹੰਮਦ ਅਲੀ ਖਾਨ, ਉਹਦੀ 32 ਸਾਲ ਉਮਰ ਹੈ ਜੀ। ਉਹ ਇੱਥੇ ਹੀ ਹੁੰਦਾ ਪਰਮਾਨੈਂਟ, ਕੈਨੇਡਾ 'ਚ ਹੀ ਹੈ। ਤੇ ਮੈਂ ਆ ਜਾਂਦਾ ਉਹਦੇ ਕੋਲ। ਬੇਟੀਆਂ ਮੇਰੀਆਂ 4 ਹੈ, ਉਸ ਤੋਂ ਵੱਡੀਆਂ ਸਾਰੀਆਂ, ਉਹ ਵਿਆਹੀਆਂ ਹੋਈਆਂ ਸਾਰੀਆਂ, ਬੱਚੇ ਸਾਰੇ ਵਿਆਹੇ ਹੋਏ ਆ। ਠੀਕ ਹੈ ਜੀ। ਤੇ ਅਲੀ ਨੂੰ ਅੱਲਾਹ ਤਾਲਾ, ਮੇਰੀ ਇਹ ਦੁਆ ਹੈ ਕਿ ਉਹ ਵੀ ਇਸੇ ਨਿਮਰਤਾ ਔਰ ਪਿਆਰ ਨਾਲ, ਸਤਿਕਾਰ ਨਾਲ ਆਪਣੇ ਬਜ਼ੁਰਗਾਂ ਨਾਲ, ਭੈਣਾਂ ਭਰਾਵਾਂ ਨਾਲ ਹਮੇਸ਼ਾ ਮਿਲੇ। ਔਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਰਨ ਪੈਣ ਨਾਲ ਮੁਹੱਬਤ ਦੀ ਸਾਂਝ ਬਣੀ ਹੈ, ਇਹ ਹਮੇਸ਼ਾ ਰਵੇ, ਔਰ ਇਸੇ ਤਰ੍ਹਾਂ ਮੁਹੱਬਤ ਔਰ ਪਿਆਰ ਨਾਲ ਅਸੀਂ ਮਿਲੀਏ। ਨਹੀਂ, ਬਿਲਕੁਲ। ਜਿਵੇਂ ਤੁਹਾਡਾ ਖਾਨਦਾਨ, ਜੇ ਆਪਾਂ 9ਵੀਂ ਜਗ੍ਹਾ, ਤੁਸੀਂ 10ਵੀਂ ਜਗ੍ਹਾ ਤੇ ਰਾਏ ਅਲੀ ਆ ਜਾਂਦਾ ਹੈ ਨਾ ਜੀ, ਮੁਹੰਮਦ ਅਲੀ। ਜੇ ਹੁਣ ਤੱਕ ਇੰਨੀ ਬਖਸ਼ਿਸ਼ ਆ ਗੁਰੂ ਸਾਹਿਬ ਦੀ, ਤਾਂ ਹੁਣ ਵੀ ਅੱਗੇ ਵੀ। ਹਾਂਜੀ, ਉਹ ਮਾਲਿਕ ਨੇ ਕੰਮ ਲੈਣਾ ਉਹਦੀ। ਅੱਛਾ, ਤੁਸੀਂ ਗੰਗਾ ਸਾਗਰ ਦੀ ਹੁਣ ਹਿਫਾਜ਼ਤ ਫਿਰ ਇਹ ਲੋਕਰ ਦੇ ਵਿੱਚ ਹੀ ਹੁੰਦੇ? ਜੀ ਮੈਂ ਬੈਂਕ 'ਚ ਹੀ ਰੱਖਦਾ। ਠੀਕ ਹੈ ਉੱਥੇ, ਬਿਕੋਜ਼ ਇਹਦੀ ਸਿਕਿਉਰਿਟੀ ਦੇ ਹਿਸਾਬ ਨਾਲ ਵੀ, ਉਹਦਾ ਸਤਿਕਾਰ ਵੀ ਪ੍ਰੋਪਰ ਰਹਿੰਦਾ। ਜਦੋਂ ਕਿਤੋਂ ਮੈਨੂੰ ਇਨਵੀਟੇਸ਼ਨ ਆਉਂਦੀ ਔਰ ਮੈਂ ਅਵੇਲੇਬਲ ਹੋਵਾਂ, ਮੇਰੇ ਕੋਲ ਟਾਈਮ ਹੋਵੇ, ਤੇ ਫਿਰ ਅਸੀਂ ਉਹ ਬੈਂਕ 'ਚੋਂ ਇੱਥੋਂ ਲੈ ਕੇ ਜਾਂਦੇ। ਬਲਕਿ ਮੁਹੰਮਦ ਅਲੀ ਨੂੰ ਵੀ, ਕਿਉਂਕਿ ਬੱਚਿਆਂ ਨੂੰ ਵੀ ਜਦ ਤੱਕ ਉਹ ਆਪ ਨਾ ਦੇਖਣ, ਉਹਨਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਆਪਸ ਦੇ ਵਿੱਚ ਮੁਹੱਬਤ ਪਿਆਰ ਕੀ ਹੈਗਾ ਜਾਂ ਕਿਵੇਂ ਮਿਲਦਾ। ਅਦਰਵਾਈਜ਼, ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਸੀ, ਪ੍ਰੋਪੇਗੈਂਡਿਆਂ ਦਾ ਅਸਰ ਦੋਨੋਂ ਪਾਸੇ ਬਹੁਤ ਹੁੰਦਾ, ਕਿਸੇ 'ਤੇ ਵੀ ਹੋ ਸਕਦਾ। ਤੇ ਮੈਂ ਇੰਗਲੈਂਡ ਵੀ ਜਦੋਂ ਗਿਆ, ਪਹਿਲੀ ਵਾਰੀ ਗੰਗਾ ਸਾਗਰ ਦੇ ਦਰਸ਼ਨ ਕਰਾਏ, ਉਦੋਂ ਵੀ ਮੈਂ ਬੇਟੇ ਨੂੰ, ਉਦੋਂ ਇਹ 5 ਸਾਲ ਦਾ ਸੀ, ਉਦੋਂ ਮੈਂ ਲੈ ਕੇ ਗਿਆ। ਹੁਣ ਵੀ ਮੈਂ ਕੋਸ਼ਿਸ਼ ਹੁੰਦੀ, ਮੈਂ ਕਈ ਜਗ੍ਹਾ ਉਹਨਾਂ ਨੂੰ ਵੀ ਅਸੀਂ ਬੱਚੇ ਨੂੰ ਵੈਲਿਊ ਦਾ ਉਹਨੂੰ ਪਤਾ ਲੱਗੇ, ਉਹਨੂੰ, ਕਿਉਂਕਿ ਮਿਲਿਆ ਅੰਦਾਜ਼ਾ ਹੁੰਦਾ ਕਿ ਕਿਸ ਮੁਹੱਬਤ, ਕਿਸ ਪਿਆਰ ਨਾਲ ਮਿਲਦੇ ਹੈ, ਤੇ ਉਹ ਇੱਕ ਪਰਸਨਲ ਐਕਸਪੀਰੀਅੰਸ ਬੱਚਿਆਂ ਨੂੰ ਹੋ ਜਾਂਦਾ। ਤੇ ਰਾਏ ਸਾਹਿਬ, ਇੱਕ ਗੱਲ ਵਿੱਚ ਰਹਿ ਗਈ ਸੀ, ਜਿਹੜੀ ਸ੍ਰੀ ਸਾਹਿਬ ਜਿਹੜੀ ਤੋਂ ਅੰਗਰੇਜ਼ਾਂ ਲੈ ਲਈ ਸੀ, ਉਹ ਅੱਜ ਕਿੱਥੇ ਆ? ਤੁਹਾਨੂੰ ਪਤਾ ਉਹਦੇ ਬਾਰੇ ਕੁਝ ਜਾਣਕਾਰੀ? ਉਹ ਜਿਹੜੀ ਸਾਡੇ ਕੋਲ ਜਾਣਕਾਰੀ ਹੈ, ਉਹ ਇੰਗਲੈਂਡ ਚਲੀ ਗਈ ਸੀ। ਅੱਛਾ ਜੀ। ਉੱਥੇ ਉਹਨਾਂ ਨੇ ਕਿਸੇ ਮਿਊਜ਼ੀਅਮ ਵਿੱਚ ਰੱਖੀ ਹੋਈ ਹੈ। ਹਾਂ, ਲੇਕਿਨ ਉਹਦਾ ਖੋਜ ਐਗਜ਼ੈਕਟਲੀ ਕਿ ਕਿਹੜੇ 'ਚ ਪਈ ਹੈ, ਇਹ ਨਹੀਂ ਪਤਾ ਲੱਗਿਆ। ਹਾਂਜੀ, ਪਰ ਇੰਨਾ ਕੁ ਹੈ। ਹਾਂ, ਇੰਗਲੈਂਡ ਚਲੀ ਗਈ ਸੀ। ਹਾਂਜੀ, ਬਿਲਕੁਲ। ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਸਾਡੇ ਦਰਸ਼ਕ ਵੀ ਮੇਰੇ ਖਿਆਲ
ਬੜੀ ਤਮੰਨਾ ਸੀ ਸਾਡੇ ਦਿਲ ਦੇ ਵਿੱਚ ਵੀ ਕਦੋਂ ਤੁਹਾਡੇ ਅਸੀਂ ਮਤਲਬ ਤੁਹਾਡੇ ਰੂਬਰੂ ਹੋ ਕੇ ਤੁਹਾਨੂੰ ਪੁੱਛਾਂਗੇ। ਸਾਡੇ ਲਈ ਇਹ ਇਮੋਸ਼ਨਲ ਘੜੀ ਹੈ ਜੀ, ਬੜਾ ਮਤਲਬ ਜਜ਼ਬਾਤੀ ਹੋ ਜਾਈਦੀਆਂ ਗੱਲਾਂ ਸੁਣ ਕੇ ਇਹਨਾਂ ਨੂੰ। ਔਰ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਡੀ ਫੈਮਿਲੀ ਦੀ, ਤੁਹਾਡੀ ਮਤਲਬ ਤੰਦਰੁਸਤੀ ਦੀ ਸਾਰਾ ਸਿੱਖ ਪੰਥ ਕਾਮਨਾ ਕਰਦਾ। ਜੇ ਸਾਡੇ ਤੁਸੀਂ ਪੈਗੰਬਰ ਲਈ ਤੁਹਾਡੇ ਬਜ਼ੁਰਗਾਂ ਨੇ ਇੰਨਾ ਕੀਤਾ, ਅਸੀਂ ਕਿਉਂ ਨਹੀਂ ਕਰ ਸਕਦੇ? ਸਾਡੇ ਕੋਲ ਲਫ਼ਜ਼ ਨਹੀਂ ਹੈ ਤੁਹਾਡਾ, ਅਸੀਂ ਕਿਵੇਂ ਮਤਲਬ ਖਿਦਮਤ ਕਰੀਏ, ਕਿਵੇਂ ਤੁਹਾਡੇ ਲਈ ਕੀ ਦੁਆ ਮੰਗੀਏ? ਨਹੀਂ, ਬੜੀ ਮਿਹਰਬਾਨੀ ਜੀ। ਮੇਰੀ ਵੀ ਇਹੀ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਵੀ ਖੁਸ਼ ਰੱਖੇ ਔਰ ਐਸੀ ਮੁਹੱਬਤ ਪਿਆਰ ਨਾਲ ਮਿਲੀਏ। ਮੈਂ ਇਹ ਵੀ ਕਹਾਂਗਾ ਕਿ ਤੁਸੀਂ ਸਾਰੀ ਖਾਲਸਾ ਪੰਥ ਨੂੰ, ਮੈਂ ਤਾਂ ਇੱਕ ਸਭ ਤੋਂ ਪਹਿਲੇ ਤਾਂ ਮੈਂ ਰਿਣੀ ਹਾਂ ਸਾਰਿਆਂ ਦਾ, ਸਾਰੇ ਬਜ਼ੁਰਗਾਂ ਭੈਣਾਂ ਭਰਾਵਾਂ ਦਾ, ਜਿਨ੍ਹਾਂ ਮੈਨੂੰ ਪਿਆਰ ਦਿੱਤਾ ਹੈ ਦੁਨੀਆ ਦੇ ਹਰ ਕੋਨੇ ਵਿੱਚ। ਮੈਂ ਇਸ ਕਾਬਿਲ ਨਹੀਂ ਹੈਗਾ, ਲੇਕਿਨ ਸ਼ੁਕਰ ਹੈ ਮਾਲਿਕ ਦਾ। ਤੁਸੀਂ ਵੀ ਪਾਕਿਸਤਾਨ ਵੀ ਆਓ, ਲਾਹੌਰ ਵੀ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਉਹ ਬਹੁਤ ਵੱਡਾ ਕੰਮ ਹੋਇਆ ਹੈ ਉੱਥੇ। ਇਮਰਾਨ ਖਾਨ ਨੇ ਵੀ ਬੜੀ ਹਿੰਮਤ ਔਰ ਜੁਰਤ ਨਾਲ ਔਰ ਬੜੇ ਰਿਕਾਰਡ ਟਾਈਮ ਦੇ ਵਿੱਚ ਔਰ ਬੜਾ ਆਲੀਸ਼ਾਨ ਇੱਕ ਪ੍ਰੋਜੈਕਟ ਕੀਤਾ ਤੇ ਔਰ ਪਿੱਛੇ ਜਿਵੇਂ ਅਸੀਂ ਸੁਣਿਆ 2 ਭਰਾ ਮਿਲੇ 74 ਸਾਲ ਬਾਅਦ, ਇਹੋ ਜਿਹੀਆਂ ਗੱਲਾਂ ਬਹੁਤ ਇਮੋਸ਼ਨਲ ਸਟੋਰੀਆਂ। ਇਹ ਰੱਬ ਨੇ ਰਸਤੇ ਖੋਲ੍ਹੇ ਔਰ ਬਲਕਿ ਮੈਂ ਤਾਂ ਕਹਿੰਦਾ ਕਿ ਇਹ ਸੰਗਤ ਦੀ ਅਰਦਾਸ ਹੈ ਜਿਹੜੀ ਉਹ ਰੱਬ ਨੇ ਸੁਣੀ ਹੈ, ਜਿਹੜੇ ਖੁੱਲ੍ਹੇ ਦਰਸ਼ਨਾਂ ਦੀ ਅਰਦਾਸ ਹੈ। ਉਹਦੇ ਘਰ ਦੇਰ ਤਾਂ ਹੋ ਸਕਦੀ ਹੈ, ਹਨੇਰ ਨਹੀਂ ਹੈਗਾ। ਇਸ ਤਰ੍ਹਾਂ ਹੀ ਹੋਰ ਵੀ ਅੱਗੇ ਤੋਂ ਅੱਗੇ ਹੋਰ ਆਸਾਨੀਆਂ ਹੋਣ, ਦੋਨੋਂ ਪਾਸਿਓਂ ਆਉਣ ਜਾਣ ਦੀਆਂ, ਔਰ ਸਭ ਦੀ ਰੱਬ ਖੈਰ ਖੈਰੀਅਤ ਰੱਖੇ ਤੁਹਾਡੀ ਸਾਰੀ। ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ।